ਆਪਣੇ ਰੰਗ ਅਨੇਕ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਗੀਰ ਸਿੰਘ ਕਾਹਲੋਂ ਦਾ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਦਰਸ਼ਕੋ, ਜਿਵੇਂ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਇੱਕ ਪੰਜਾਬੀਅਤ ਦਾ, ਇੱਕ ਜ਼ਿੰਦਗੀ ਦਾ ਵਿਸ਼ੇਸ਼ ਰੰਗ ਲੈ ਕੇ ਹਾਜ਼ਰ ਹੁੰਦੇ ਹਾਂ, ਅੱਜ ਵੀ ਅਸੀਂ ਇੱਕ ਵਿਸ਼ੇਸ਼ ਰੰਗ ਲੈ ਕੇ ਹਾਜ਼ਰ ਹਾਂ। ਸਾਡੇ ਨਾਲ ਅੱਜ ਬਹੁਤ ਹੀ ਸੋਸ਼ਲ ਵਰਕਰ ਔਰ ਪੰਜਾਬੀਅਤ ਦੇ ਸ਼ੈਦਾਈ ਸਰਦਾਰ ਦਲਬੀਰ ਸਿੰਘ ਜੀ ਕਥੂਰੀਆ ਨੇ। ਕਥੂਰੀਆ ਸਾਹਿਬ, ਜਿਵੇਂ ਸਾਡੇ ਭਾਈਚਾਰੇ ਨੂੰ ਗਿਆਤ ਹੈ, ਜਾਣਕਾਰੀ ਹੈ ਕਿ ਇੱਕ ਉੱਘੇ ਬਿਜ਼ਨਸਮੈਨ ਨੇ, ਸੋਸ਼ਲ ਸਰਵਿਸ ਬਹੁਤ ਇਹਨਾਂ ਨੇ ਕੀਤੀ ਆ। ਔਰ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਵਿਸ਼ਵ ਪੰਜਾਬੀ ਸਭਾ ਰਜਿਸਟਰਡ ਜਿਹਦੇ ਚੇਅਰਮੈਨ ਨੇ, ਇਹਨਾਂ ਵੱਲੋਂ ਇੱਕ ਹੋਰ ਬਹੁਤ ਵੱਡਾ ਕਾਰਜ ਜਿਹੜਾ ਹੈਗਾ ਉਹ ਪੰਜਾਬੀ ਭਾਈਚਾਰੇ ਲਈ, ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੀਤਾ ਗਿਆ ਹੈਗਾ। ਔਰ ਉਹ ਹੈ ਇੱਕ ਵਿਸ਼ਵ ਪੰਜਾਬੀ ਭਵਨ ਇਹਨਾਂ ਨੇ ਸਥਾਪਿਤ ਕੀਤਾ। ਔਰ ਇੱਕ ਸਿੰਗਲ ਹੈਂਡਡ ਆਪਣੀ ਵਿਸ਼ੇਸ਼ ਕੋਸ਼ਿਸ਼ ਨਾਲ, ਬਿਨਾਂ ਕਿਸੇ ਮਦਦ ਦੇ, ਕਿਸੇ ਸਰਪ੍ਰਸਤੀ ਦੇ, ਇਹਨਾਂ ਨੇ ਇਹ ਬਹੁਤ ਵੱਡਾ ਕਾਰਜ ਕੀਤਾ ਆ, ਜਿਹਦੇ ਵਿੱਚ 150 ਦੇ ਕਰੀਬ ਕਪੈਸਿਟੀ ਹੈ। ਔਰ ਉਹਦੇ ਨਾਲ ਦੀ ਨਾਲ ਉੱਥੇ ਮਾਈਕ, ਪੋਡੀਅਮ, ਸਾਰੀਆਂ ਚੀਜ਼ਾਂ, ਸਹੂਲਤਾਂ ਜਿਹੜੀਆਂ ਉਹ ਮਿਲਦੀਆਂ ਨੇ। ਤੇ ਇਹਨਾਂ ਨੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਨੇ, ਉਹਨਾਂ ਬਾਰੇ ਵੀ ਅਸੀਂ ਗੱਲਾਂ ਕਰਦੇ ਰਵਾਂਗੇ। ਤੇ ਕਥੂਰੀਆ ਸਾਹਿਬ, ਤੁਹਾਨੂੰ ਜੀ ਆਇਆਂ। ਸਭ ਤੋਂ ਪਹਿਲਾਂ ਸਰਦਾਰ ਜਗੀਰ ਸਿੰਘ ਜੀ ਕਾਹਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਮੈਨੂੰ ਇਸ ਆਪਣੇ ਪ੍ਰੋਗਰਾਮ ਦੇ ਜ਼ਰੀਏ ਸਾਰੇ ਦਰਸ਼ਕਾਂ ਰੂਬਰੂ ਕੀਤਾ ਹੈ। ਬਹੁਤ ਬਹੁਤ ਮਿਹਰਬਾਨੀ। ਮੇਰੇ ਵੱਲੋਂ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਕਥੂਰੀਆ ਸਾਹਿਬ, ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਅਸੀਂ। ਤੇ ਤੁਹਾਡੇ ਨਾਲ ਜਿਹੜੇ ਬੈਠੇ ਨੇ ਸਰਦਾਰ ਜਗਜੀਤ ਸਿੰਘ ਅਰੋੜਾ, ਇਹਨਾਂ ਦੀ ਵੀ ਅਸੀਂ ਦਰਸ਼ਕਾਂ ਨਾਲ ਵਾਕਫੀਅਤ ਕਰਾਉਣਾ ਚਾਹੁੰਦਾ ਹਾਂ। ਜਗਜੀਤ ਸਿੰਘ ਅਰੋੜਾ ਜਿਹੜੇ ਆ ਉਹ ਸਹਿਯੋਗੀ ਨੇ ਕਥੂਰੀਆ ਸਾਹਿਬ ਦੇ, ਵਿਸ਼ਵ ਪੰਜਾਬੀ ਭਵਨ ਵਿੱਚ ਵੀ ਔਰ ਵਿਸ਼ਵ ਪੰਜਾਬੀ ਸਭਾ ਦੇ ਵਿੱਚ ਵੀ। ਤੇ ਇਹ ਆਪਣਾ ਜਿਹੜਾ ਯੋਗਦਾਨ ਹੈਗਾ ਸੋਸ਼ਲ ਸਰਵਿਸ ਦੇ ਤੌਰ ਦੇ ਉੱਤੇ ਇਹਨਾਂ ਦੋਨਾਂ ਸੰਸਥਾਵਾਂ ਦੇ ਵਿੱਚ ਪਾ ਰਹੇ ਨੇ। ਥੈਂਕ ਯੂ ਜੀ। ਆਪਣੇ ਜਗੀਰ ਸਿੰਘ ਜੀ ਕਾਹਲੋਂ ਸਾਹਿਬ ਤੇ ਆਪਣੇ ਰੰਗ ਅਨੇਕ ਦੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ। ਕਥੂਰੀਆ ਜੀ, ਸਾਡੇ ਦਰਸ਼ਕਾਂ ਦੀ ਇਹ ਦਿਲਚਸਪੀ ਹੋਵੇਗੀ ਕਿ ਤੁਹਾਡਾ ਪਿਛੋਕੜ ਜਾਣਨ ਦੀ, ਕਿ ਤੁਸੀਂ ਪੰਜਾਬ ਤੋਂ ਕਿੱਥੋਂ ਨੂੰ ਬਿਲੋਂਗ ਕਰਦੇ ਹੋ, ਕਿੱਥੇ ਤੁਹਾਡਾ ਜਨਮ ਹੋਇਆ, ਮੁੱਢਲੀ ਐਜੂਕੇਸ਼ਨ ਤੁਹਾਨੂੰ ਕਿੱਥੋਂ ਲੈਣ ਦਾ ਮੌਕਾ ਮਿਲਿਆ, ਤੇ ਤੁਹਾਡੇ ਮਾਤਾ ਪਿਤਾ ਜਿਹੜੇ ਆ ਉਹ ਕਿਹੜੇ ਨੇਕ ਇਨਸਾਨ ਸਨ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ। ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ। ਪਹਿਲਾ ਕਿ ਮੇਰਾ ਜਿਹੜਾ ਪਿੰਡ ਸੀ ਜਨਿਆਲਾ ਗੁਰੂ, ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਹੈ, ਜ਼ਿਲ੍ਹਾ ਅੰਮ੍ਰਿਤਸਰ, ਜਨਿਆਲਾ ਗੁਰੂ ਕਾ, ਅਤੇ ਉੱਥੇ ਮੇਰਾ ਜਨਮ ਹੋਇਆ, ਉੱਥੇ ਹੀ ਵਿੱਦਿਆ ਪ੍ਰਾਪਤ ਕੀਤੀ। ਪਰ ਤੁਹਾਨੂੰ ਪਤਾ ਹੈ ਕਿ ਜਦੋਂ 1984 ਦੇ ਵਿੱਚ ਕੋਈ ਹਾਲਾਤ ਇੰਨੇ ਚੰਗੇ ਨਹੀਂ ਸੀ ਪੰਜਾਬ ਦੇ, ਅਤੇ ਉਦੋਂ ਬਾਹਰ ਆਉਣ ਦਾ ਮੌਕਾ ਮਿਲਿਆ। ਮੈਂ 1984 ਵਿੱਚ ਜਰਮਨ ਦੀ ਧਰਤੀ 'ਤੇ 2 ਸਾਲ ਵਾਸਤੇ ਆ ਗਿਆ ਸੀਗਾ। ਠੀਕ ਹੈ ਜੀ। ਮਾਤਾ ਪਿਤਾ ਬਾਰੇ ਵੀ ਥੋੜ੍ਹਾ ਜਿਹਾ ਦੱਸੋ। ਉਹ ਡੈਡੀ ਮੰਮੀ ਤਾਂ ਇਹ ਪਾਕਿਸਤਾਨ ਤੋਂ ਆਏ ਸੀ ਜੀ, ਜਦੋਂ 1947 ਦੇ ਵਿੱਚ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਹੋਈ ਹੈ ਜੀ। ਉਹਨਾਂ ਨੇ ਵਿੱਚ ਅਸੀਂ ਪਾਕਿਸਤਾਨ ਤੋਂ ਇੱਥੇ ਪੰਜਾਬ ਆ ਗਏ ਸੀ। ਉਹਦੇ ਬਾਰੇ ਜ਼ਿਆਦਾ ਤਾਂ ਮੈਨੂੰ ਨਹੀਂ ਪਤਾ, ਪਰ ਸਾਰਾ ਉਹਨਾਂ ਦੀ ਬਦੌਲਤ ਅੱਜ ਅਸੀਂ ਜੋ ਵੀ ਹਾਂ ਉਹਨਾਂ ਦੀ ਬਦੌਲਤ ਹੀ ਹਾਂ। ਉਹਨਾਂ ਦੀ ਮਿਹਨਤ, ਉਹਨਾਂ ਦਾ ਜਿਹੜਾ ਸਾਡੀ ਸਰਪ੍ਰਸਤੀ, ਸਾਡੇ ਸਿਰ 'ਤੇ ਹੱਥ ਉਹਨਾਂ ਦਾ, ਉਹ ਸਾਰੀ ਜਿਹੜੀ ਉਹਨਾਂ ਦੀ ਮਿਹਰ ਹੈ, ਉਹਦੇ ਨਾਲ ਅੱਜ ਤੁਹਾਡੇ ਤੱਕ ਪਹੁੰਚੇ ਹਾਂ ਔਰ ਇੱਥੇ ਬੈਠੇ ਹੋਏ ਹਾਂ। ਫਿਰ ਜਰਮਨ ਤੁਸੀਂ ਆ ਗਏ 1984 ਚ। ਹਾਂਜੀ। ਤੇ ਉਸ ਤੋਂ ਅਗਲੀ ਜਰਨੀ ਬਾਰੇ ਦੱਸੋ ਕੁਝ। ਮੈਂ ਕੋਈ 1986 ਦੇ ਵਿੱਚ, 1986 'ਚ ਮੈਂ ਜਰਮਨ ਤੋਂ ਵਾਪਸ ਚਲਾ ਗਿਆ ਸੀ। ਮੇਰੀ ਭੈਣ ਦੀ ਸ਼ਾਦੀ ਸੀ ਜੀ। ਫਿਰ ਵਾਪਸ ਜਾਣਾ ਪਿਆ। ਫਿਰ ਮੈਂ ਸੋਚਿਆ ਕਿ ਨਹੀਂ, ਬਾਹਰ ਨਹੀਂ, ਆਪਾਂ ਪੰਜਾਬ ਹੀ ਰਹਿਣਾ। ਹੁਣ ਪੰਜਾਬ ਦੇ ਕੋਈ ਹਾਲਾਤ ਠੀਕ ਨੇ। ਅੱਛਾ। ਫਿਰ ਮੈਂ 1999 ਤੱਕ ਤਾਂ ਇੰਡੀਆ ਹੀ ਰਿਹਾ ਜੀ, ਪੰਜਾਬ ਦੇ ਵਿੱਚ ਹੀ। ਜਨਰਲ ਗੁਰੂ ਮੇਰਾ ਇਲੈਕਟ੍ਰੋਨਿਕਸ ਦਾ ਕੰਮ ਸੀਗਾ, ਕਲਵੀਨੇਟਰ, ਰੈਫਰੀਜਰੇਟਰ ਤੇ ਟੈਕਸਲਾ ਟੀਵੀ, ਟੈਲੀਵਿਸਟਾ ਟੀਵੀ ਦੀ ਕੋਈ ਏਜੰਸੀ ਸੀ। ਠੀਕ ਹੈ। ਬੜਾ ਵਧੀਆ ਕਾਰੋਬਾਰ ਸੀ। ਪਰ ਜਦੋਂ ਕਹਿੰਦੇ ਆ ਕਿ ਜਦੋਂ ਇੱਕ ਵਾਰ ਬਾਹਰੋਂ ਬੰਦਾ ਚਲਾ ਜਾਂਦਾ ਨਾ ਜੀ, ਫਿਰ ਥੋੜਾ ਜਿਹਾ ਬਾਹਰ ਨੂੰ ਠਰੂ ਜਿਹਾ ਕਰਦਾ ਵੀ ਮੈਂ ਫਿਰ ਜਾਵਾਂ। ਅੱਛਾ। ਤੇ ਉਹ ਬਸ ਦੇਖਦੇ ਹੀ ਮੈਂ ਐਵੇਂ ਹੀ ਇੱਕ ਵਾਰ ਵੀਜ਼ਾ ਅਪਲਾਈ ਕੀਤਾ ਅਮਰੀਕਾ ਦਾ, ਤੇ ਯੂਐਸ ਦਾ ਵੀਜ਼ਾ ਮਿਲ ਗਿਆ। ਅੱਛਾ। ਫਿਰ ਜੋ ਯੂਐਸ ਆਏ 89 ਦੇ ਵਿੱਚ, ਫਿਰ 96 ਤੱਕ ਯੂਐਸ ਰਹਿਣ ਦੇ ਬਾਵਜੂਦ ਜਦੋਂ ਪੱਕੇ ਨਹੀਂ ਹੋਏ, ਇਹ ਆਖਿਆ ਵੀ ਇੰਨੇ ਸਾਲ ਬਾਹਰ ਹੁਣ ਰਹਿ ਲਿਆ, ਤੇ ਹੁਣ ਜੇ ਪੱਕੇ ਵੀ ਨਾ ਹੋ ਗਏ ਤੇ ਲੋਕਾਂ ਨੇ ਕਹਿਣਾ ਲੱਗਿਆ ਸੀ। ਫਿਰ ਵਾਪਸ ਆ ਗਿਆ, ਅੱਗੇ ਜਰਮਨ ਤੋਂ ਵਾਪਸ ਅਮਰੀਕਾ ਤੋਂ ਵਾਪਸ ਆ ਗਿਆ। ਅੱਛਾ। ਫਿਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਕਿ ਕੈਨੇਡਾ ਅੱਜ ਕੱਲ੍ਹ ਬੰਦੇ ਪੱਕੇ ਹੁੰਦੇ ਤੇ ਉੱਥੇ ਚਲੇ ਜਾਓ। ਤੇ ਮੈਂ 96 ਦੇ ਵਿੱਚ ਇੱਥੇ ਕੈਨੇਡਾ, ਮੈਂ ਤੇ ਮੇਰੀ ਵਾਈਫ ਦੋਨੇ ਆ ਗਏ।
ਫਿਰ ਇੱਥੇ ਆ ਕੇ ਉਦੋਂ ਦੇ ਇੱਥੇ ਬੈਠੇ ਹਾਂ ਜੀ ਤੁਹਾਡੇ ਸਾਹਮਣੇ, ਤੇ ਆ ਕੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ। ਇਹ ਨਹੀਂ ਕਿ ਇੱਕਦਮ ਹੀ ਸਭ ਕੁਝ ਬਣ ਜਾਂਦਾ ਹੈ। ਜਦੋਂ 7 ਸਾਲ ਅਮਰੀਕਾ ਵੀ ਲਾਏ ਸੀਗੇ, ਕਈ ਉਤਾਰ ਚੜ੍ਹਾਅ ਆਉਂਦੇ ਆ ਬੰਦੇ ਦੇ, ਅਪ ਐਂਡ ਡਾਊਨਸ। ਤੇ ਜਦੋਂ ਮੈਂ ਇੱਥੇ ਕੈਨੇਡਾ ਆਇਆ ਸੀਗਾ, ਸਮਝ ਲਓ ਕਿ 0 ਤੇ ਆਏ ਕਿ ਹੁਣ ਵਾਪਸ ਨਹੀਂ ਜਾਣਾ, ਕੁਝ ਨਾ ਕੁਝ ਲੈ ਕੇ ਜਾਵਾਂਗੇ। ਫਿਰ ਜੋ ਇੱਥੇ ਆ ਕੇ ਫਿਰ ਬੜੀ ਮਿਹਨਤ ਕਰਨੀ ਪਈ ਹੈ, ਬੜੀ ਮਿਹਨਤ ਕੀਤੀ ਹੈ, ਫੈਕਟਰੀ 'ਚ ਕੰਮ ਵੀ ਕੀਤਾ ਹੈ, ਰੈਸਟੋਰੈਂਟ 'ਚ ਭਾਂਡੇ ਵੀ ਮਾਂਜੇ ਹੈ, ਲੋਕਾਂ ਦੀਆਂ ਟੋਇਲਟਾਂ ਵੀ ਸਾਫ਼ ਕੀਤੀਆਂ। ਮਤਲਬ ਉਹ ਕੰਮ ਜਿਹੜੇ ਨਹੀਂ ਬੰਦਾ ਕਰਦਾ ਉਹ ਵੀ ਕੀਤੇ ਹੈ, ਪਰ ਉਸ ਕੰਮ ਨੂੰ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਕੰਮ ਕਰਮ ਹੈ, ਉਹਦੀ ਮਿਹਨਤ ਸਦਕਾ ਅੱਜ ਇੱਥੇ ਪਹੁੰਚੇ ਹਾਂ ਔਰ ਤੁਹਾਡੇ ਸਾਹਮਣੇ ਰੂਬਰੂ ਬੈਠੇ ਹਾਂ। ਤੁਸੀਂ ਇਹਦਾ ਮਤਲਬ ਕਥੂਰੀਆ ਸਾਹਿਬ ਜਿਹੜੀ ਕਿਰਤ ਦੀ ਇੰਨੀ ਕਦਰ ਕਰਦੇ ਹੋ, ਕਹਿ ਸਕਦੇ ਹਾਂ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਪਦੇਸ਼ ਨੇ ਕਿਰਤ ਕਰਨ ਵਾਲੇ, ਜਾਂ ਦੂਜੇ ਲਫ਼ਜ਼ਾਂ 'ਚ ਇਹ ਕਹੀਏ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਕਹੇ ਜਾ ਸਕਦੇ ਹਾਂ ਕਿ ਜਿਨ੍ਹਾਂ ਨੂੰ ਕਿਰਤ ਦੀ ਇੰਨੀ ਕਦਰ ਹੈਗੀ ਆ। ਕਿਉਂਕਿ ਬਾਬੇ ਨੇ ਕਿਰਤ ਨੂੰ ਉੱਤਮ ਕਾਰ ਕਿਹਾ ਹੈਗਾ। ਮਤਲਬ ਉਹਨਾਂ ਨੇ ਮਤਲਬ ਸ਼ੁਰੂ ਹੀ ਇੱਥੋਂ ਕੀਤਾ ਹੈਗਾ ਕਿ ਜ਼ਿੰਦਗੀ 'ਚ ਜਿਹੜਾ ਬੰਦੇ ਨੇ ਕੰਮ ਕਰਨਾ, ਉਹ ਪਹਿਲਾਂ ਕਿਰਤ ਕਰਨੀ ਆ। ਸੋ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਭਾਈਚਾਰੇ ਦੇ ਵਿੱਚ, ਸਿੱਖ ਭਾਈਚਾਰੇ ਦੇ ਵਿੱਚ ਤੁਹਾਡੇ ਵਰਗੇ ਵਿਅਕਤੀ ਜਿਹੜੇ ਆ, ਤੇ ਤੁਸੀਂ ਜਦੋਂ ਇਹ ਕੰਮਕਾਰ ਕੀਤਾ, ਮਤਲਬ ਇਹ ਤਾਂ ਤੁਸੀਂ ਇੱਕ ਨੌਕਰੀ ਵਰਗਾ ਕੰਮ ਹੈ ਨਾ ਜਿਹੜਾ ਤੁਸੀਂ ਦੱਸ ਰਹੇ ਆ। ਤੁਸੀਂ ਆਪਣਾ ਕਾਰੋਬਾਰ ਕਿਵੇਂ ਸ਼ੁਰੂ ਕੀਤਾ? ਉਸ ਤੋਂ ਬਾਅਦ ਜੀ ਜਦੋਂ ਮੈਂ ਇੱਥੇ ਆਇਆ ਸੀ ਨਾ, ਉਦੋਂ ਮੇਰੇ ਕੋਲ ਉੱਥੇ ਅਮਰੀਕਾ ਗੈਸ ਸਟੇਸ਼ਨ ਹੁੰਦਾ ਸੀ, ਗੈਸ ਸਟੇਸ਼ਨ ਛੱਡ ਕੇ ਆਏ ਸੀ। ਅੱਛਾ। ਇੱਥੇ ਆ ਕੇ ਸੋਚਿਆ ਕਿ ਉਹ ਕੰਮ ਕਰੀਏ, ਪਰ ਜਦੋਂ ਪੈਸੇ ਕੋਲ ਨਾ ਹੋਣ ਇੱਕਦਮ ਬਿਜ਼ਨਸ ਵਾਲੇ ਪਾਸੇ ਨਹੀਂ ਜਾਇਆ ਜਾਂਦਾ ਜੀ। ਤੇ ਮੈਂ ਫੈਕਟਰੀ ਕੰਮ ਕਰਦਾ ਹੁੰਦਾ ਸੀ ਤੇ ਨਾਲ ਦੇਖਦਾ ਸੀ ਉਹੀ ਕੰਮ ਕਰੀਏ ਜਿਹੜਾ ਛੱਡ ਕੇ ਆਏ ਆ। ਤੇ ਮੈਂ ਇੱਥੇ ਮੈਨੂੰ ਕਿਸੇ ਦੱਸ ਪਾਈ ਕਿ ਅਗਰਵਾਲ ਦੇ ਇੱਥੇ ਗੈਸ ਸਟੇਸ਼ਨ ਹੈਗਾ 401 ਦੇ ਉੱਤੇ, ਉਹਨਾਂ ਨੂੰ ਬੰਦੇ ਦੀ ਲੋੜ ਹੈ। ਅੱਛਾ। ਤੇ ਗੈਸ ਸਟੇਸ਼ਨ ਉਹਨਾਂ ਦਾ, ਤੇ ਮੈਂ ਜਦੋਂ ਉਹਨਾਂ ਕੋਲ ਕੰਮ ਕਰਨ ਲਈ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਕੰਮ ਦਾ ਪਤਾ, ਮੈਂ ਕੰਮ ਕਰ ਲੈਣਾ। ਕਹਿੰਦੇ ਅੰਗਰੇਜ਼ੀ ਆਉਂਦੀ? ਮੈਂ ਕਿਹਾ ਥੋੜ੍ਹਾ ਬਹੁਤਾ ਮੂੰਹ ਮਾਰ ਲੈਂਦੇ ਆ, ਜ਼ਿਆਦਾ ਤਾਂ ਨਹੀਂ, ਵੈਸੇ 7 ਸਾਲ ਅਮਰੀਕਾ 'ਚ ਰਹਿ ਕੇ ਆਇਆ ਮੈਂ। ਤੇ ਕਹਿੰਦੇ ਠੀਕ ਹੈ, ਤੈਨੂੰ ਮੈਂ ਰਾਤ ਦੀ ਜੋਬ ਦੇ ਦੇਣਾ। ਉਹਨਾਂ ਰਾਤ ਦੀ ਜੋਬ ਮੈਨੂੰ ਦਿੱਤੀ, ਪਰ ਮੈਂ ਦੇਖਿਆ ਕਿ ਉੱਥੇ ਬਹੁਤ ਕੁਝ ਉਹਨਾਂ ਦਾ ਲੀਕੇਜ ਬਹੁਤ ਸੀ, ਕਿਉਂਕਿ ਮੈਂ ਹੁਣ ਇਹ ਕੰਮ ਕੀਤਾ ਹੋਇਆ ਸੀਗਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਇੱਥੋਂ ਬਚਾਉਂਦੇ ਹੋ ਕੁਝ? ਕਹਿੰਦੇ ਜੀ ਨਹੀਂ, ਬਚਾਉਣ ਵਾਲੀ ਗੱਲ ਤਾਂ ਨਹੀਂ, ਤੁਸੀਂ ਦੱਸੋ ਮੈਂ ਕੀ ਗੱਲ ਹੈ। ਮੈਂ ਕਿਹਾ ਮੇਰੇ ਸਾਹਮਣੇ ਤੁਹਾਨੂੰ ਇੱਥੋਂ ਬਚਦਾ ਕੁਝ ਨਹੀਂ ਲੱਗਦਾ। ਤੇ ਉਹਦਾ ਮੁੰਡਾ CA ਸੀਗਾ। ਅੱਛਾ। ਤੇ ਮੈਨੂੰ ਕਹਿੰਦਾ ਤੁਸੀਂ ਇਹ ਗੱਲ ਮੇਰੇ ਡੈਡੀ ਨੂੰ ਕਹੀ ਹੈ, ਤੁਹਾਨੂੰ ਕਿਵੇਂ ਪਤਾ ਬਚਦਾ ਕੁਝ ਨਹੀਂ? ਮੈਂ ਕਿਹਾ ਤੇਰਾ ਡੈਡੀ ਵੀ ਕੰਮ ਕਰਦਾ, ਤੇਰੀ ਮੰਮੀ ਵੀ ਕੰਮ ਕਰਦੀ ਹੈ, ਸਾਰੇ ਤੁਸੀਂ ਕੰਮ ਕਰ ਰਹੇ ਹੋ, ਪਰ ਮੇਰਾ ਨਹੀਂ ਖਿਆਲ ਤੁਸੀਂ ਦੇਖੋ ਬਚਾਉਂਦੇ ਹੋਵੋ। ਕਹਿੰਦਾ ਤਾਂ ਵੀ? ਮੈਂ ਕਿਹਾ ਮੈਨੂੰ ਕੋਈ ਲੱਗਦਾ ਇੱਥੇ ਕੋਈ ਲੀਕੇਜ ਹੈ। ਕਹਿੰਦਾ ਅਸੀਂ 3 ਸਾਲ 'ਚ ਬਹੁਤ ਪੈਸੇ ਲੂਜ਼ ਕਰ ਚੁੱਕੇ ਹਾਂ। ਅੱਛਾ। ਤੂੰ ਗੈਸ ਸਟੇਸ਼ਨ ਲੈ ਸਕਦਾ? ਮੈਂ ਕਿਹਾ ਮੇਰੇ ਕੋਲ ਤਾਂ ਪੈਸੇ ਹੀ ਹੈ ਨਹੀਂ, ਟਰੱਕ ਸਟਾਫ ਸੀਗਾ। ਕਹਿੰਦਾ ਪੈਸੇ ਦੀ ਗੱਲ ਨਹੀਂ, ਤੂੰ ਇਹਨੂੰ ਟੇਕ ਓਵਰ ਕਰ ਲੈ, ਜਿਹੜੀ ਇਨਵੈਂਟਰੀ ਹੈਗੀ ਅਸੀਂ ਤੈਨੂੰ ਮੰਥਲੀ ਦੇ ਦੇਣੇ, ਤੂੰ ਮੰਥਲੀ ਸਾਨੂੰ ਪੈਸੇ ਦੇਈ ਜਾਈਂ। ਜੀ। ਕਿਸਮਤ ਸੀਗੀ, ਮਹਾਰਾਜ ਨੇ ਸਾਥ ਦਿੱਤਾ, ਉਹਨਾਂ ਨੇ ਭਰੋਸਾ ਕੀਤਾ ਮੇਰੇ ਤੇ, ਕਿਉਂਕਿ ਉਹਦਾ ਡੈਡੀ ਉਦੋਂ ਇੰਡੀਆ ਗਿਆ ਹੋਇਆ ਸੀ। ਸਾਡੇ ਪਿੰਡ ਵੀ ਪਿੱਛੇ ਜਾ ਕੇ ਵੇਖਿਆ ਵੀ ਪਿੱਛੋਂ ਕੋਈ ਐਸੀ ਗੱਲ ਨਹੀਂ ਹੈਗੀ, ਤੇ ਜੇ ਮੈਂ ਦੇ ਵੀ ਦਿਆਂਗਾ ਹੱਥ ਤੇ ਕੋਈ ਕਿਤੇ ਪੈਸੇ ਜਾਣ ਵਾਲੇ ਨਹੀਂ ਹੈਗੇ। ਠੀਕ ਹੈ। ਉਹਨਾਂ ਨੇ ਮੈਨੂੰ ਉਸ ਟਾਈਮ ਮੰਥਲੀ ਮੇਰੇ ਨਾਲ ਕਰਕੇ ਤੇ ਮੈਨੂੰ ਉਹ ਗੈਸ ਸਟੇਸ਼ਨ ਸਾਰਾ ਸੌਂਪ ਵੀ ਦਿੱਤਾ ਕਿ ਇਹਨੂੰ ਤੁਸੀਂ ਚਲਾਉਣਾ, ਸਾਨੂੰ ਜੋ ਦੇਣਾ ਦੇਈ ਜਾਇਆ ਜੇ। ਮੈਂ ਫਿਰ 3 ਸਾਲ ਉਹ ਗੈਸ ਸਟੇਸ਼ਨ ਚਲਾਇਆ ਜੀ। ਟਰੱਕ ਸਟਾਫ ਸੀਗਾ, ਜਿਹੜੀ ਕਿ ਸੇਲ ਉਹਦੀ 3-4 ਗੁਣਾ ਅਸੀਂ ਉੱਤੇ ਲੈ ਗਏ, ਔਰ ਮੈਂ ਤੇ ਮੇਰੀ ਵਾਈਫ ਜਿਹੜੀ ਦਿਨ ਰਾਤ ਕੰਮ ਕੀਤਾ, ਮਿਹਨਤ ਕੀਤੀ। ਜਦੋਂ ਕਿ 4-5 ਘੰਟੇ ਰਾਤ ਨੂੰ ਸੌਣਾ, ਬਾਕੀ ਇਹੀ ਆਪਣਾ ਕੰਮ ਹੈ, ਕਰ ਲਓ ਜਿੰਨਾ ਹੁੰਦਾ। ਤੇ ਹੌਲੀ ਹੌਲੀ ਉਹ ਗੱਡੀ ਲੀਹਾਂ ਤੇ ਪੈਂਦੀ ਗਈ, ਔਰ ਮਹਾਰਾਜ ਦੀ ਕਿਰਪਾ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ। ਤੇ ਉਸ ਤੋਂ ਬਾਅਦ ਫਿਰ ਸਾਡੇ ਇੱਕ ਜੀਜਾ ਜੀ ਇੱਥੇ ਆਏ ਸੀ, ਉਹਨਾਂ ਨੂੰ ਕੋਈ ਪ੍ਰੋਬਲਮ ਸੀ ਇੱਥੇ ਰਹਿਣ ਦੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਉਹ ਕੁੱਕ ਹੈਗੇ, ਤੇ ਉਹਨਾਂ ਨੂੰ ਪੱਕੇ ਕਰਾਉਣ ਵਾਸਤੇ ਫਿਰ ਰੈਸਟੋਰੈਂਟ ਵਾਲੇ ਪਾਸੇ ਪੈ ਗਏ। ਤੇ ਮੈਂ ਬਰਾੜ ਕੋਲ ਕੰਮ ਕਰਦੇ ਸੀ, ਬਰਾੜ ਸਾਹਿਬ ਨੂੰ ਗਿਆ, ਮੈਂ ਕਿਹਾ ਜੀ ਤੁਸੀਂ ਦਿਆਲ ਕੋਲ, ਮੈਂ ਕਿਹਾ ਜੀ ਇਹਨਾਂ ਨੂੰ ਤੁਸੀਂ ਪੱਕੇ ਪੁੱਕੇ ਰਾਇਆ। ਤਾਂ ਕਹਿੰਦੇ ਵੀ ਸਾਡੇ ਕੋਲ ਪੱਕੇ ਹੋਣ ਵਾਲੀ ਗੱਲ ਨਹੀਂ ਹੈਗੀ। ਮੇਰਾ ਅਕਾਊਂਟੈਂਟ ਹੁੰਦਾ ਸੀ ਭਜਨ ਸਿੰਘ। ਹਾਂਜੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਇਹਨਾਂ ਨੂੰ ਲੋੜ ਹੈ ਪੱਕੇ ਹੋਣ ਦੀ। ਤਾਂ ਕਹਿੰਦਾ ਤੁਸੀਂ ਇਸ ਤਰ੍ਹਾਂ ਕਰੋ, ਆਪਣਾ ਕੋਈ ਰੈਸਟੋਰੈਂਟ ਲੈ ਲਓ, ਪੱਕੇ ਕਰਾ ਦਿਓ ਇਹਨਾਂ ਨੂੰ। ਫਿਰ ਮੈਂ ਸੰਧੂ ਸਵੀਟ ਵਿਕਦਾ ਸੀ, ਉਦੋਂ ਉਹਦੇ ਨਾਲ ਗੱਲ ਕੀਤੀ, ਉਹ ਲੈ ਕੇ ਫਿਰ ਉਹਨਾਂ ਉੱਥੇ ਪੱਕੇ ਕਰਾਉਣ ਵਾਸਤੇ ਮੈਂ ਰੈਸਟੋਰੈਂਟ ਦੇ ਚੱਕਰ 'ਚ ਪੈ ਗਿਆ। ਉਹ ਤਾਂ ਪੱਕੇ ਹੋ ਕੇ ਛੱਡ ਕੇ ਚਲੇ ਗਏ, ਫਿਰ ਮੈਂ ਰੈਸਟੋਰੈਂਟ ਚੱਕਰ ਜੋਗੇ ਰਹਿ ਗਿਆ। ਉਦੋਂ ਦਾ ਰੈਸਟੋਰੈਂਟ ਕਰੀ ਜਾਂਦੇ। ਇਹ ਜਿਹੜਾ ਪੈਟਰੋਲ ਪੰਪ ਤੁਸੀਂ ਚਲਾਇਆ ਜੀ, ਇਹ ਕਿਹੜੇ ਸਾਲ ਦੀ ਗੱਲ ਆ? ਮੈਂ ਜੀ ਜਦੋਂ 96 'ਚ ਆਇਆ ਇੱਥੇ, ਤੇ 96 'ਚ ਇੱਥੇ ਆਇਆ ਸੀ, ਤੇ 98 ਦੀ ਗੱਲ ਹੈ ਜੀ। 98 ਤੋਂ ਬਾਅਦ 3 ਸਾਲ 2001 ਤੱਕ, ਫਿਰ 2002 'ਚ ਗੈਸ ਰੈਸਟੋਰੈਂਟ ਤੁਸੀਂ ਉਸ ਲੋੜ ਤੋਂ ਸ਼ੁਰੂ ਕੀਤਾ? ਹਾਂਜੀ। ਜਿਹੜਾ ਆਪਣੇ ਰਿਸ਼ਤੇਦਾਰ ਨੂੰ ਪੱਕੇ ਕਰਾਉਣ ਵਾਲੀ ਗੱਲ ਸੀਗੀ। ਤੇ ਤੁਹਾਡਾ ਉੱਥੇ ਕੋਈ ਇੰਡੀਆ 'ਚ ਤੇ ਰੈਸਟੋਰੈਂਟ ਦਾ ਤਜਰਬਾ ਨਹੀਂ ਸੀਗਾ, ਕਿਉਂਕਿ ਤੁਹਾਡਾ ਪੈਟਰੋਲ ਪੰਪ ਇਲੈਕਟ੍ਰੋਨਿਕਸ ਦਾ ਕੰਮ ਸੀਗਾ। ਇਹਨਾਂ ਦੋਵਾਂ ਚੀਜ਼ਾਂ ਨੇ ਮੇਰਾ ਜਾਂ ਤੁਸੀਂ ਪਹਿਲਾਂ ਪੈਟਰੋਲ ਪੰਪ ਵੀ ਇੱਥੇ ਚਲਾਇਆ ਸੀਗਾ, ਤੇ ਫਿਰ ਇਹ ਰੈਸਟੋਰੈਂਟ ਵਾਲੇ ਕੰਮ ਦੇ ਵਿੱਚ ਜਿਹੜੀ ਏਡੀ ਵੱਡੀ ਕਾਮਯਾਬੀ ਆ, ਉਹ ਤੁਸੀਂ ਕਿਵੇਂ ਹਾਸਲ ਕੀਤੀ? ਜਦੋਂ ਸਿਰ ਤੇ ਪੈਂਦੀ ਸਾਰਾ ਕੁਝ ਆ ਜਾਂਦਾ ਜੀ। ਜਦੋਂ ਸਿਰ ਤੇ ਪੈਂਦੀ ਹੈ ਨਾ, ਉਦੋਂ ਬੰਦਾ ਸਾਰਾ ਕੁਝ ਸਿੱਖ ਜਾਂਦਾ। ਉਹ ਫਿਰ ਸਿੱਖਦੇ ਸਿੱਖਦੇ, ਮੈਂ ਤਾਂ ਸਾਰਿਆਂ ਨੂੰ ਕਹਿੰਦਾ, ਜਿੰਨਾ ਚਿਰ ਤੁਹਾਨੂੰ ਕਿਸੇ ਕੰਮ ਦਾ ਪਤਾ ਨਹੀਂ, ਤੁਸੀਂ ਕਾਮਯਾਬ ਨਹੀਂ ਹੁੰਦੇ ਜੀ। ਜਦੋਂ ਮੈਂ ਦੇਖ ਲਿਆ ਸੀ ਵੀ ਹੁਣ ਮੈਨੂੰ ਲੱਗਦਾ ਕਿ ਮੇਰੇ ਸਿਰ ਤੇ ਪੈਣ ਵਾਲੀ, ਤੇ ਹੌਲੀ ਹੌਲੀ ਹੁਣ ਕੰਮ ਥੋੜ੍ਹਾ ਸਿੱਖਣਾ ਸ਼ੁਰੂ ਕਰ ਲਿਆ ਸੀਗਾ। ਕੁਕਿੰਗ ਜਿਹੜੀ ਹੈ ਸਭ ਤੋਂ ਵੱਡੀ ਚੀਜ਼, ਉਹੀ ਰੈਸਟੋਰੈਂਟ ਦੇ ਕੰਮ ਹੈ। ਜੇ ਤੁਹਾਡਾ ਟੇਸਟ ਕਿਹਨੂੰ ਪਸੰਦ ਆ ਜਾਂਦਾ, ਫਿਰ ਤੁਸੀਂ ਕਾਮਯਾਬ, ਤੁਹਾਡਾ ਟੇਸਟ ਉਹ ਬਦਲ ਜਾਂਦਾ, ਫਿਰ ਤੁਸੀਂ ਕਾਮਯਾਬ ਨਹੀਂ ਹੁੰਦੇ।
ਮੈਨੂੰ ਇਹ ਸੀ ਕਿ ਜੇ ਮੈਨੂੰ ਰੈਸਟੋਰੈਂਟ ਦਾ ਕੰਮ ਕਰਨਾ ਹੀ ਪੈ ਰਿਹਾ ਤੇ ਕਿਉਂ ਨਾ ਮੈਂ ਆਪ ਕੰਮ ਸਿੱਖਾਂ ਤਾਂ ਕੱਲ ਨੂੰ ਜੇ ਕੁੱਕ ਚਲਾ ਵੀ ਜਾਂਦਾ ਹੈ ਜਾਂ ਕੋਈ ਭੱਜ ਜਾਂਦਾ ਸ਼ੈਫ, ਤੁਹਾਨੂੰ ਆਪ ਨੂੰ ਕੰਮ ਹੋਣਾ ਚਾਹੀਦਾ ਹੈ। ਉਹ ਜਿਹੜਾ ਨਵਾਂ ਕੁੱਕ ਜਾਂ ਸ਼ੈਫ ਕੋ ਆਵੇ ਉਹਨੂੰ ਆਪ ਆਪਣੇ ਹੱਥਾਂ ਕੰਮ ਸਿਖਾਵਾਂ ਵੀ ਤੂੰ ਆਹ ਟੇਸਟ ਦੇਣਾ, ਤਾਂ ਕਿ ਉਹੀ ਟੇਸਟ ਤੁਹਾਡਾ ਚੱਲਦਾ ਰਹੇਗਾ, ਤੁਹਾਡਾ ਕੰਮ ਚੱਲਦਾ ਰਹਿੰਦਾ। ਤੇ ਇਹ ਵਿਲੇਜ ਆਫ ਇੰਡੀਆ ਫਿਰ ਤੁਸੀਂ ਕਦੋਂ ਸ਼ੁਰੂ ਕੀਤਾ? 2001 ਦੇ ਵਿੱਚ। ਠੀਕ ਹੈ। ਹਾਂਜੀ। ਤੇ ਇਹਦੇ ਵਿੱਚ ਮਤਲਬ ਜਿਹੜੀ ਤੁਹਾਡੀ ਇੱਕ ਤਾਂ ਤੁਸੀਂ ਇਹ ਦੱਸਿਆ ਹੈਗਾ ਕਿ ਬਈ ਤੁਸੀਂ ਆਪ ਪਹਿਲਾਂ ਸਿੱਖਿਆ ਕੰਮ, ਹਾਂਜੀ। ਕਿ ਬਈ ਜੇ ਮੈਂ ਇਹ ਕਾਰੋਬਾਰ ਕਰਨਾ ਆ ਤੇ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ। ਜਿੱਦਾਂ ਪਹਿਲਾਂ ਤੁਸੀਂ ਮਤਲਬ ਆਪਣੀ, ਮੈਂ ਤਾਂ ਸਮਝਣਾ ਵੀ ਕਾਮਨ ਸੈਂਸ ਨਾਲ ਹੀ ਉਹ ਪੈਟਰੋਲ ਪੰਪ ਵਾਲਿਆਂ ਨੂੰ ਕਿਹਾ ਭਈ ਤੁਸੀਂ 3 ਜਣੇ ਕੰਮ ਕਰਦੇ ਹੋ ਤੇ ਮੈਨੂੰ ਲੱਗਦਾ ਇਹ ਆ ਵੀ ਤੁਹਾਡੀ ਕੋਈ ਬਚਤ ਜਿਹੜੀ ਆ ਉਹ ਹੋ ਨਹੀਂ ਰਹੀ। ਮਤਲਬ ਇਹ ਤੁਹਾਡੀ ਆਮ ਸਮਝ ਸੀਗੀ, ਔਰ ਉਹੀ ਸਮਝ ਜਿਹੜੀ ਹੈਗੀ ਆ ਤੁਸੀਂ ਇੱਥੇ ਬਿਜ਼ਨਸ 'ਚ ਵੀ ਅਪਲਾਈ ਕੀਤੀ ਆ ਕਿ ਭਈ ਜੇ ਮੈਂ ਰੈਸਟੋਰੈਂਟ ਦਾ ਬਿਜ਼ਨਸ ਕਰਨਾ ਆ ਤਾਂ ਮੈਨੂੰ ਆਪ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ। ਜੇ ਮੈਨੂੰ ਆਪ ਜਾਣਕਾਰੀ ਨਹੀਂ ਤੇ ਮੈਂ ਫਿਰ ਸਫਲ ਵੀ ਨਹੀਂ ਹੋ ਸਕਦਾ। ਤੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹ ਜਿਹੜਾ ਰੈਸਟੋਰੈਂਟ ਦਾ ਬਿਜ਼ਨਸ ਆ ਇਹਨੇ ਤੁਹਾਨੂੰ ਜ਼ਿੰਦਗੀ 'ਚ ਕਿੰਨਾ ਕੁ ਉਤਸ਼ਾਹਿਤ ਕੀਤਾ, ਕਿੰਨੀ ਕੁ ਕਾਮਯਾਬੀ ਦਿੱਤੀ ਹੈ? ਰੈਸਟੋਰੈਂਟ ਦਾ ਬਿਜ਼ਨਸ ਬਹੁਤ ਵਧੀਆ ਬਿਜ਼ਨਸ, ਔਰ ਨੰਬਰ 1 ਤੇ ਮੇਰਾ ਜਿਹੜਾ ਸਟਾਫ ਹੈ ਨਾ ਉਹਨੇ ਬਹੁਤ ਸਾਥ ਦਿੱਤਾ ਮੇਰਾ। ਮੇਰੇ ਕੋਲ ਅੱਜ ਵੀ ਉਹੀ ਕੁੱਕ ਜਿਹੜਾ ਮੁੰਡਾ ਮੈਂ ਆਪ ਸਿਖਾਇਆ ਹੋਇਆ, ਇਹਨੂੰ ਆਪਣੇ ਹੱਥੀਂ ਕੰਮ ਸਿਖਾਇਆ, ਅੱਜ ਵੀ 22 ਸਾਲ ਤੋਂ ਉਹੀ ਮੇਰੇ ਕੋਲ ਮੁੰਡਾ ਕੰਮ ਕਰਦਾ ਹੈ। ਇਸ ਕਰਕੇ ਸਾਡਾ ਟੇਸਟ 22 ਸਾਲ ਤੋਂ ਉਹੀ ਚੱਲਦਾ। ਉਹਨੇ ਸਾਨੂੰ ਇਹ ਸਫਲਤਾ ਦਾ ਜਿਹੜਾ ਰਾਹ ਹੈ ਉਹਨੇ ਸਾਨੂੰ ਦਿਖਾਇਆ ਕਿ ਸਾਡੇ ਟੇਸਟ ਕੋਈ ਫਰਕ ਨਹੀਂ ਪਿਆ। ਔਰ 20-22 ਸਾਲ ਹੋ ਗਏ ਰੈਸਟੋਰੈਂਟ ਚੱਲਦੇ ਨੂੰ, ਸੇਮ ਕੁੱਕ ਹੈ, ਸੇਮ ਸ਼ੈਫ ਹੈ, ਹੈਲਪਰ ਬਦਲ ਜਾਂਦੇ ਆ ਪਰ ਤੁਹਾਡਾ ਸ਼ੈਫ ਸੇਮ ਰਹਿੰਦਾ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਜੇ ਤੁਹਾਨੂੰ ਆਪ ਕੰਮ ਆਉਂਦਾ ਹੈ, ਹੁਣ ਮੈਨੂੰ ਉੱਥੇ ਨਾ ਵੀ ਜਾਵਾਂ ਮੈਨੂੰ ਲੋੜ ਨਹੀਂ ਜਾਣ ਦੀ, ਉਹਨਾਂ ਨੇ ਸਾਰਾ ਕੰਮ ਸੰਭਿਆ ਹੋਇਆ। ਤੁਹਾਡਾ ਸਟਾਫ ਵੀ ਚੰਗਾ ਹੋਣਾ ਚਾਹੀਦਾ ਹੈ। ਸਟਾਫ ਤੁਹਾਡਾ ਚੰਗਾ ਹੁੰਦਾ ਤੇ ਤੁਹਾਡੇ ਕੰਮ ਦੇ ਵਿੱਚ ਸਟਾਫ ਦਾ ਬਹੁਤ ਵੱਡਾ ਹੱਥ ਹੁੰਦਾ। ਇਹਦੇ 'ਚ ਮੈਂ ਕਥੂਰੀਆ ਸਾਹਿਬ ਜੋ ਸਮਝਦਾ ਉਹ ਇਹ ਆ, ਸਟਾਫ ਤਾਂ ਚੰਗਾ ਹੈ ਹੀ ਆ, ਹੋਣਾ ਚਾਹੀਦਾ ਵੀ ਆ। ਉਹਦੇ ਵਿੱਚ ਜਿਹੜਾ ਕਾਰੋਬਾਰੀ ਆ ਜਿੱਦਾਂ ਤੁਸੀਂ ਆ, ਉਹਦੇ 'ਚ ਇਹ ਵੀ ਇੱਕ ਹੱਥ ਹੁੰਦਾ ਹੈਗਾ। ਤੁਸੀਂ ਆਪ ਤਾਂ ਨਹੀਂ ਇਹ ਗੱਲ ਕਹਿਣੀ ਕਿ ਉਹ ਆਪਣੇ ਸਟਾਫ ਨੂੰ ਕਿੰਨੇ ਵਧੀਆ ਤਰੀਕੇ ਨਾਲ ਡੀਲ ਕਰਦਾ ਹੈਗਾ, ਉਹਨਾਂ ਦੀ ਮੁਸ਼ਕਲ ਨੂੰ ਕਿੰਨਾ ਸਮਝਦਾ ਹੈਗਾ। ਮੈਂ ਸਮਝਦਾ ਮੈਂ ਠੀਕ ਕਹਿ ਰਿਹਾ ਹਾਂ? ਹਾਂਜੀ ਹਾਂਜੀ ਠੀਕ ਹੈ। ਕਿਉਂਕਿ ਤੁਸੀਂ ਉਹਨਾਂ ਨੂੰ ਜੇ ਰਿਸਪੈਕਟ ਦਿੰਦੇ ਹੋ, ਪਿਆਰ ਦਿੰਦੇ ਹੋ, ਵਕਤ ਸਿਰ ਉਹਨਾਂ ਦੀ ਪੇਮੈਂਟ ਕਰਦੇ ਹੋ, ਉਹਨਾਂ ਨੂੰ ਕੋਈ ਜਿੱਦਾਂ ਆਮ ਦੋਸ਼ ਹੈ ਸਾਡੇ ਕਾਰੋਬਾਰੀਆਂ ਤੇ, ਮੈਂ ਥੋੜੇ ਝਾਕੇ ਨਾਲ ਇਹ ਗੱਲ ਕਹਿ ਰਿਹਾ ਕਿ ਬਈ ਉਹ ਆਮ ਤੌਰ ਦੇ ਉੱਤੇ ਜਿਹੜੀਆਂ ਵੇਜਸ ਹੈਗੀਆਂ, ਜਿਹੜੀ ਤਨਖਾਹ ਵਗੈਰਾ ਆ ਵੀ ਉਹਦੇ ਵਿੱਚ ਥੋੜੀ ਬਹੁਤੀ ਡੰਡੀ ਮਾਰਦੇ ਹੈਗੇ ਆ। ਤੇ ਇਹਦਾ ਮਤਲਬ ਇਹ ਆ ਵੀ ਜੇ ਤੁਹਾਡੇ ਕੋਲ ਇੰਨੇ ਚਿਰ ਦੇ ਟਿਕੇ ਨੇ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਇੱਕ ਚੰਗੇ ਬਿਜ਼ਨਸਮੈਨ ਹੋ, ਜਿਹਦੇ ਬਾਰੇ ਬਾਬੇ ਨਾਨਕ ਨੇ ਕਿਹਾ ਹੈਗਾ ਕਿ ਸੱਚ ਵਪਾਰ ਕਰੋ ਵਪਾਰੀ। ਹਾਂਜੀ। ਸੱਚ ਵਪਾਰ ਦਾ ਮਤਲਬ ਇਹੀ ਆ ਕਿ ਤੁਸੀਂ ਇਮਾਨਦਾਰੀ ਨਾਲ ਵਪਾਰ ਕਰੋ ਤੇ ਮਿਨੀਮਮ ਜਿਹੜਾ ਪ੍ਰੋਫਿਟ ਹੈਗਾ ਉਹਦਾ ਧਿਆਨ ਮਤਲਬ ਮਨ 'ਚ ਰੱਖੋ ਕਿ ਜੇ ਤੁਸੀਂ 100 ਰੁਪਈਆ ਲਾਉਂਦੇ ਹੋ ਤੇ ਤੁਸੀਂ 105 104 ਜਿਹੜੇ ਉਹ ਕਮਾਉਂਦੇ ਹੋ ਤਾਂ ਤੁਹਾਡਾ ਕੰਮ ਚੱਲਦਾ ਹੈ। ਹਾਂਜੀ ਹਾਂਜੀ। ਤੇ ਜੇ ਤੁਸੀਂ ਇਹ ਸੋਚਦੇ ਹੋ ਵੀ ਮੈਂ ਹੁਣ 100 ਰੁਪਈਆ ਲਾਇਆ ਤਾਂ ਮੈਂ 200 ਰੁਪਈਆ ਲਵਾਂ ਤਾਂ ਉਹ ਫਿਰ ਜਿਹੜਾ ਉਹ ਸੱਚ ਵਪਾਰ ਵਾਲੀ ਗੱਲ ਜਿਹੜੀ ਉਹ ਨਹੀਂ ਰਹਿੰਦੀ, ਉਹ ਜ਼ਿਆਦਾ ਚੱਲਦਾ ਵੀ ਨਹੀਂ। ਇਦਾਂ ਮੈਂ ਮਹਿਸੂਸ ਕਰਦਾ ਕਿ ਤੁਸੀਂ ਸੱਚ ਵਪਾਰ ਜਿਹੜਾ ਉਹ ਕਰਦੇ ਹੋ। ਤੇ ਫਿਰ ਤੁਸੀਂ ਇੰਨੇ ਮਤਲਬ ਤੁਹਾਡਾ ਹੁਣ ਜਿਹੜਾ ਕਾਰੋਬਾਰ ਹੈਗਾ, ਕਿਉਂਕਿ ਪਹਿਲਾਂ ਤਾਂ ਤੁਹਾਡਾ ਇੱਥੇ ਜੀਟੀਏ 'ਚ ਹੀ ਸੀਗਾ, ਹੁਣ ਕਿਹੜੀ ਜਗ੍ਹਾ? ਦੇਖੋ ਮੈਂ ਜਦੋਂ ਇਹ ਕੰਮ ਤੁਸੀਂ ਕੀਤੀ ਵੇਜਸ ਦੀ ਗੱਲ, ਹੁਣ ਡੈਡੀ ਸਾਡੇ ਸ਼ੁਰੂ ਤੋਂ ਬਿਜ਼ਨਸਮੈਨ ਸੀਗੇ। ਅੱਛਾ। ਉਹਨਾਂ ਦਾ ਆਸ਼ੀਰਵਾਦ ਨਾਲ ਸੀਗਾ। ਉਹਨਾਂ ਦਾ ਸ਼ੁਰੂ ਤੋਂ ਅਸੂਲ ਹੈ ਜੀ, ਹਰ ਐਤਵਾਰ ਨੂੰ ਜਿੰਨੇ ਵੀ EMPLOYEE ਹੈ, ਚਾਹੇ ਅਸੀਂ ਆਪਣੇ ਪੈਸਾ ਬਚੇ ਨਾ ਬਚੇ, ਸਭ ਨੂੰ ਐਤਵਾਰ ਦੇ ਪੈਸੇ ਦੇ ਦੇਣੇ ਆ। ਠੀਕ। ਤਾਂ ਕਿ ਕੋਈ ਬੱਚਾ ਜਿਹੜਾ ਮਿਹਨਤ ਕਰਦਾ ਹੈ, ਜੇ ਉਹਦੀ ਮਿਹਨਤ ਕਸ਼ ਦੀ ਮਿਹਨਤ ਉਹਨਾਂ ਨੂੰ ਆਪਣੇ ਜੇਬ 'ਚ ਨਹੀਂ ਪੈਂਦੀ, ਉਹਨਾਂ ਕੋਲ 2 ਵੀਕ ਬਾਅਦ ਆਇਓ, 3 ਵੀਕ ਬਾਅਦ ਆਇਓ। ਨਹੀਂ ਤਾਂ ਕਈਆਂ ਦਾ ਹੁੰਦਾ, ਉਹਨਾਂ ਕਹਿਣਾ ਲਓ ਜੀ ਤੁਹਾਡੀ ਆਹ ਵੀਕ ਜਿਹੜਾ ਤੁਸੀਂ ਨਵਾਂ ਬੰਦਾ ਰੱਖਿਆ, ਆਹ ਤੁਹਾਡੀ ਟ੍ਰੇਨਿੰਗ ਚਲੀ ਗਈ, ਸਾਡੇ ਕੋਈ ਐਸਾ ਕੰਮ ਸ਼ੁਰੂ ਤੋਂ ਅੱਜ ਤੱਕ ਨਾ ਕੀਤਾ ਨਾ ਲੋੜ ਹੈ। ਜਿਹੜਾ ਬੱਚਾ ਪਹਿਲੇ ਦਿਨ ਤੋਂ ਕੰਮ 'ਤੇ ਆਉਂਦਾ, ਪਹਿਲੇ ਦਿਨ ਤੋਂ ਉਹਦੇ ਪੈਸੇ ਸ਼ੁਰੂ ਹੈ, ਚਾਹੇ ਇੱਕ ਦਿਨ ਲਈ ਕੰਮ 'ਤੇ ਆਇਆ, ਨਹੀਂ ਪਸੰਦ ਚਲਾ ਗਿਆ, ਜਾਂ ਸਾਨੂੰ ਨਹੀਂ ਪਸੰਦ ਆਇਆ ਚਲਾ ਗਿਆ, ਉਹਨੂੰ ਕਹਿੰਦਾ ਸ਼ਾਮ ਨੂੰ ਪੈਸੇ ਲੈ ਲਓ ਅਤੇ ਚਲੇ ਜਾਓ। ਜੇ ਕੰਮ ਕਰ ਰਿਹਾ ਤਾਂ ਉਹਨੂੰ ਹਰ ਹਫਤੇ ਐਤਵਾਰ ਸਾਰਿਆਂ ਨੂੰ ਪੈਸੇ ਟਾਈਮ ਨਾਲ ਮਿਲਣੇ ਚਾਹੀਦੇ, ਤਾਂ ਕਿ ਐਤਵਾਰ ਜਿਹੜੇ 6 ਦਿਨ ਕੰਮ ਕੀਤਾ ਜਾਂ 5 ਦਿਨ ਕੰਮ ਕੀਤਾ ਉਹ ਆਪਣੇ ਪੈਸੇ ਲੈ ਕੇ ਘਰ ਜਾਣ। ਨੰਬਰ 1। ਨੰਬਰ 2, ਜਦੋਂ ਮੈਂ ਦੂਜਾ ਕੰਮ ਸ਼ੁਰੂ ਕੀਤਾ ਕੈਸ਼ ਐਂਡ ਕੈਰੀ ਦਾ, ਮੇਰੇ ਕੋਲ ਪਿੱਛੇ ਦੀ ਜਗ੍ਹਾ ਜਿੱਥੇ ਆਪਾਂ ਭਵਨ ਬਣਾਇਆ, ਜਗ੍ਹਾ ਖਾਲੀ ਸੀਗੀ, ਮੈਂ ਹੁਣ ਬਾਜ਼ਾਰੋਂ ਸਮਾਨ ਲੈਂਦਾ ਹੁੰਦਾ ਸੀਗਾ। ਇੰਡੀਆ ਵੀ ਸਾਡਾ ਕਾਰੋਬਾਰ ਇਹੀ ਸੀ, ਗਰੋਸਰੀ ਦਾ ਕੰਮ ਹੀ ਸੀਗਾ। ਮੈਂ ਸੋਚਿਆ ਇੱਥੋਂ ਜੋ ਕੰਮ ਕਰਦੇ ਪਏ ਪੈਸੇ ਸਮਾਨ ਲੈਣੇ ਤੇ ਬਾਹਰੋਂ ਕੋਈ ਨਾ ਸਮਾਨ ਮੰਗਾਇਆ ਜਾਏ। ਮੈਂ ਇੰਪੋਰਟ ਦਾ ਕੰਮ ਸ਼ੁਰੂ ਕੀਤਾ, ਚਾਈਨਾ ਤੋਂ ਡਿਸਪੋਜ਼ਲ ਮੰਗਾਉਣਾ ਸ਼ੁਰੂ ਕੀਤਾ, ਇੰਡੀਆ ਤੋਂ ਮਸਾਲੇ ਵਗੈਰਾ ਮੰਗਾਉਣੇ ਸ਼ੁਰੂ ਕੀਤੇ। ਉਦੋਂ ਸਾਡਾ ਕੰਮ ਕਾਫੀ ਜਿਹੜਾ ਹੈ ਆਪਣੇ ਵਾਸਤੇ ਮੰਗਾਉਂਦਾ ਹੀ ਸੀਗਾ। ਮੈਂ ਕਿਹਾ ਮੰਗਾਉਣਾ ਤਾਂ ਹੁੰਦਾ ਹੀ ਹੈ ਕਿ ਉਹਨਾਂ ਨਾਲ ਹੋਰ ਲੋਕਾਂ ਵਾਸਤੇ ਕੰਮ ਸ਼ੁਰੂ ਕੀਤਾ ਜਾਏ। ਕੰਮ ਨਾਲ ਰਿਲੇਟਡ ਸੀਗਾ, ਅਸੀਂ ਨਾਲ ਉਹ ਕੈਸ਼ ਐਂਡ ਕੈਰੀ ਦਾ ਕੰਮ ਸ਼ੁਰੂ ਕਰ ਲਿਆ ਪਿਛਲੇ ਪਾਸੇ।
ਫਿਰ ਹੌਲੀ ਹੌਲੀ ਕੰਮ ਵੱਧਦਾ ਨਾਲ ਦੀ ਜਗ੍ਹਾ ਲਈ ਉੱਥੇ ਚਲੇ ਗਏ। ਉਸ ਤੋਂ ਬਾਅਦ ਜਦੋਂ ਪਰਲੀ ਜਗ੍ਹਾ ਜਿੱਥੇ ਹੁਣ ਸਾਡਾ ਕੈਸ਼ ਐਂਡ ਕੈਰੀ ਕੋਈ 60,000 ਸਕੁਅਰ ਫੁੱਟ ਹੈਗਾ, ਉੱਥੇ ਮਹਾਰਾਜ ਨੇ ਕਿਰਪਾ ਕੀਤੀ, ਉੱਥੇ ਕੰਮ ਜੋ ਉਹ ਚੀਜ਼ਾਂ ਲਿਆ ਕੇ ਰੱਖਤੀਆਂ ਇੰਡੀਆ ਤੋਂ ਜਿਹੜੀਆਂ ਇੱਥੇ ਨਹੀਂ ਸੀ ਮਿਲਦੀਆਂ, ਲੋਕਾਂ ਨੇ ਪਸੰਦ ਕੀਤਾ, ਸਾਥ ਦਿੱਤਾ। ਅੱਜ ਮਹਾਰਾਜ ਦੀ ਕਿਰਪਾ ਨਾਲ ਉਹ ਕੰਮ ਤਾਂ ਠੀਕ ਹੈ। ਉਸ ਤੋਂ ਬਾਅਦ ਜਿਵੇਂ ਜਿਵੇਂ ਜਦੋਂ ਤੁਸੀਂ ਸਕਸੈਸ ਹੁੰਦੇ ਤੁਹਾਨੂੰ ਲੋਕ ਨਾਲ ਜੁੜ ਜਾਂਦੇ ਆ ਕਿ ਸਾਨੂੰ ਵੀ ਕੰਮ ਕਦੇ ਸ਼ੁਰੂ ਕਰਾ ਕੇ ਦਿਓ ਜੀ। ਫਿਰ ਮੇਰੇ ਕੋਲ ਕੁੜੀ ਇੱਥੇ ਹੀ ਕੰਮ ਕਰਦੀ ਹੁੰਦੀ ਸੀ, ਇੱਕ ਰਾਜਵੀਰ ਹੈ, ਕੈਲਗਰੀ, ਉਹਨੂੰ ਮੈਂ ਫਿਰ ਸਟੋਰ ਖੋਲ ਕੇ ਦਿੱਤਾ। ਉਹ ਕੈਲਗਰੀ ਹੋਲਸੇਲ ਕੈਸ਼ ਐਂਡ ਕੈਰੀ ਦੇ ਨਾਂ 'ਤੇ ਹੈ। ਨਾਲ ਉਹਨੂੰ ਫਿਰ ਮੈਂ ਕਿਹਾ, ਕਹਿੰਦੀ ਮੇਰੇ ਕੋਲ ਪੈਸੇ ਨਹੀਂ ਹੈਗੇ। ਮੈਂ ਕੋਈ ਗੱਲ ਨਹੀਂ, ਪੈਸੇ ਮੈਂ ਲਾ ਦਿਆਂਗਾ, ਪਰ 50-50 ਕੰਮ ਕਰਾਂਗੇ ਆਪਾਂ। ਠੀਕ ਹੈ। ਮੈਂ ਉਹਨੂੰ ਬਿਨਾਂ ਪੈਸੋਂ ਪਾਰਟਨਰਸ਼ਿਪ ਦੇ ਕੇ 50-50 ਉਹ ਨਾਲ ਕੀਤਾ। ਜੋ ਵੀ ਸਾਡੇ ਜਿੰਨਾ ਕੰਮ ਉਹ ਕਰਦੀ ਉੱਥੇ ਕੁੜੀ, 24 ਸਾਲ ਦੀ ਕੁੜੀ, ਐਂਟਰਪ੍ਰੈਨਿਓਰ ਹੈ, ਘਰ ਆਪਣਾ ਲਿਆ ਹੋਇਆ, ਗੱਡੀ ਆਪਣੀ ਰੱਖੀ, ਉਹ ਚੰਗਾ ਕੰਮ ਕਰ ਰਹੀ ਹੈ। ਦੋਨੇ ਮੁੰਡਾ ਹੈ ਉਹਦਾ, ਮਤਲਬ ਐਜ਼ ਏ ਮੰਗੇਤਰ ਹੈ, ਦੋਨੇ ਬਹੁਤ ਮਿਹਨਤ ਕਰਦੇ ਆ, ਉਹ ਸਟੋਰ ਉਹ ਚਲਾ ਰਹੇ ਆ। ਫਿਰ ਮੈਂ ਇੱਕ ਸਟੋਰ ਵਿਨੀਪੈਗ ਸ਼ੁਰੂ ਕੀਤਾ ਜੀ। ਉੱਥੇ ਸਟਾਫ ਦਾ ਮੇਰੇ ਕੋਲ ਬੰਦਾ ਕੰਮ ਕਰਦਾ ਸੀ, ਉਹਨੇ 3 ਸਾਲ ਮੈਂ ਤੇਰੀ ਲਾਇਲਟੀ ਹੈ, ਤੈਨੂੰ ਸਟੋਰ ਖੋਲ੍ਹ ਕੇ ਦੇਣਾ, ਉਹਨੂੰ ਵਿਨੀਪੈਗ ਸਟੋਰ ਖੋਲ੍ਹ ਕੇ ਦਿੱਤਾ। ਅਤੇ ਉਸ ਤੋਂ ਬਾਅਦ ਹੁਣ ਚੌਥਾ ਸਟੋਰ ਜਿਹੜਾ ਅਸੀਂ ਹੁਣ ਇੱਥੇ ਆਪਣਾ ਖੋਲ੍ਹਿਆ ਹੈਲੀਫੈਕਸ, 4 ਸਟੇਟਾਂ 'ਚ ਹੁਣ ਆਪਣੇ ਸਟੋਰ ਹੈਗੇ ਜੀ। ਔਰ ਸਾਰੇ ਬਹੁਤ ਵਧੀਆ ਮਾਲਕ ਦੀ ਕਿਰਪਾ ਨਾਲ ਰੋਟੀ ਪਾਣੀ ਚਲਾਈ ਜਾਂਦੇ। ਹੁਣ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ, ਹੁਣ ਸਾਰੇ ਕੰਮ ਕਰੀ ਜਾਂਦੇ, ਮੈਂ ਤਾਂ ਵਿਹਲਾ ਰਹਿਣਾ ਜੀ। ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਕਿ ਤੁਸੀਂ ਕੇਵਲ ਆਪਣਾ ਕਾਰੋਬਾਰ ਹੀ ਜਿਹੜਾ ਉਹ ਸਥਾਪਿਤ ਨਹੀਂ ਕੀਤਾ, ਤੁਸੀਂ ਜਿਹੜੇ ਤੁਹਾਡੇ ਸਹਾਇਕ ਸੀਗੇ ਜਾਂ ਤੁਹਾਡੇ ਜਾਣਕਾਰ ਸੀਗੇ, ਹਾਂਜੀ, ਸਮ ਸਾਰਟ ਆਫ ਜਿੱਦਾਂ ਚੇਨ ਹੁੰਦੀ ਹੈਗੀ ਆ, ਉਦਾਂ ਹੀ ਤੁਸੀਂ ਸ਼ੁਰੂ ਕਰ ਲਿਆ ਹੈਗਾ। ਔਰ ਇਹ ਜਿਹੜੀ ਬਰੈਂਪਟਨ ਕੈਸ਼ ਐਂਡ ਕੈਰੀ ਆ, ਇਹਦਾ ਤੁਸੀਂ ਦੱਸਿਆ ਵੀ 60,000 ਸਕੁਅਰ ਫੁੱਟ ਦਾ ਇਹਦਾ ਹੈਗਾ। ਇਹਦੇ ਵਿੱਚ ਕਿਹੜੀਆਂ ਮਤਲਬ ਚੀਜ਼ਾਂ ਉਪਲਬਧ ਕਰਾਉਂਦੇ ਤੁਸੀਂ? ਇਹਦੀ ਸਾਰਾ ਹੀ ਜੋ ਵੀ ਇੰਡੀਆ ਤੋਂ ਤਾਂ ਆਉਂਦਾ ਹੀ ਆਉਂਦਾ, ਚਾਈਨਾ ਤੋਂ ਵੀ ਆਉਂਦਾ, ਤਾਂ ਕਿ ਰੈਸਟੋਰੈਂਟ ਸਪਲਾਈਜ਼ ਤਾਂ ਹੈ ਹੀ ਹੈ, ਪਰ ਨਾਲ ਘਰਾਂ ਦਾ ਸਮਾਨ ਵੀ ਸਾਰਾ ਹੀ ਹੁੰਦਾ ਹੈ। ਘਰ ਦੇ ਵਾਸਤੇ ਕੋਈ ਵੀ ਚੀਜ਼ ਚਾਹੀਦੀ ਹੋਵੇ, ਜਿਵੇਂ ਆਪਣੇ ਬੱਚੇ ਅੱਜ ਕੱਲ੍ਹ ਇੰਡੀਆ ਤੋਂ ਆ ਰਹੇ ਆ, ਉਹਨਾਂ ਨੂੰ ਘਰ ਕਿਸੇ ਭਾਂਡਿਆਂ ਦੀ ਲੋੜ ਹੈ, ਬਿਸਤਰਿਆਂ ਦੀ ਲੋੜ ਹੈ, ਜਾਂ ਕੁਛ ਵੀ, ਕੋਈ ਮਤਲਬ ਯੂ ਨੇਮ ਇਟ ਯੂ ਹੈਵ ਇਟ, ਮਤਲਬ ਕੋਈ ਐਸੀ ਚੀਜ਼ ਨਹੀਂ ਜਿਹੜੀ ਤੁਹਾਨੂੰ ਨਹੀਂ ਮਿਲਦੀ। ਮੈਂ ਕਹਿੰਦਾ ਹੁਣ ਤੁਹਾਨੂੰ ਕੋਈ ਚੀਜ਼ ਨਹੀਂ ਲੈ ਕੇ ਆਉਣ ਦੀ ਲੋੜ ਨਹੀਂ, ਆਪਣੇ ਕੱਪੜੇ ਲੈ ਆਓ। ਈਵਨ ਹੁਣ ਤਾਂ ਸ਼ਰਟਾਂ ਵੀ ਲਿਆ ਕੇ ਰੱਖਦੀਆਂ, ਕੰਬਲ ਵੀ ਲਿਆ ਕੇ ਰੱਖ ਦਿੱਤੇ ਹੈ, ਮਤਲਬ ਕੋਈ ਐਸੀ ਚੀਜ਼ ਨਹੀਂ ਜਿਹੜੀ ਰਹਿਣ ਦਿੱਤੀ ਹੈ। ਸਾਈਕਲ ਬਜ਼ੁਰਗਾਂ ਨੇ ਚਲਾਉਣੇ, ਉਹਨਾਂ ਨੂੰ ਸਾਈਕਲ ਇੱਥੇ ਮਿਲ ਜਾਂਦਾ ਹੈ। ਜਿਹੜੀਆਂ ਆਪਣੀਆਂ ਬੀਬੀਆਂ ਮਸ਼ੀਨ ਚਲਾਉਂਦੀਆਂ, ਇੱਥੇ ਕੱਪੜੇ ਸੀਣ ਵਾਲੀਆਂ ਮਸ਼ੀਨਾਂ ਵੀ ਲਿਆ ਕੇ ਰੱਖ ਦਿੱਤੀਆਂ। ਮਤਲਬ ਕਿ ਕੋਈ ਐਸੀ ਚੀਜ਼ ਨਹੀਂ। ਤੁਸੀਂ ਬੈਡਮਿੰਟਨ ਦਾ ਸਮਾਨ ਲੈਣਾ, ਕ੍ਰਿਕਟ ਦਾ ਬੈਟ ਲੈਣਾ, ਜਾਂ ਕੋਈ ਵੀ, ਮਤਲਬ ਹਰ ਚੀਜ਼, ਜੇ ਤੁਹਾਨੂੰ ਕੀ ਕਹਾਂ, ਹਰ ਚੀਜ਼ ਲੈ ਕੇ ਰੱਖਦੀ। ਇਹਨੂੰ ਪੰਜਾਬੀਆਂ ਦਾ ਕੌਸਕੋ ਕਹਿਣ ਲੱਗ ਪਏ ਹੁਣ ਤਾਂ, ਵੀ ਇਹ ਪੰਜਾਬੀਆਂ ਦਾ ਕੌਸਕੋ, ਜਿੱਥੇ ਵੱਡੀ ਚੀਜ਼ ਤਾਂ ਮਿਲਦੀ, ਵੱਡੇ ਪੈਕਟ ਮਿਲਦੇ ਆ, ਛੋਟੇ ਮਿਲਦੇ, ਨਾਲ ਹਰ ਚੀਜ਼ ਮਿਲ ਜਾਂਦੀ ਹੈ। ਇਸ ਕਰਕੇ ਸਾਡੇ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਵੀ ਹੈ ਔਰ ਖੁਸ਼ੀ ਦੀ ਗੱਲ ਵੀ ਹੈ। ਔਰ ਜਿਹੜਾ ਮਾਰਜਨ ਜਿਹੜਾ ਮੈਂ ਇਹ ਪਹਿਲੇ ਸ਼ਰਤ ਤੋਂ ਰੱਖਿਆ ਸੀ ਕਿ ਮਾਰਜਨ ਮਿਨੀਮਮ ਹੋਵੇ। ਜੇ ਤੁਹਾਡੇ ਕੋਲ ਮਾਰਜਨ ਘੱਟ ਨਹੀਂ ਹੋਵੇ, ਲੋਕ ਤੁਹਾਡੇ ਕੋਲ ਕਿਉਂ ਆਉਣਗੇ, ਆਮ ਸਟੂਡੈਂਟ ਚਲੇ ਜਾਣਗੇ। ਇਸ ਕਰਕੇ ਪ੍ਰੋਫਿਟ ਵਾਲੇ ਪਾਸੇ ਜ਼ਿਆਦਾ ਨਹੀਂ ਜਾਈਦਾ। ਇਹ ਆਖੀ ਦਾ ਸਾਰਿਆਂ ਦੀ ਸਹੂਲਤ ਵਾਸਤੇ ਹਰ ਚੀਜ਼ ਵੀ ਮਿਲ ਜਾਵੇ। ਇਹ ਨਹੀਂ ਮੈਂ ਘਾਟਾ ਪਾ ਕੇ ਚੀਜ਼ ਵੇਚਦਾ, ਘਾਟਾ ਪਾ ਕੇ ਕੋਈ ਨਹੀਂ ਵੇਚਦੇ। ਇਹ ਜ਼ਰੂਰ ਹੈ ਕਿ ਕਮਾਈ ਦਾ, ਪਰ ਉਹਨਾਂ ਨੂੰ ਕਮਾਈ ਦਾ ਜਿੰਨਾ ਕੁ ਚਾਹੀਦਾ ਹੁੰਦਾ ਔਰ ਜਿੰਨਾ ਰੀਜ਼ਨੇਬਲ ਹੁੰਦਾ। ਮੈਂ ਜਿੱਦਾਂ ਪਹਿਲਾਂ ਹੀ ਕਿਹਾ ਸੀਗਾ ਨਾ ਕਿ ਬਾਬੇ ਨੇ ਜਿਹੜਾ ਕਿਹਾ ਨਾ, ਸੱਚ ਵਪਾਰ ਕਰੋ ਵਪਾਰੀ। ਕਿਉਂਕਿ ਜੇ ਤੁਸੀਂ ਘਾਟਾ ਥੋੜੀ, ਮਤਲਬ ਜਿੰਨੇ ਤੁਸੀਂ ਪੈਸੇ ਲਾਉਨੇ ਆ, ਜੇ ਉਹਨੇ 'ਚ ਵੀ ਵੇਚਦੇ ਆ ਤਾਂ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਘਾਟੇ 'ਚ ਵੇਚਣ ਦਾ ਮਤਲਬ ਕੋਈ ਨਹੀਂ। ਪਰੰਤੂ ਇਹ ਆ ਕਿ ਜਿਹੜੀ ਤੁਹਾਡੀ ਪੋਜ਼ਿਟਿਵ ਗੱਲ ਹੈਗੀ ਆ, ਜਿਹੜੀ ਚੰਗੀ ਗੱਲ ਆ, ਜਿਹੜੀ ਬਾਬੇ ਨਾਨਕ ਦੀ ਸਿੱਖਿਆ ਵਾਲੀ ਗੱਲ ਹੈਗੀ ਆ, ਕਿ ਤੁਸੀਂ ਸੱਚ ਵਪਾਰ ਕਰਦੇ ਹੋ ਇਸ ਸੈਂਸ ਦੇ ਵਿੱਚ ਕਿ ਤੁਸੀਂ ਪ੍ਰੋਫਿਟ ਜਿਹੜਾ ਹੈਗਾ, ਮਾਰਜਨ, ਉਹ ਘੱਟ ਰੱਖਦੇ ਹੋ। ਔਰ ਡੈਫੀਨੇਟਲੀ, ਅੱਛਾ ਇੱਕ ਹੋਰ ਮੈਨੂੰ ਗੱਲ ਦੱਸੋ, ਤੁਸੀਂ ਕੋਈ ਪ੍ਰੋਫੈਸ਼ਨਲ ਡਿਗਰੀ ਤਾਂ ਨਹੀਂ ਕੀਤੀ? ਨਹੀਂ ਜੀ, ਜਿਹੜੀ ਈਵਨ ਡਾਕਟਰੀ ਡਿਗਰੀ ਉਹ ਮੇਰੀ ਆਨਰਰੀ ਡਿਗਰੀ ਹੈ। ਕਿਉਂਕਿ ਜਦੋਂ ਤੁਸੀਂ ਕਮਿਊਨਿਟੀ ਵਰਕ ਕਰਦੇ ਹੋ, ਤੁਹਾਨੂੰ ਉਹ ਰੈਕਗਨਾਈਜ਼ ਕਰਦੇ ਆ ਔਰ ਤੁਹਾਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਕਮਿਊਨਿਟੀ ਦੇ ਨਾਲ ਜੁੜ ਕੇ ਸਾਥ ਦਿੰਦੇ ਹੋ, ਚੱਲਦੇ ਹੋ। ਜਿਹੜੀ ਮੇਰੇ ਕੋਲ ਡਾਕਟਰ ਡਿਗਰੀ ਉਹ ਵੀ ਆਨਰਰੀ ਡਿਗਰੀ ਹੈ। ਆਪਣਾ ਮੇਰੇ ਖਿਆਲ ਕੋਈ ਯੂਨੀਵਰਸਿਟੀ ਹੈਗੀ ਅਮਰੀਕਾ ਦੀ, ਉੱਥੋਂ ਦੀ ਹੈ। ਉਹਨਾਂ ਨੇ ਡਾਕਟਰ ਨਾਲ ਲਾਤਾ, ਮੈਨੂੰ ਅਨਪੜ੍ਹ ਨੂੰ ਡਾਕਟਰ ਬਣਾ ਦਿੱਤਾ। ਮੈਨੂੰ ਖੁਸ਼ੀ ਹੁੰਦੀ ਇਸ ਗੱਲ ਦੀ ਵੀ ਚਲੋ ਕਮਿਊਨਿਟੀ ਦਾ ਮਾਣ ਬਖਸ਼ਿਆ ਹੋਇਆ। ਤੁਸੀਂ ਵੇਖੋ ਜੋ ਮਾਣ ਦਿੱਤਾ ਝੋਲੀ 'ਚ। ਤੁਸੀਂ ਡਾਕਟਰ ਇਸ ਸੈਂਸ 'ਚ ਆ, ਮੇਰੇ ਮਨ 'ਚ ਸਵਾਲ ਇਸ ਕਰਕੇ ਆਇਆ ਕਿ ਤੁਸੀਂ ਪੈਟਰੋਲ ਪੰਪ ਤੇ ਕੰਮ ਕਰਦੇ ਕਰਦੇ ਉਹਨਾਂ ਦੀ ਮੁਸ਼ਕਲ ਨੂੰ ਸਮਝ ਕੇ ਦੱਸਿਆ ਤੇ ਤੁਹਾਨੂੰ ਉਹਨਾਂ ਨੇ ਪੈਟਰੋਲ ਪੰਪ ਦੇ ਮਾਲਕ ਬਣਾ ਦਿੱਤਾ। ਇਸੇ ਤਰ੍ਹਾਂ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਐਡਜਸਟ ਕਰਨਾ ਸੀਗਾ ਤਾਂ ਉਹਦੇ ਵਿੱਚ ਤੁਹਾਨੂੰ ਜਿਹੜੀ ਸਲਾਹ ਮਿਲੀ, ਉਹਦੇ ਮੁਤਾਬਕ ਤੁਸੀਂ ਰੈਸਟੋਰੈਂਟ ਬਿਜ਼ਨਸ 'ਚ ਆ ਗਏ। ਮੇਰਾ ਮਤਲਬ ਇਹ ਆ ਕਿ ਜਿਹੜੇ ਪ੍ਰੋਫੈਸ਼ਨਲ ਡਿਗਰੀ ਵਾਲੇ ਹੁੰਦੇ ਆ, ਉਹਨਾਂ ਨੂੰ ਇਹ ਸਿਖਾਇਆ ਜਾਂਦਾ ਨਾ ਕਿ ਬਿਜ਼ਨਸ ਦੇ ਰੂਲ ਕੀ ਆ ਜੀ, ਇਹ ਤੁਸੀਂ ਕਿੱਦਾਂ ਮਤਲਬ ਐਸਟੈਬਲਿਸ਼ ਹੋਣਾ ਹੈਗਾ, ਮੁਲਾਜ਼ਮਾਂ ਨੂੰ ਕਿੱਦਾਂ ਡੀਲ ਕਰਨਾ ਵਗੈਰਾ ਵਗੈਰਾ। ਉਹਨਾਂ ਨੇ HR ਮਤਲਬ ਡਿਪਾਰਟਮੈਂਟ ਰੱਖਿਆ ਹੁੰਦਾ ਹੈਗਾ, ਤੇ ਤੁਸੀਂ ਤਾਂ ਆਲ ਇਨ ਵਨ ਮਤਲਬ ਆਪ ਹੀ ਇਨੀਸ਼ੀਏਟਿਵ ਲਿਆ, ਆਪ ਹੀ ਪੈਟਰੋਲ ਪੰਪ ਚਲਾਇਆ, ਆਪ ਹੀ ਰੈਸਟੋਰੈਂਟ ਸਥਾਪਿਤ ਕੀਤਾ, ਤੇ ਹੁਣ ਆਪ ਹੀ ਇੱਕ ਸਮ ਸਾਰਟ ਆਫ ਜਿੱਦਾਂ ਚੇਨ ਹੁੰਦੀ ਹੈਗੀ ਆ ਕਿ ਹੋਰ 3 ਜਿਹੜੇ ਸ਼ਹਿਰ ਹੈਗੇ ਆ ਕੈਨੇਡਾ ਦੇ, ਉਹਨਾਂ ਦੇ ਵਿੱਚ ਤੁਸੀਂ ਸਥਾਪਿਤ ਕਰ ਦਿੱਤੇ ਹੈਗੇ ਆ। ਮੈਂ ਤਾਂ ਕਰਕੇ ਪੁੱਛਿਆ ਸੀਗਾ ਕਿ
ਤੁਹਾਡੀ ਇੱਕ ਇਨਬਿਲਟ ਸੈਂਸ ਜਿਹੜੀ ਹੈਗੀ ਆ ਬਿਜ਼ਨਸ ਦੀ, ਹਾਂਜੀ। ਉਹ ਕੰਮ ਕਰਦੀ ਹੈਗੀ ਆ ਹਾਂਜੀ, ਹਾਂਜੀ। ਕਿ ਡਿਗਰੀ ਤੁਸੀਂ ਜਿਹੜੀ ਆ ਉਹ ਕੋਈ ਨਹੀਂ ਲਈ। ਨਹੀਂ। ਤੇ ਜਗਜੀਤ ਸਿੰਘ ਜੀ, ਤੁਸੀਂ ਫਿਰ ਇੱਥੇ ਐਸੋਸੀਏਟਡ ਹੋ ਇਹਨਾਂ ਦੇ ਨਾਲ, ਤੇ ਤੁਸੀਂ ਕਿਵੇਂ ਇਹਨਾਂ ਦਾ ਹੱਥ ਵਟਾਉਂਦੇ ਹੋ? ਹੱਥ ਤਾਂ ਬਾਬਾ ਜੀ ਕਰਾਉਣ ਵਾਲੇ ਹੁੰਦੇ ਆ ਜੀ। ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਇਹ ਕੋਈ ਕੰਮ ਕਰਦੇ ਆ ਨਾ, ਮੇਰਾ ਦਿਲ ਕਰਦਾ ਕਿ ਮੈਂ ਭੱਜ ਕੇ ਨਾਲ ਇਹਨਾਂ ਦੇ ਉਹ ਸੇਵਾ ਕਰਾਂ। ਮੈਂ ਤਾਂ ਸਿਰਫ ਤੁਹਾਨੂੰ ਮਤਲਬ ਕਿ ਇਹਨਾਂ ਤੋਂ ਇਨਸਪੀਰੇਸ਼ਨ ਮਿਲਦੀ ਹੈ? ਹਾਂਜੀ, ਬਹੁਤ ਮਿਲਦੀ ਹੈ ਜੀ। ਜਿਹੜੇ ਇਹ ਇੰਨੇ ਮਤਲਬ ਕਿ ਖੁਸ਼ੀ ਨਾਲ ਕੰਮ ਕਰਦੇ ਆ ਨਾ, ਇਹਨਾਂ ਨੂੰ ਹਰ ਵੇਲੇ ਮੈਂ ਜਦੋਂ ਦੇਖਦਾ ਨਾ, ਤੇ ਹਰ ਵੇਲੇ ਇਸ ਤਰ੍ਹਾਂ ਹੁੰਦੇ ਆ ਕਿ ਜਿਵੇਂ ਇਹਨਾਂ ਨੂੰ ਥਕਾਵਟ ਹੀ ਹੈ ਨਹੀਂ ਗੀ। ਇਹ ਦੇਖੋ ਕਥੂਰੀਆ ਸਾਹਿਬ, ਤੁਹਾਡੇ ਲਾਗੇ ਬਹਿਣ ਕਰਕੇ ਤਾਂ ਨਹੀਂ ਏਦਾਂ ਹੋਇਆ ਜੀ। ਮੈਂ ਦੱਸਦਾ, ਇਹ ਰਿਸ਼ਤੇ ਤਾਂ ਮੇਰੇ ਕੁੜਮ ਸਾਹਿਬ ਹੈ। ਮੇਰੀ ਛੋਟੀ ਬੇਟੀ ਨਾਲ ਵਿਆਹੀ ਹੋਈ ਹੈ, ਪਰ ਸਾਡਾ ਰਿਸ਼ਤਾ ਉਹ ਭਰਾਵਾਂ ਵਾਲਾ ਹੈ। ਅਸੀਂ ਭਰਾਵਾਂ ਦੀ ਤਰ੍ਹਾਂ ਸਾਰੇ ਰਹਿੰਦੇ ਹਾਂ, ਭਰਾਵਾਂ ਦੀ ਤਰ੍ਹਾਂ ਬਹਿੰਦੇ ਹਾਂ, ਭਰਾਵਾਂ ਦੀ ਤਰ੍ਹਾਂ ਇਕੱਠੇ ਖਾਣੇ ਪੀਣੇ। ਅੱਜ ਤੱਕ ਸਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਸਾਡੇ ਸੰਧੀ ਹੈ ਜਾਂ ਇਹ ਸਾਡੀ ਕੁੜੀ ਦੇ ਸਹੁਰਾ ਸਾਹਿਬ ਹੈ। ਅੱਜ ਤੱਕ ਨਾ ਹੀ ਦਿਮਾਗ 'ਚ ਕਦੀ ਆਇਆ, ਨਾ ਹੀ ਸੋਚਿਆ। ਭਰਾਵਾਂ ਵੱਧ ਕੇ ਪਿਆਰ ਬਣਿਆ ਹੋਇਆ, ਤੇ ਮਾਰੇ ਇੱਦਾਂ ਪਿਆਰ ਬਣਾਈ ਰੱਖੇ। ਬਸ ਇਹੀ ਆਵਾਸ ਨਾਲ ਅਸੀਂ ਹਰ ਵੇਲੇ ਮਿਲਦੇ ਗਲਦੇ ਰਹੀਦਾ। ਤੁਸੀਂ ਦੇਖਦੇ ਹੋ ਇਹਨਾਂ ਦਾ ਚਿਹਰੇ ਦਾ ਹਾਸਾ ਹੀ ਹੁੰਦਾ, ਇਹਨਾਂ ਦਾ ਹਾਸਾ ਵੇਖ ਕੇ ਅਸੀਂ ਹੱਸਦੇ ਰਹਿੰਦੇ ਹਾਂ। ਤੁਹਾਡਾ ਜਿਹੜਾ ਰੈਸਟੋਰੈਂਟ ਹੈ ਜੀ, ਵਿਲੇਜ ਆਫ ਇੰਡੀਆ, ਹਾਂਜੀ। ਉੱਥੇ ਸਾਨੂੰ ਵੀ ਕਈ ਵਾਰੀ ਜਾਣ ਦਾ ਮੌਕਾ ਮਿਲਿਆ ਆ। ਹਾਂਜੀ। ਤੇ ਉੱਥੇ ਅਸੀਂ ਕਿਸੇ ਨੂੰ ਕਦੀ ਦੱਸਿਆ ਨਹੀਂਗਾ ਕਿ ਕਥੂਰੀਆ ਸਾਹਿਬ ਸਾਡੇ ਵਾਕਬ ਨੇ ਜਾਂ ਤੁਹਾਡੇ ਪਿਤਾ ਜੀ ਸਾਡੇ ਵਾਕਬ ਨੇ। ਉਹਦੇ ਮਤਲਬ ਦੱਸਣ ਤੋਂ ਬਿਨਾਂ ਹੀ ਅਸੀਂ ਇੱਕ ਅਜਨਬੀ ਦੇ ਤੌਰ ਦੇ ਉੱਤੇ ਜਿਹੜਾ ਤੁਹਾਡਾ ਸਟਾਫ ਆ ਉਹਨਾਂ ਕੋਲ ਜਾਂਦੇ ਆ, ਔਰ ਉਹ ਬਹੁਤ ਵਧੀਆ ਡੀਲ ਕਰਦੇ ਹੈਗੇ ਆ। ਇਹ ਤੁਸੀਂ ਉਹਨਾਂ ਨੂੰ ਸਿਖਾਇਆ ਹੈਗਾ ਕਿ ਜਾਂ ਉਹਨਾਂ ਦੀ ਆਪਣੀ ਇੱਕ ਮਤਲਬ ਗੁਣ ਹੈਗਾ? ਨਹੀਂ, ਟ੍ਰੇਨਿੰਗ ਤਾਂ ਥੋੜ੍ਹੀ ਬਹੁਤੀ ਦੇਣੀ ਹੀ ਪੈਂਦੀ ਹੈ ਜਦੋਂ ਬੱਚੇ ਆਉਂਦੇ ਆ, ਨਵੇਂ ਕੰਮ ਕਰਦੇ ਆ। ਕੁੜੀ ਮੈਨੇਜਰ ਹੈਗੀ ਮੇਰੇ ਕੋਲ, ਬਹੁਤ ਸਿਆਣੀ ਕੁੜੀ ਆ, ਅਮਨਦੀਪ ਹਾਂਸ ਹੈ, ਔਰ ਪ੍ਰੈਸ ਰਿਪੋਰਟਰ ਸੀਗੀ ਇੰਡੀਆ, ਔਰ ਬਹੁਤ ਸੋਹਣਾ ਕੰਮ ਕਰਦੀ ਆ। ਔਰ ਉਹ ਜਦੋਂ ਕੋਈ ਅਸੀਂ ਨਵਾਂ ਇੰਪਲੋਈ ਕੋਈ ਵੀ ਆਉਂਦਾ, ਉਹਨੂੰ ਟ੍ਰੇਨਿੰਗ ਆਪਣੀ ਬੜੇ ਪਿਆਰ ਨਾਲ ਦਿੰਦੀ ਵੀ ਆਪਣਾ ਘਰ ਦਾ ਕੰਮ ਹੈਗਾ। ਮੈਂ ਸਾਰਿਆਂ ਨੂੰ ਇਹੀ ਕਹਿਣਾ ਹੁੰਦਾ, ਜੇ ਤਾਂ ਜਿਵੇਂ ਮੇਰੇ ਕੋਲ ਬਾਕੀ ਇੰਪਲੋਈ 2-3 ਸੀਗੇ, ਉਹਨਾਂ 2-3 ਆਪਣੇ ਸਟੋਰ ਬਣ ਗਏ। ਮੈਂ ਜੇ ਤਾਂ ਮਾਲਕ ਬਣ ਕੇ ਕੰਮ ਕਰੋਗੇ, ਕੁਝ ਦਿਨ ਹੋਏਗਾ ਤੁਸੀਂ ਮਾਲਕ ਬਣ ਜਾਓਗੇ। ਜੇ ਤੁਸੀਂ ਨੌਕਰ ਦੀ ਬਿਰਤੀ ਨਾਲ ਕੰਮ ਕਰਨਾ, ਸਾਰੀ ਉਮਰ ਨੌਕਰੀ ਕਰੋਗੇ ਤੇ ਨੌਕਰੀ ਬਣ ਕੇ ਰਹਿ ਜਾਓਗੇ। ਇਸ ਕਰਕੇ ਬਿਰਤੀ ਉਹ ਰੱਖੋ ਕਿ ਤੁਸੀਂ ਮਾਲਕ ਹੋ, ਤੁਹਾਡਾ ਆਪਣਾ ਕੰਮ ਹੈ। ਮੈਨੂੰ ਕੰਪਲੇਂਟ ਨਹੀਂ ਹੋਣੀ ਚਾਹੀਦੀ, ਬਸ ਇੰਨੀ ਉਹਨਾਂ ਨੂੰ ਕਹੀਦੀ। ਹੋਰ ਕਹਿੰਦਾ ਮੈਂ ਕੁਛ ਨਹੀਂ ਉਹਨਾਂ ਨੂੰ। ਉਹ ਬਾਕੀ ਉਹ ਆਪ ਵੀ ਸਾਰੇ ਸਿਆਣੇ ਆ। ਅੱਜ ਕੱਲ੍ਹ ਨਿਆਣਿਆਂ ਨੂੰ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ, ਤੁਹਾਨੂੰ ਸਮਝਾਉਣ ਲੱਗ ਪੈਂਦੇ ਆ। ਇਸ ਕਰਕੇ ਉਹ ਆਪ ਵੀ ਉਸ ਤਰ੍ਹਾਂ ਕੰਮ ਕਰਦੇ। ਪਤਾ ਹੈ ਕਿ ਬਾਹਰ ਮੁਸ਼ਕਿਲ ਹੈ, ਕੰਮਾਂ ਦੀ ਉਹ ਏਡੇ ਵਧੀਆ ਮਿਲਦੇ ਵੀ ਨਹੀਂ ਹੈਗੇ। ਸਾਰੇ ਹੀ ਬੜਾ ਦਿਲ ਲਾਇਕ ਕੰਮ ਕਰਦੇ ਆ। ਉਹਨਾਂ ਨੇ ਵੀ ਕਿਹਾ ਜੇ ਦਿਲ ਲਾਇਕ ਕੰਮ ਕਰਨਗੇ ਤਾਂ ਉੱਤੋਂ ਪੈਸੇ ਉਹਨਾਂ ਦੇ 4 ਵੱਧ ਬਣ ਜਾਂਦੇ ਹੈ। ਇਹ ਸਾਰਿਆਂ ਨੂੰ ਆਪੋ ਆਪਣੀ ਲੱਗਣ ਵੀ ਹੁੰਦੀ ਹੈ, ਔਰ ਮਿਹਨਤ ਕਰਦੇ ਸਾਰੇ ਬੱਚੇ ਇੱਥੇ ਆ ਕੇ। ਸਾਰੇ ਬੱਚੇ ਇੱਕੋ ਜਿਹੇ ਨਹੀਂ, ਕਈ ਹੁੰਦੇ ਵੀ ਇੱਥੇ ਆ ਕੇ ਸਟੂਡੈਂਟ ਮਿਹਨਤ ਨਹੀਂ, ਪਰ ਮੈਂ ਕਹਿੰਦਾ ਮੋਸਟਲੀ ਜਿਹੜੇ ਉਹ ਮਿਹਨਤ ਕਰਦੇ ਆ, ਔਰ ਮਿਹਨਤ ਨੂੰ ਹਮੇਸ਼ਾ ਰੰਗ ਲਿਆਉਂਦੀ ਹੈ। ਮੈਂ ਇਹ ਵੇਖਿਆ ਕਥੂਰੀਆ ਸਾਹਿਬ ਕਿ ਤੁਸੀਂ ਆਪਣੇ ਪਿਤਾ ਜੀ ਦਾ ਬਹੁਤ ਰਿਗਾਰਡ ਕਰਦੇ ਹੋ। ਮਤਲਬ ਜਿਹੜੇ ਫੰਕਸ਼ਨ ਉੱਥੇ ਹੁੰਦੇ ਨੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਰਪ੍ਰਸਤੀ ਆ, ਇੱਕ ਤਾਂ ਨਾਂ ਕਹਿ ਦੀਦਾ ਨਾ ਕਿ ਵੀ ਪਿਤਾ ਜੀ ਦੀ ਸਰਪ੍ਰਸਤੀ ਆ। ਅਸੀਂ ਵੇਖਿਆ ਕਿ ਤੁਸੀਂ ਉਹਨਾਂ ਨੂੰ ਬਕਾਇਦਾ ਫੰਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਾਉਂਦੇ ਹੋ, ਉੱਥੇ ਬੈਠਦੇ ਨੇ, ਔਰ ਇਹ ਵੀ ਸਾਨੂੰ ਚੰਗਾ ਲੱਗਦਾ ਕਿ ਉਹ ਅਜੇ ਵੀ ਬੜਾ ਵਧੀਆ ਗਾ ਲੈਂਦੇ ਨੇ। ਹਾਂਜੀ। ਸੁਲਤਾਨ ਬਾਹੂ ਨੂੰ ਉਹ ਬਹੁਤ ਵਧੀਆ ਪੇਸ਼ ਕਰਦੇ ਆ। ਤੇ ਇਹ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਸਿੱਖਿਆ ਦਿੱਤੀ ਆ ਕਿ ਜਾਂ ਤੁਸੀਂ ਬਤੌਰ ਸੁਪੁੱਤਰ ਸਮਝਦੇ ਹੋ ਵੀ ਮੈਂ ਪਿਤਾ ਜੀ ਦਾ ਰਿਗਾਰਡ ਕਰਾਂ? ਦੇਖੋ, ਇਹ ਤਾਂ ਉਹਨਾਂ ਦਾ ਸਾਰਾ ਦੇਣ ਹੀ ਉਹਨਾਂ ਦੀ ਹੈ, ਸਾਰਾ ਕੁਝ ਉਹਨਾਂ ਦੇ ਨਾਲ ਹੀ ਚੱਲਦਾ ਹੈ ਜੀ। ਅਸੀਂ ਤਾਂ ਜਿਵੇਂ ਜਿਵੇਂ ਸਾਨੂੰ ਕਹਿੰਦੇ ਉਵੇਂ ਕਰੀ ਜਾਂਦੇ ਹਾਂ, ਪਰ ਜਿਹੜੀ ਉਹਨਾਂ ਦੀ ਦੇਣ ਹੈ ਸਾਨੂੰ, ਉਹ ਅਸੀਂ ਦੇਣ ਹੀ ਨਹੀਂ ਦੇ ਸਕਦੇ। ਜੇ ਆਪਾਂ ਗੱਲ ਕਰਨੀ ਹੋਣੀ ਸਾਡੀ ਪੰਜਾਬੀ ਮਾਂ ਬੋਲੀ, ਆਪਾਂ ਕਈ ਜਗ੍ਹਾ ਸੇਵਾ ਕਰਦੇ, ਮੈਂ ਕਹਿੰਦਾ ਹੁਣ ਅਸੀਂ ਪੰਜਾਬੀ ਮਾਂ ਬੋਲੀ ਸੇਵਾ ਕਰ ਹੀ ਨਹੀਂ ਸਕਦੇ। ਅਸੀਂ ਤਾਂ ਪੰਜਾਬੀ ਮਾਂ ਬੋਲੀ ਖੱਟਿਆ ਖਾ ਰਹੇ ਹਾਂ। ਇੱਥੇ ਵੀ ਆਏ ਹਾਂ, ਅੱਜ ਪੰਜਾਬੀ ਬੈਠੇ ਹਾਂ, ਪੰਜਾਬੀ ਕੰਮ ਕਰਦੇ, ਪੰਜਾਬੀ ਖਾਣੇ ਬਣਾਉਂਦੇ ਆ, ਔਰ ਪੰਜਾਬੀਆਂ ਨੂੰ ਖਵਾਉਂਦੇ ਹਾਂ, ਤਾਂ ਪੰਜਾਬੀ ਸਾਨੂੰ ਰੋਟੀ ਦੇ ਰਹੇ ਆ। ਅਸੀਂ ਕਿੱਥੋਂ ਸੇਵਾ ਕਰ ਲੈਣੀ ਪੰਜਾਬੀ ਮਾਂ ਬੋਲੀ ਦੀ? ਅਸੀਂ ਤਾਂ ਕਰਜ਼ ਨਹੀਂ ਦੇ ਸਕਦੇ ਉਹਦਾ। ਅਸੀਂ ਤਾਂ ਕਰਜ਼ ਉਤਾਰਦੇ, ਮਾੜਾ ਮੋਟਾ ਪੰਜਾਬੀ ਮਾਂ ਬੋਲੀ ਜੁੜ ਕੇ ਕੰਮ ਕਰਦੇ ਹਾਂ ਨਾ, ਸਾਨੂੰ ਅਸੀਂ ਥੋੜ੍ਹਾ ਬਹੁਤਾ ਕਰਜ਼ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ 'ਚ ਫਿਰ ਮੈਂ ਮਹਿਸੂਸ ਕਰਦਾ ਕਥੂਰੀਆ ਸਾਹਿਬ ਕਿ ਤੁਸੀਂ ਮਾਪਿਆਂ ਦੇ ਵੀ ਸਰਵਣ ਪੁੱਤਰ ਹੋ, ਤੇ ਤੁਸੀਂ ਪੰਜਾਬੀ ਮਾਂ ਬੋਲੀ ਦੇ ਵੀ ਸਰਵਣ ਪੁੱਤਰ ਹੋ। ਕਿਉਂਕਿ ਜਿਹੜਾ ਪੰਜਾਬੀ ਦਾ ਮੁਹਾਵਰਾ ਆ ਉਹ ਉਸ ਸਰਵਣ ਪੁੱਤਰ ਤੋਂ ਬਣਿਆ ਹੈਗਾ ਜਿਹੜਾ ਆਪਣੇ ਅੰਧੇ ਮਾਂ ਨੂੰ ਤੇ ਬਾਪ ਨੂੰ ਲੈ ਕੇ ਵਹਿੰਗੀ ਦੇ ਵਿੱਚ ਫਿਰਦਾ ਰਿਹਾ, ਔਰ ਉਹਨੇ ਕਹਿੰਦੇ ਆ ਵੀ ਧਰਤੀ ਦਾ ਜਿਹੜਾ ਭ੍ਰਮਣ ਆ, ਧਰਤੀ ਦਾ ਚੱਕਰ ਉਹਨੇ ਲਵਾਇਆ। ਸੋ ਇਹ ਜਿਹੜੀ ਗੱਲ ਹੈਗੀ ਆ, ਮੈਂ ਇਹ ਮਹਿਸੂਸ ਕਰਦਾ ਬਈ ਇਹ ਬਹੁਤ ਵੱਡੀ ਗੱਲ ਹੈਗੀ ਆ। ਪੁੱਤਰ ਹੋਣਾ ਹੀ ਬੜੀ ਵੱਡੀ ਗੱਲ ਆ, ਸੁਪੁੱਤਰ ਹੋਣਾ ਉਸ ਤੋਂ ਵੀ ਵੱਡੀ ਗੱਲ ਆ, ਤੇ ਸਰਵਣ ਪੁੱਤਰ ਹੋਣਾ ਸਭ ਤੋਂ ਵੱਡੀ ਗੱਲ ਹੈਗੀ ਆ। ਔਰ ਜਿਹੜਾ
ਡਾਕਟਰ ਕਥੂਰੀਆ, ਹੁਣ ਡਾਕਟਰ ਮੈਂ ਕਹਾਂਗਾ ਕਿਉਂਕਿ ਤੁਹਾਨੂੰ ਡਿਗਰੀ ਮਿਲੀ ਹੈਗੀ ਆ, ਸੋ ਇਸ ਕਰਕੇ ਹੁਣ ਡਾਕਟਰ ਦਲਬੀਰ ਸਿੰਘ ਕਥੂਰੀਆ ਜਿਹੜੇ ਆ, ਇਹ ਮੈਂ ਕਹਿ ਸਕਦਾ ਬਈ ਸਰਵਣ ਪੁੱਤਰ ਨੇ ਤੇ ਆਪਣੇ ਮਾਪਿਆਂ ਦੀ ਵੀ ਸੇਵਾ ਕਰਦੇ ਆ, ਪੰਜਾਬੀ ਮਾਂ ਬੋਲੀ ਦੀ ਵੀ ਸੇਵਾ ਕਰਦੇ ਆ। ਤੇ ਹੁਣ ਅਸੀਂ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਲੈਂਦੇ ਆ। ਤੇ ਪਿਆਰੇ ਦਰਸ਼ਕੋ, ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਕਥੂਰੀਆ ਸਾਹਿਬ ਨਾਲ ਗੱਲਾਂ ਬਾਤਾਂ ਕਰ ਰਹੇ ਆ, ਨਾਲ ਇਹਨਾਂ ਦੇ ਸਰਦਾਰ ਜਗਜੀਤ ਸਿੰਘ ਅਰੋੜਾ ਨੇ, ਤੇ ਅਸੀਂ ਇਹਨਾਂ ਨਾਲ ਇਹ ਗੱਲਬਾਤ ਜਾਰੀ ਰੱਖਾਂਗੇ। ਹੁਣੇ ਹੀ ਅਸੀਂ ਗਏ ਤੇ ਹੁਣੇ ਹੀ ਆਏ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 905 677 0889 ਤੇ ਕਾਲ ਕਰੋ। ਜੀ ਹਾਂ, 905677 0889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਪਿਆਰੇ ਦਰਸ਼ਕੋ, ਅਸੀਂ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ। ਤੇ ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸਾਂ ਸਰਦਾਰ ਦਲਬੀਰ ਸਿੰਘ ਕਥੂਰੀਆ ਹੋਰਾਂ ਨਾਲ ਤੇ ਸਰਦਾਰ ਜਗਜੀਤ ਸਿੰਘ ਅਰੋੜਾ ਹੋਰਾਂ ਨਾਲ। ਕਥੂਰੀਆ ਸਾਹਿਬ ਨੇ ਜਿਹੜਾ ਇੱਕ ਵਿਲੱਖਣ ਕੰਮ ਕੀਤਾ ਹੈਗਾ, ਉਹ ਬਰੈਂਪਟਨ ਦੇ ਵਿੱਚ ਇੱਕ ਵਿਸ਼ਵ ਪੰਜਾਬੀ ਭਵਨ ਜਿਹੜਾ ਹੈਗਾ ਉਹ ਸਥਾਪਿਤ ਕਰਕੇ ਤੇ ਭਾਈਚਾਰੇ ਨੂੰ ਪੰਜਾਬੀ ਲੈਂਗੁਏਜ ਦੇ ਜਿਹੜੇ ਪਿਆਰੇ ਹਨ, ਸਾਹਿਤਕ ਸੰਸਥਾਵਾਂ ਹਨ, ਸੱਭਿਆਚਾਰਕ ਸੰਸਥਾਵਾਂ ਹਨ, ਉਹਨਾਂ ਨੂੰ ਸਮਰਪਿਤ ਕੀਤਾ ਹੈ। ਔਰ ਇਸ ਦੀ ਬਹੁਤ ਲੋੜ ਸੀ ਕਿਉਂਕਿ ਇੱਥੇ ਸਾਹਿਤਕ ਸੰਸਥਾਵਾਂ ਨੂੰ, ਸੱਭਿਆਚਾਰਕ ਸੰਸਥਾਵਾਂ ਨੂੰ ਕੋਈ ਆਪਣੀ ਬਹਿਣ ਲਈ ਜਗ੍ਹਾ, ਸਿਰ ਢੱਕਣ ਲਈ ਜਗ੍ਹਾ ਨਹੀਂ ਸੀ। ਸੋ ਕਥੂਰੀਆ ਸਾਹਿਬ ਨੇ ਇਹ ਬਹੁਤ ਵੱਡਾ ਉਦਮ ਕੀਤਾ ਆ। ਕਥੂਰੀਆ ਸਾਹਿਬ, ਇਹਦਾ ਜਿਹੜਾ ਖਿਆਲ ਹੈਗਾ ਕਿ ਇੱਥੇ ਪੰਜਾਬੀ ਭਵਨ ਹੋਵੇ, ਇਹ ਤੁਹਾਡੇ ਦਿਮਾਗ 'ਚ ਕਿਵੇਂ ਆਇਆ? ਕਾਲੋ ਸਾਹਿਬ, ਕੰਮ ਤਾਂ ਸਾਰੀਆਂ ਸੰਸਥਾਵਾਂ ਬਹੁਤ ਵਧੀਆ ਕਰ ਰਹੀਆਂ ਨੇ ਜੀ। ਪੰਜਾਬੀ ਮਾਂ ਬੋਲੀ ਵਾਸਤੇ ਬਹੁਤ ਵਧੀਆ ਕੰਮ ਅੱਜ ਦੇ ਨਹੀਂ, ਬਹੁਤ ਚਿਰ ਤੋਂ ਹੋ ਰਹੇ ਨੇ। ਨਾ ਕਿ ਸਿਰਫ ਆਪਣੇ ਟੋਰਾਂਟੋ ਵਿੱਚ ਵੀ, ਵੈਨਕੂਵਰ ਵਿੱਚ ਕੀ, ਸਾਰੇ ਕੈਨੇਡਾ ਵਿੱਚ ਕੀ, ਸਾਰੇ ਭਾਰਤ ਵਿੱਚ ਕੀ, ਸਾਰੇ ਵਿਸ਼ਵ ਦੇ ਵਿੱਚ ਹੀ ਕੰਮ ਚੱਲ ਰਿਹਾ। ਔਰ ਜਦੋਂ ਬਰੈਂਪਟਨ ਦੀ ਗੱਲ ਕਰਦੇ ਸੀ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀ ਕਿ 10 ਸਾਲ ਤੋਂ ਮੈਂ ਕਈ ਸੰਸਥਾਵਾਂ ਨਾਲ ਜੁੜਿਆ ਹੋਇਆ ਸੀਗਾ ਜੀ। ਈਵਨ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀਆਂ ਪਿਛਲੀਆਂ 5-6 ਹੋਈਆਂ, ਉਹਨਾਂ ਵਿੱਚ ਮੈਂ ਐਜ਼ ਏ ਪ੍ਰਧਾਨ ਵੀ ਵਿਚਰਿਆ ਜੀ। ਜਦੋਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਸੀ ਡੇਟ ਰੱਖ ਲੈਂਦੇ ਸੀਗੇ, ਪਹਿਲਾਂ ਡੇਟ ਰੱਖਣ ਤੋਂ ਪਹਿਲਾਂ ਸੋਚਦੇ ਸੀ ਕਿ ਸਾਨੂੰ ਜਗ੍ਹਾ ਕਿੱਥੇ ਮਿਲੇਗੀ, ਫਿਰ ਜਗ੍ਹਾ ਲੱਭਣ ਤੁਰ ਪੈਂਦੇ ਸੀ ਜੀ। ਫਿਰ ਕਦੀ ਕੋਈ ਹਾਲ ਦੇਖੋ ਇੱਥੇ ਜਗ੍ਹਾ ਨਹੀਂ, ਫਿਰ ਕੋਈ ਹਾਲ ਦੇਖੋ, ਫਿਰ ਬਜਟ ਦੇਖਣਾ ਪੈਂਦਾ ਸੀ ਕਿ ਜੇ ਅਸੀਂ ਕੋਈ ਹਾਲ ਕਰਦੇ ਆ ਸਾਡੇ ਪੈਸੇ ਕਿੱਥੋਂ ਆਉਣੇ ਆ, ਪੈਸੇ ਜ਼ਿਆਦਾ ਲੱਗਦੇ ਆ ਕਿ ਉਹਨਾਂ ਕਮਿਊਨਿਟੀ ਹਾਲ ਦੇਖਿਆ ਜਾਵੇ। ਫਿਰ ਕਮਿਊਨਿਟੀ ਹਾਲ ਪਤਾ ਕਰਨਾ ਕਿਹੜਾ ਕਮਿਊਨਿਟੀ ਹਾਲ ਅਵੇਲੇਬਲ ਹੈ, ਕੋਈ ਦੂਰ ਪੈਂਦਾ, ਕੋਈ ਨੇੜੇ ਪੈਂਦਾ, ਚਲੋ ਕਮਿਊਨਿਟੀ ਹਾਲ ਵੀ ਦੇਖ ਲੈਣਾ। ਫਿਰ ਉੱਥੇ ਜਾਣਾ, ਜਦੋਂ ਸਵੇਰੇ ਜਾ ਕੁਰਸੀਆਂ ਇਕੱਠੀਆਂ ਕਰਨੀਆਂ, ਫਿਰ ਸਵੇਰੇ ਬੈਨਰ ਲਾਉਣੇ, ਮਤਲਬ ਬੜਾ ਵੱਡਾ ਮੈਂ ਦੇਖਦਾ ਰਿਹਾ। ਮੈਂ ਚਾਹੁੰਦਾ ਸੀਗਾ, ਮਹਿਸੂਸ ਕਰਦਾ ਸੀ ਕਿਉਂ ਨਾ ਆਪਾਂ ਇੱਕ ਐਡੀ ਵੱਡੀ ਆਪਣੀ ਕਮਿਊਨਿਟੀ ਹੈ ਔਰ ਜੋ ਅਸੀਂ ਕਹਿੰਦੇ ਅਸੀਂ ਸਿੱਖ ਹਾਂ, ਅਸੀਂ ਐਜ਼ ਏ ਪੰਜਾਬੀ ਹੋਣ ਦੇ ਨਾਤੇ ਕਿਉਂ ਨਾ ਆਪਾਂ ਕੋਈ ਨਾ ਕੋਈ ਇਹੋ ਜਿਹਾ ਭਵਨ ਬਣਾਇਆ ਜਾਵੇ, ਜਗ੍ਹਾ ਬਣਾਈ ਜਾਵੇ ਜਿੱਥੇ ਕਮ ਸੇ ਕਮ ਸਾਰੇ ਰਲ ਮਿਲ ਕੇ ਬੈਠ ਸਕੀਏ। ਜਦੋਂ ਰਲ ਮਿਲ ਕੇ ਬੈਠਣ ਦੀ ਗੱਲ ਕਰਦਾ ਸੀ ਤੇ ਕਈ ਸੰਸਥਾਵਾਂ ਜਿਹੜੀਆਂ ਹੁਣ ਉਹ ਬਹਿ ਕੇ ਰਾਜੀ ਨਹੀਂ। ਜਦੋਂ ਮੈਂ ਈਵਨ ਜਿਹੜੀ ਸੰਸਥਾ ਨਾਲ ਮੈਂ ਕੰਮ ਕਰਦਾ ਸੀ ਉਹਨਾਂ ਨੂੰ ਕਹਿਣਾ ਬੜਾ, ਆਪਾਂ 4-5 ਜਿਹੜੇ ਹੈਗੇ ਬਹੁਤ ਆ, ਲੋੜ ਨਹੀਂ ਆਪਾਂ ਨੂੰ ਕਿਸੇ ਹੋਰ ਦੀ ਜੀ। ਜਦੋਂ ਕਹਿਣਾ ਵੀ ਜਦੋਂ ਆਪਾਂ ਕਾਨਫਰੰਸ ਹੀ ਕਰਾਉਣੇ ਆ, ਆਪਣੇ ਸ਼ਹਿਰ ਦਾ ਬੰਦਾ ਤਾਂ ਹੁੰਦਾ ਕੋਈ ਨਹੀਂ, ਤੇ ਫਾਇਦਾ ਕੀ ਇਹਦਾ ਆਊਟਪੁੱਟ ਕੀ ਨਿਕਲਦੀ ਹੈ ਜੀ। ਪੈਸੇ ਵੀ ਖਰਚਦੇ ਆ, ਟਾਈਮ ਵੀ ਲਾਉਣੇ ਆ, ਇੰਡੀਆ ਤੋਂ ਇੰਟੈਲੈਕਚੁਅਲ ਸਾਦੇ ਆ, ਉੱਥੋਂ ਵੀਜ਼ੇ ਲੈ ਕੇ ਆਉਂਦੇ ਆ, ਇੱਥੇ ਆ ਕੇ ਫਾਇਦਾ ਉਹਦਾ ਕੀ ਹੁੰਦਾ ਜੀ। ਮੈਂ ਮਹਿਸੂਸ ਕਰਦਾ ਕਿ ਸਾਨੂੰ ਕੋਈ ਖਾਸ ਫਾਇਦਾ ਨਹੀਂ ਸੀ ਹੁੰਦਾ ਜੀ। ਇਹੋ ਜਿਹੀ ਰੌਣਕ ਮੇਲਾ ਜ਼ਰੂਰ ਹੋ ਜਾਂਦਾ ਸੀ ਕਿ 3 ਦਿਨ ਆਏ, ਕਾਨਫਰੰਸ ਕੀਤੀ, ਉਸ ਤੋਂ ਬਾਅਦ 1-2 ਦਿਨ ਘੁੰਮੇ ਫਿਰੇ, ਬਾਹਰ ਆਟਵਾ ਚਲੇ ਗਏ ਜਾਂ ਇੱਧਰ ਨੂੰ ਚਲੇ ਗਏ, ਤੇ ਉਸ ਤੋਂ ਬਾਅਦ ਸਾਰੇ ਆਪਾਂ ਨੂੰ ਘਰੋਂ ਘਰ ਚਲੇ ਗਏ, ਤੇ ਫਿਰ ਬੈਠ ਕੇ ਫਿਰ ਅਗਲੇ ਸਾਲ ਦੀ ਫਿਰ ਸਲਾਹਾਂ ਸ਼ੁਰੂ ਹੋ ਗਈਆਂ ਜੀ। ਮਤਲਬ ਕਿ ਉਹ 'ਚ ਕੱਢਣ ਪਾਉਣ ਨੂੰ ਮੇਰੇ ਹਿਸਾਬ ਨਾਲ ਤਾਂ ਕੁਝ ਨਹੀਂ ਸੀ ਹੁੰਦਾ। ਠੀਕ ਹੈ। ਮੈਂ ਕਿਹਾ ਜੇਕਰ ਪੰਜਾਬੀ ਮਾਂ ਬੋਲੀ ਵਾਸਤੇ ਕੰਮ ਕਰਨੇ ਆ ਤੇ ਕੁਝ ਇਹੋ ਜਿਹੇ ਕੰਮ ਕੀਤੇ ਜਿਹੜੇ ਪੰਜਾਬੀ ਨੂੰ ਕੋਈ ਦਰਸਾਉਣ, ਉਹਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕੰਮ ਕੀਤੇ ਜਾਣ ਜੀ। ਕਿਤਾਬਾਂ ਅਸੀਂ ਬਣਾਉਂਦੇ ਸੀ, ਲਓ ਜੀ ਕਿਤਾਬ ਬਣਾਤੀ ਜੀ, ਉਹ ਕਿਤਾਬ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਤਾਬ, ਪਰ ਉਹਨਾਂ ਦਾ ਕੋਈ ਐਸੀ ਗੱਲ ਨਹੀਂ ਸੀ ਹੁੰਦੀ। ਪਹਿਲੋਂ ਕਿਤਾਬਾਂ ਵਾਸਤੇ ਅਸੀਂ ਪੈਸੇ ਇਕੱਠੇ ਕਰ ਲੈਣੇ, ਫਿਰ ਉਹੀ ਕਿਤਾਬ ਅਸੀਂ ਮੁੱਲ ਵੇਚਣੀਆਂ। ਮਤਲਬ ਕਿ ਮੈਂ ਥੋੜ੍ਹਾ ਮਹਿਸੂਸ ਕਰਦਾ ਸੀ ਕਿ ਮੈਂ ਇਹਨਾਂ ਚੀਜ਼ਾਂ ਤੋਂ ਬਾਹਰ ਹੋਣਾ ਚਾਹੁੰਦਾ ਸੀ। ਠੀਕ ਹੈ। ਮੈਂ ਇਸ ਕਰਕੇ ਆਪਾਂ ਇੱਕ ਦਿਨ ਮੈਂ ਇੰਡੀਆ ਗਿਆ ਸੀ ਤੇ ਮੈਂ ਹਜ਼ੂਰ ਸਾਹਿਬ ਗਿਆ ਤੇ ਮੇਰੇ ਨਾਲ ਸੋਹਣ ਸਿੰਘ ਗੈਦ ਹੋ ਰਹੀ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿਉਂ ਨਾ ਆਪਾਂ ਆਪਣੀ ਕੋਈ ਸੰਸਥਾ ਬਣਾਈਏ, ਮੈਂ ਚਾਹੁੰਦਾ ਕਿ ਆਪਣਾ ਕੰਮ ਕਰਨਾ ਚਾਹੀਦਾ, ਕੋਈ ਮੈਂ ਕੰਮ ਕਰਨਾ ਚਾਹੁੰਦਾ ਪੰਜਾਬੀ ਵਾਸਤੇ।
ਕਹਿੰਦੇ ਆਪਾਂ ਇੱਥੇ ਅਰਦਾਸ ਕਰ ਦਿੰਦੇ, ਅੱਜ ਹੀ ਕੰਮ ਸ਼ੁਰੂ ਕਰ ਦਿੰਦੇ। ਵਾਹ। ਅਸੀਂ ਹਜ਼ੂਰ ਸਾਹਿਬ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਉੱਥੇ ਬਹਿ ਕੇ ਨਾਂ ਰੱਖਿਆ। ਤੇ ਮੈਂ ਕਿਹਾ ਹੁਣ ਦੱਸੋ ਪੰਜਾਬ 'ਚ ਕਿਹੜਾ ਕੰਮ ਕਰ ਸਕਦਾ। ਮੈਨੂੰ ਕਹਿੰਦੇ ਜੀ ਬਲਵੀਰ ਕੌਰ ਰਾਏਕੋਟੀ ਹੈ, ਕੁੜੀ ਬਹੁਤ ਮਿਹਨਤੀ ਹੈ, ਕਈਆਂ ਸੰਸਥਾਵਾਂ ਨਾਲ ਕੰਮ ਕਰਦੀ, ਮੈਂ ਤੁਹਾਡੀ ਉਹਦੇ ਨਾਲ ਗੱਲ ਕਰਾ ਦੇਣਾ। ਮੈਂ ਜਾਣਦਾ ਵੀ ਨਹੀਂ ਸੀ ਉਹ ਕੁੜੀ ਨੂੰ। ਠੀਕ ਹੈ। ਮੈਂ ਉੱਥੇ ਹਜ਼ੂਰ ਸਾਹਿਬ ਤੋਂ ਉਹਨਾਂ ਨਾਲ ਫੋਨ ਤੇ ਗੱਲ ਕਰਾਈ ਤੇ ਮੈਂ ਉਹਨੂੰ ਬਲਵੀਰ ਨੂੰ ਪੁੱਛਿਆ, ਕਹਿੰਦੀ ਮੈਂ ਤਾਂ ਦਿਲੋਂ ਕੰਮ ਕਰਦੀ ਹਾਂ ਪੰਜਾਬੀ ਦਾ, ਜਿਹੜਾ ਦਿਲੋਂ ਕੰਮ ਕਰਦਾ ਮੈਂ ਉਹਦਾ ਕੰਮ ਕਰਨ ਨੂੰ ਤਿਆਰ ਹਾਂ। ਮੈਂ ਕਿਹਾ ਠੀਕ ਹੈ, ਫਿਰ ਦਿਲੋਂ ਕੰਮ ਕਰ, ਅੱਜ ਤੋਂ ਬਾਅਦ ਤੂੰ ਭਾਰਤ ਦੀ ਪ੍ਰਧਾਨ, ਤੂੰ ਕਰਨਾ ਭਾਰਤ ਜੋ ਕਰਨਾ, ਮੈਂ ਕੈਨੇਡਾ ਬੈਠਾ। ਠੀਕ ਹੈ। ਅਸੀਂ ਦੋਨਾਂ ਨੇ ਰਲ ਮਿਲ ਕੇ ਤੋਂ ਕੰਮ ਸ਼ੁਰੂ ਕੀਤਾ। ਸੋਹਣ ਸਿੰਘ ਗੈਦੂ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਇਹ ਵਿਸ਼ਵ ਪੰਜਾਬੀ ਸਭਾ ਐਸੇ ਸਾਲ ਜਨਵਰੀ ਸ਼ੁਰੂ ਕੀਤੀ ਸੀਗੀ। ਠੀਕ ਹੈ। ਜਿਹਨੂੰ ਕਿ ਅੱਜ 8 ਕੇ 9 ਮਹੀਨੇ ਹੋਏ ਆ। ਔਰ ਫਿਰ ਉਸ ਤੋਂ ਬਾਅਦ ਅਸੀਂ ਕਾਫੀ ਪ੍ਰੋਗਰਾਮ ਉਲੀਕੇ, ਈਵਨ ਪੰਜਾਬ ਦੇ ਵਿੱਚ ਵੀ ਦਸਤਾਰਬੰਦੀ ਕੀਤੀ, ਇੱਥੇ ਦਸਤਾਰ ਸਮਾਗਮ ਜਿਹੜੇ ਆ ਉਹ ਕੀਤੇ। ਕਾਫੀ ਪ੍ਰੋਗਰਾਮ ਅਸੀਂ 6-7 ਪ੍ਰੋਗਰਾਮ ਕਰ ਚੁੱਕੇ ਹਾਂ। ਫਿਰ ਉਸ ਤੋਂ ਬਾਅਦ ਇਵੇਂ ਜਦੋਂ ਬੰਦਾ ਕਰਦਾ ਉਤਸ਼ਾਹ ਵੱਧਦਾ, ਜਦੋਂ ਤੁਹਾਨੂੰ ਲੋਕ ਸਾਥ ਦਿੰਦੇ ਆ, ਤੁਹਾਨੂੰ ਉਤਸ਼ਾਹ ਹੋਰ ਮਿਲਦਾ। ਮਿਲਦਿਆਂ ਮੈਂ ਕਿਹਾ ਜੋ ਅਗਲੀ ਕਾਨਫਰੰਸ ਆਏਗੀ ਫਿਰ ਅਸੀਂ ਵੀ ਕੀ ਕਰਾਂਗੇ, ਸਾਨੂੰ ਤਾਂ ਕੁਝ ਕਰਨਾ ਹੀ ਪੈਣਾ ਜੀ। ਫਿਰ ਮੈਂ ਸੋਚਿਆ ਮੇਰੇ ਕੋਲ ਜਗ੍ਹਾ ਸੀਗੀ ਪਿੱਛੇ, ਹਾਲਾਂਕਿ ਜਗ੍ਹਾ ਮੈਂ ਦਿੱਤੀ ਹੋਈ ਸੀ ਚਰਚ ਨੂੰ ਕਿਰਾਏ ਦੇ ਉੱਤੇ। ਅੱਛਾ। ਔਰ $10,000 ਮੈਨੂੰ ਮਹੀਨੇ ਦਾ ਚਰਚ ਵਾਲੇ ਕਿਰਾਇਆ ਦਿੰਦੇ ਸੀਗੇ। ਠੀਕ ਹੈ। ਮੈਂ ਸੋਚਿਆ ਬਾਹਰ ਜਗ੍ਹਾ ਲੈਣ ਨਾਲੋਂ, ਕਿਉਂਕਿ ਕਮਿਊਨਿਟੀ ਕੋਲ ਮੈਂ ਨਹੀਂ ਚਾਹੁੰਦਾ ਕੱਲ ਨੂੰ ਕੋਈ ਮੇਰੇ ਤੇ ਕੋਈ ਇਲਜ਼ਾਮ ਆਵੇ, ਲਓ ਜੀ ਪੈਸੇ ਇਕੱਠੇ ਕਰਦੇ ਆ, ਆਪਣਾ ਭਵਨ ਬਣਾ ਲਿਆ, ਉਹ ਕਰ ਲਿਆ। ਮੈਂ ਕਿਹਾ ਨਹੀਂ, ਮੈਨੂੰ ਇਹ ਚਾਹੀਦਾ ਨਹੀਂ। ਮੇਰਾ ਦਿਲੀ ਸ਼ੌਂਕ ਸੀਗਾ ਕਿ ਆਪਣਾ ਘਰ ਜ਼ਰੂਰ ਹੋਣਾ ਚਾਹੀਦਾ ਕੋਈ ਨਾ ਕੋਈ, ਆਪਣੀ ਕਮਿਊਨਿਟੀ ਦਾ, ਆਪਣੀ ਪੰਜਾਬੀ ਮਾਂ ਬੋਲੀ ਵਾਸਤੇ, ਪ੍ਰਚਾਰ ਤੇ ਪ੍ਰਸਾਰ ਵਾਸਤੇ। ਫਿਰ ਮੈਂ ਉਹਨਾਂ ਨੂੰ ਪੁੱਛਿਆ ਚਰਚ ਵਾਲਿਆਂ ਨੂੰ, ਮੈਂ ਕਿਹਾ ਜੀ ਤੁਸੀਂ ਮੈਨੂੰ ਚਰਚ ਦੀ ਜਗ੍ਹਾ ਖਾਲੀ ਕਰ ਦਿਓ। ਕਹਿੰਦੇ ਸਾਡਾ 1.5 ਸਾਲ ਬਾਕੀ ਰਹਿੰਦਾ। ਤੇ ਮੈਂ ਕਿਹਾ 1.5 ਸਾਲ ਬਾਅਦ ਤੁਸੀਂ ਜਗ੍ਹਾ ਲੱਭੋਗੇ, ਇਹ ਤਾਂ ਤੁਹਾਨੂੰ ਮੈਂ ਦੇਣੀ ਨਹੀਂ ਹੋਣਗਾ, ਕਿਉਂਕਿ ਮੇਰਾ ਆਪਣਾ ਵਿਚਾਰ ਬਣ ਗਿਆ, ਮੈਂ ਭਵਨ ਬਣਾਉਣਾ। ਠੀਕ ਹੈ। ਜੇ 1.5 ਸਾਲ ਬਾਅਦ ਜਗ੍ਹਾ ਲੱਭੋਗੇ ਤੁਹਾਨੂੰ ਮਹਿੰਗੀ ਮਿਲੇਗੀ, ਲੈਣੀ ਤੁਸੀਂ ਕਿਰਾਏ ਤੇ ਹੀ ਹੈ। ਕਿਉਂਕਿ ਤੁਸੀਂ ਅੱਜ ਉਹ ਕਿਰਾਏ ਜਗ੍ਹਾ ਹੋਰ ਦੇਖ ਲਓ, ਇਹ ਜਗ੍ਹਾ ਛੱਡ ਦਿਓ। ਕਹਿੰਦੇ ਅਸੀਂ ਤਾਂ ਪੈਸੇ ਲਾ ਕੇ ਜਗ੍ਹਾ ਬਣਾਈ ਹੈ। ਮੈਂ ਤੁਹਾਡੇ ਕਿੰਨੇ ਪੈਸੇ ਲੱਗੇ ਨੇ? ਕਹਿੰਦੇ ਸਾਡਾ $1,40,000 ਉੱਤੇ ਲਾਇਆ ਸੀ ਬਣਾਉਣ ਤੇ। ਮੈਂ ਤੁਸੀਂ $1,40,000 ਲੈ ਕੇ ਛੱਡ ਦਿਓ। ਕਹਿੰਦੇ ਠੀਕ ਹੈ ਅਸੀਂ ਚਲੇ ਜਾਓ। ਮੈਂ ਤੁਸੀਂ $1,40,000 ਲੈ ਲਓ, ਤੁਸੀਂ ਜਗ੍ਹਾ ਦੇ ਦਿਓ। ਉਹਨਾਂ ਨੇ ਸਾਨੂੰ 30 ਦਿਨ ਦੇ ਦਿਓ, ਅਸੀਂ ਜਗ੍ਹਾ ਦੇਖ ਲੈਣਾ। 30 ਦਿਨ ਦਾ ਨੋਟਿਸ ਦੇ ਕੇ ਮੈਨੂੰ ਉਹਨੇ ਜਗ੍ਹਾ ਖਾਲੀ ਕਰਤੀ ਤੇ ਮੈਂ ਉਸ ਨੂੰ ਫਿਰ ਨਾਂ ਦਿੱਤਾ ਵਿਸ਼ਵ ਪੰਜਾਬੀ ਭਵਨ ਦਾ। ਔਰ ਮੇਰਾ ਖਿਆਲ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਸੀਗੀ, ਮੈਨੂੰ ਬੜੀ ਪਸੰਦ ਸੀ। ਈਵਨ ਮੈਂ ਉਹਨੂੰ ਕਿਹਾ ਤੁਸੀਂ ਜਿਹੜੇ ਜੋ ਵੀ ਲੱਗਾ ਸਮਾਨ ਵਿੱਚ ਹੀ ਰਹਿਣ ਦਿਓ, ਤੁਸੀਂ ਉਹਦੇ ਪੈਸੇ ਲਓ, ਤੁਸੀਂ ਜਾਓ। ਉਹ ਸਾਰਾ ਸਮਾਨ ਵਿੱਚ ਜਿਹੜੇ ਚਲੇ ਗਏ ਤੇ ਅਸੀਂ ਮਹਾਰਾਜ ਦੀ ਕਿਰਪਾ ਨਾਲ ਪੰਜਾਬੀਆਂ ਦੀ ਬੱਲੇ ਬੱਲੇ ਹੋ ਗਈ। ਸੋ ਪਹਿਲਾਂ ਜੀ ਵਿਸ਼ਵ ਪੰਜਾਬੀ ਸਭਾ ਜਿਹੜਾ ਉਹ ਤੁਹਾਡਾ ਆਈਡੀਆ ਬਣਿਆ, ਉਹ ਤੁਸੀਂ ਜਨਵਰੀ 'ਚ ਸਥਾਪਿਤ ਕੀਤੀ ਤੇ ਰਜਿਸਟਰ ਕਰਾ ਲਈ। ਔਰ ਉਸ ਤੋਂ ਬਾਅਦ ਫਿਰ ਤੁਸੀਂ ਕਿਹਾ ਵੀ ਹੁਣ ਵਿਸ਼ਵ ਪੰਜਾਬੀ ਭਵਨ ਵੀ ਜਿਹੜਾ ਉਹ ਚਾਹੀਦਾ ਜ਼ਰੂਰ। ਪਿਆਰੇ ਦਰਸ਼ਕੋ, ਇੱਥੇ ਦੱਸਣਾ ਵਾਜਬ ਹੋਏਗਾ ਕਿ ਜਿਹੜਾ ਵਿਸ਼ਵ ਪੰਜਾਬੀ ਭਵਨ ਕਥੂਰੀਆ ਸਾਹਿਬ ਨੇ ਬਣਾਇਆ, ਉਹ ਤੁਹਾਨੂੰ ਜੇ ਮੌਕਾ ਮਿਲੇ ਤਾਂ ਤੁਸੀਂ ਜ਼ਰੂਰ ਦੇਖੋ। ਉੱਥੇ ਹੁਣ ਤੱਕ 10 ਕੁ ਫੰਕਸ਼ਨ ਜਿਹੜੇ ਆ ਉਹ ਹੋ ਚੁੱਕੇ ਨੇ ਔਰ ਬੜੀ ਕਾਮਯਾਬੀ ਨਾਲ ਉਹਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਕਿ ਜੋ ਇਨਫਰਾਸਟ੍ਰਕਚਰ ਲੱਗਿਆ ਸੀਗਾ ਉਹ ਸਾਰੇ ਦਾ ਸਾਰਾ ਇਹਨਾਂ ਨੇ, ਜਦੋਂ ਇਹਨਾਂ ਨੇ $1.5 ਲੱਖ ਦੇ ਕਰੀਬ ਡਾਲਰ ਜਿਹੜਾ ਉਹ ਦੇਤਾ ਤੇ ਫਿਰ ਬਾਕੀ ਗੱਲ ਤਾਂ ਕੋਈ ਰਹਿ ਨਾ ਗਈ। ਤੇ ਉੱਥੇ ਬਹੁਤ ਵਧੀਆ, ਮਤਲਬ ਇੱਕ ਤਾਂ ਟਿਕਾਣੇ ਤੇ ਆ, 114 ਕੈਨੇਡੀ ਰੋਡ ਦੇ ਉੱਤੇ ਆ। ਔਰ ਉਹਦਾ ਜਿਹੜੀ ਲੋਕੇਸ਼ਨ ਹੈਗੀ ਆ, ਲੋਕੇਸ਼ਨ ਤਾਂ ਵਧੀਆ ਹੈਗੀ ਆ, ਉਹਦੇ ਨਾਲ ਜਿਹੜੀ ਉਹਦੀ ਦੱਖ ਹੈਗੀ ਆ ਉਹ ਵੀ ਬਹੁਤ ਵਧੀਆ ਹੈ, ਪਿੱਛੇ ਪਾਰਕਿੰਗ ਬਹੁਤ ਵਧੀਆ। ਸੋ ਕਥੂਰੀਆ ਸਾਹਿਬ ਇਹਦੇ ਲਈ ਜਿਹੜਾ ਭਾਈਚਾਰਾ ਆ ਉਹ ਤੁਹਾਡਾ ਬਹੁਤ ਕ੍ਰਿਤਗਤਾ ਮਹਿਸੂਸ ਕਰਦਾ ਹੈਗਾ ਕਿ ਕਥੂਰੀਆ ਸਾਹਿਬ, ਕਿਉਂਕਿ ਪਹਿਲਾਂ ਇੱਕ ਛੋਟਾ ਜਿਹਾ ਇੱਥੇ ਪੰਜਾਬ ਭਵਨ ਬਣਾਇਆ ਸੀਗਾ ਕਿਸੇ ਵਕੀਲ ਨੇ, ਉਹ ਛੇਤੀ ਥੱਕ ਗਿਆ ਤੇ ਫਿਰ ਇੱਕ ਹੋਰ ਵਕੀਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਉਹਨਾਂ ਨੇ ਆਪਣੀ ਜਗ੍ਹਾ ਜਿਹੜੀ ਆ ਉਹ ਵੀ ਆਫਰ ਕੀਤੀ ਹੈਗੀ ਆ। ਪਰੰਤੂ ਜੋ ਸਹੂਲਤ ਜਿਹੜੀ ਆ ਉਹ ਕਥੂਰੀਆ ਸਾਹਿਬ ਨੇ ਜਿਹੜਾ ਭਵਨ ਬਣਾਇਆ ਹੈਗਾ ਉਹਦੇ ਵਿੱਚ ਆ, ਉਹ ਹੋਰ ਕਿਤੇ ਹੈ ਨਹੀਂ। ਤੇ ਤੁਸੀਂ ਜਗਜੀਤ ਸਿੰਘ ਜੀ ਇਹਨਾਂ ਨਾਲ ਭਵਨ ਦੇ ਵਿੱਚ ਐਸੋਸੀਏਟ ਕਿਵੇਂ ਕਰਦੇ ਹੋ? ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਇੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਵਾ ਤੇ ਵੀਰ ਜੀ ਦਾ, ਦਲਵੀਰ ਜੀ ਦਾ, ਉਹਨਾਂ ਦਾ ਸਾਥ ਹੁੰਦਾ ਵਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ। ਇਹਨਾਂ ਨੇ ਤਾਂ ਨਾਲ ਚਾਹ ਪਾਣੀ ਵੀ ਨਾਲ ਸੇਵਾ ਕਰਦੇ ਆ ਤੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ। ਮੈਂ ਕਹਿੰਦਾ ਮੈਂ ਚਾਹ ਪਾਣੀ ਮੈਂ ਵਰਤਾਵਾਂ ਅੱਗੇ ਹੋ ਕੇ। ਇਹ ਤੇ ਬਹੁਤ ਵਧੀਆ ਖਿਆਲ ਹੈ ਜੀ, ਉਹਨਾਂ ਦਾ ਪ੍ਰਭਾਵ ਤੁਹਾਡੇ ਤੇ ਪਿਆ ਹੈਗਾ। ਜਿਹੜੀ ਨੇਕੀ ਉਹ ਕਰਦੇ ਆ ਉਹ ਤੁਸੀਂ ਵੀ ਸਿੱਖ ਲਈ ਹੈਗੀ ਆ। ਥੈਂਕ ਯੂ। ਕਥੂਰੀਆ ਸਾਹਿਬ, ਤੁਸੀਂ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਈ, ਉਹਦਾ ਖਿਆਲ ਕਿਵੇਂ ਆਇਆ? ਚੰਡੀਗੜ੍ਹ ਯੂਨੀਵਰਸਿਟੀ ਨਾਲ ਮੇਰਾ ਖਿਆਲ ਕੋਲੈਬੋਰੇਸ਼ਨ ਨਾਲ ਤੁਸੀਂ ਕੀਤੀ ਸੀਗੀ ਉਹ? ਨਹੀਂ, ਮੈਂ ਅਜੇ ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਕੋਈ ਨਹੀਂ ਕਰਵਾਈ। ਅੱਛਾ ਜੀ। ਓਨਟਾਰੀਓ ਫਰੈਂਡਸ ਕਲੱਬ ਦੀ ਜੋ ਕਾਨਫਰੰਸ ਸੀਗੀ ਜਿਹੜੀ ਚੰਡੀਗੜ੍ਹ ਕੋਲੈਬੋਰੇਸ਼ਨ ਦੇ ਨਾਲ, ਮੈਂ ਉਹਨਾਂ ਦਾ ਸਹਿਯੋਗੀ ਸੀ। ਠੀਕ ਹੈ। ਜਦੋਂ ਅਖੀਰ ਵਿੱਚ ਜਾ ਕੇ ਕੰਗ ਸਾਹਿਬ ਨੇ ਥੋੜਾ ਦਿਲ ਛੱਡਦੇ ਸੀਗੇ ਕਿ ਨਹੀਂ ਮੇਰੇ ਕੋਲ ਕਾਨਫਰੰਸ ਹੋਣੀ ਨਹੀਂ, ਤੁਸੀਂ ਮੇਰਾ ਸਾਥ ਦਿਓ, ਤੇ ਮੈਂ ਕਿਹਾ ਤੁਸੀਂ ਹੁਣ ਦਿਲ ਨਾ ਛੱਡੋ, ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਕਰਾ ਲੈਂਦੇ ਹਾਂ। ਮੈਂ ਉਹਨਾਂ ਦਾ ਸਹਿਯੋਗੀ ਸੀਗਾ, ਪਰ ਮੈਂ ਆਪਣੀ ਅਜੇ ਵਿਸ਼ਵ ਪੰਜਾਬੀ ਸਭਾ ਦੀ ਕੋਈ ਕਾਨਫਰੰਸ ਨਹੀਂ ਕਰਾਈ। ਵਿਸ਼ਵ ਪੰਜਾਬੀ ਸਭਾ ਸਾਡੀ ਪਹਿਲੀ ਕਾਨਫਰੰਸ ਜਿਹੜੀ ਦੁਬਈ 'ਚ ਹੋ ਰਹੀ ਹੈ, ਜਿਹੜੀ 28
29 ਸਤੰਬਰ ਤੇ 30 ਸਤੰਬਰ ਤੇ 1 ਅਕਤੂਬਰ ਨੂੰ ਹੋਏਗੀ। ਇਹ ਸਾਡੀ ਵਿਸ਼ਵ ਪੰਜਾਬੀ ਸਭਾ ਦੀ ਪਹਿਲੀ ਕਾਨਫਰੰਸ ਹੈ। ਔਰ ਸਾਨੂੰ ਜਿਹੜਾ ਤੁਹਾਨੂੰ ਮੈਂ ਦੱਸ ਦਿਆਂ, ਤੁਹਾਡੇ ਬੜੇ ਪਿਆਰੇ ਮਿੱਤਰ ਹੈ ਗੁਰਭਜਨ ਸਿੰਘ ਹੋਰੀ, ਗੁਰਭਜਨ ਸਿੰਘ ਗਿੱਲ ਜੀ, ਜਿਹੜਾ ਵਿਸ਼ਵ ਪੰਜਾਬੀ ਭਵਨ ਦਾ ਨੇ ਉਹਨਾਂ ਦਾ ਸੁਪਨਾ ਸੀ। ਕਹਿੰਦੇ ਦਲਵੀਰ ਮੇਰੀ ਸੁਣ ਗੱਲ, ਤੂੰ ਆਪਣੀ ਸਭਾ ਤਾਂ ਬਣਾ ਲਈ ਹੈ, ਜਿਹੜੇ ਤੇਰੇ ਪਹਿਲੇ ਬੰਦੇ ਤੂੰ ਨਾਲ ਲੱਗਾ ਸੀ, ਮੈਂ ਤਾਂ ਹੀ ਤੈਨੂੰ ਜ਼ਿਆਦਾ ਨਹੀਂ ਸੀ ਕਹਿੰਦਾ ਹੁੰਦਾ ਕਿ ਮੈਂ ਥੋੜ੍ਹਾ ਜਿਹਾ ਪਿੱਛੇ ਰਹਿ ਕੇ ਖੁਸ਼ ਸੀਗਾ। ਹੁਣ ਤੂੰ ਆਪਣੀ ਸਭਾ ਬਣਾਈ ਤੇ ਹੁਣ ਕਿਉਂ ਨਹੀਂ ਭਵਨ ਬਣਾਉਂਦੇ ਆਪਾਂ, ਤੂੰ ਬਣਾ ਸਕਦਾ। ਇਹ ਉਹਨਾਂ ਦੀ ਹੱਲਾਸ਼ੇਰੀ ਸੀਗੀ। ਉਹਨਾਂ ਕਹਿੰਦੇ ਜਦੋਂ ਸਰੀ ਵਿੱਚ ਸੁਖੀ ਬਾਠ ਉਹਨਾਂ ਨੇ ਭਵਨ ਬਣਾਇਆ ਉਦੋਂ ਮੈਂ ਗਿਆ ਵੀ ਸੀਗਾ, ਤੇ ਤੂੰ ਬਣਾ ਮੈਂ ਤੇਰੇ ਕੋਲ ਵੀ ਆਵਾਂਗਾ। ਤੇ ਇਹ ਸਾਰੀ ਉਹਨਾਂ ਦੀ ਹੱਲਾਸ਼ੇਰੀ ਨਾਲ ਸਾਰਾ ਕੰਮ ਹੋਇਆ ਜੀ। ਵਿਸ਼ਵ ਪੰਜਾਬੀ ਭਵਨ ਮੈਂ ਇੱਕ ਕਿਸਮ ਦਾ ਗਿਣਦਾ, ਸਾਡੇ ਸਰਪ੍ਰਸਤ ਹੈ ਗੁਰਭਜਨ ਸਿੰਘ ਗਿੱਲ ਹੋਰੀ, ਔਰ ਇਹ ਉਹਨਾਂ ਦੀ ਦੇਣ ਹੈ ਸਾਡੀ ਕਮਿਊਨਿਟੀ ਨੂੰ ਕਿ ਉਹਨਾਂ ਨੇ ਹੱਲਾਸ਼ੇਰੀ ਦੇ ਕੇ ਵਿਸ਼ਵ ਪੰਜਾਬੀ ਭਵਨ ਜਿਹੜਾ ਹੈ ਟੋਰਾਂਟੋ ਵਿੱਚ ਸਥਾਪਿਤ ਕਰਵਾਇਆ ਹੈ। ਕੀਤਾ ਮੈਂ, ਕਰਵਾਇਆ ਉਹਨਾਂ ਨੇ ਹੈ, ਕਿਉਂਕਿ ਜਦੋਂ ਤੁਹਾਨੂੰ ਕੋਈ ਹੱਲਾਸ਼ੇਰੀ ਦੇਣ ਵਾਲਾ ਹੁੰਦਾ ਨਾ ਕੰਮ ਤਾਂ ਹੀ ਹੁੰਦਾ। ਇਹ ਸਾਰੀ ਉਹਨਾਂ ਦੀ ਹੱਲਾਸ਼ੇਰੀ ਜਿਹੜੀ ਅਸੀਂ ਵਿਸ਼ਵ ਪੰਜਾਬੀ ਭਵਨ ਟੋਰਾਂਟੋ ਵਿੱਚ ਸਥਾਪਿਤ ਕਰ ਚੁੱਕੇ ਹਾਂ। ਔਰ ਸੁਖੀ ਬਾਠ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਉੱਥੇ ਵੈਨਕੂਵਰ ਦੇ ਵਿੱਚ। ਉਹਨਾਂ ਨੇ ਸਭ ਤੋਂ ਪਹਿਲਾਂ ਭਵਨ ਤਾਂ ਉਹਨਾਂ ਨੇ ਬਣਾਇਆ, ਔਰ ਹਰ ਸਾਲ ਕਾਨਫਰੰਸ ਵੀ ਕਰਾਉਂਦੇ ਔਰ ਆਪਣੀ ਜਗ੍ਹਾ 'ਤੇ ਕਰਾਉਂਦੇ, ਬੜਾ ਮਜ਼ਾ ਆਉਂਦਾ। ਉਸੇ ਚੀਜ਼ ਨੂੰ ਸੋਚ ਕੇ ਅਸੀਂ ਇਹ ਬਣਾਇਆ ਕਿ ਅਸੀਂ ਜਿਹੜੀ ਦੂਜੀ ਕਾਨਫਰੰਸ ਸਾਡੀ ਹੋ ਰਹੀ ਹੈ 28, 29, 30 ਜੂਨ ਨੂੰ, ਉਹ ਆਪਾਂ ਇੱਥੇ ਕਰਾਵਾਂਗੇ। ਹੁਣ ਜਿਹੜੀ ਇੱਥੇ ਵਿਸ਼ਵ ਪੰਜਾਬੀ ਕਾਨਫਰੰਸ ਵੱਲੋਂ ਬਰੈਂਪਟਨ ਕਾਨਫਰੰਸ ਤੁਸੀਂ ਸਤੰਬਰ ਦੇ ਵਿੱਚ ਦੁਬਈ 'ਚ ਕਰਾਓਗੇ। ਹੁਣ ਪਹਿਲੇ ਤਾਂ ਸਾਡਾ ਉੱਥੇ ਪ੍ਰੋਗਰਾਮ ਜਿਹੜਾ ਬਣਿਆ ਜੀ ਪੰਜਾਬੀ ਮਾਂ ਬੋਲੀ ਜਾਗਰੂਕਤਾ ਰੈਲੀ, ਜਿਹਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਅੱਜ ਪੰਜਾਬੀ ਦੀ ਲੋੜ ਜਿਹੜੀ ਨਾ ਸਾਨੂੰ ਅਜੇ ਸ਼ਾਇਦ ਘੱਟ ਹੋਵੇ, ਪੰਜਾਬ ਦੇ ਵਿੱਚ ਜ਼ਿਆਦਾ ਲੋੜ ਹੈ। ਕਥੂਰੀਆ ਜੀ ਉਹਦੇ ਵੱਲ ਮੈਂ ਬਾਅਦ ਚ ਆਉਣਾ ਆ। ਤੁਹਾਡੀ ਜਿਹੜੀ ਤੁਸੀਂ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾ ਰਹੇ ਹੋ ਉਹ ਦੁਬਈ 'ਚ ਕਰਾ ਰਹੇ ਹੋ, ਦੁਬਈ 'ਚ ਹੋ ਰਹੀ ਹੈ, ਤੇ ਜਿਹੜੀ ਦੂਸਰੀ ਆ ਉਹ ਤੁਸੀਂ ਜੂਨ ਦੇ ਵਿੱਚ ਯਾਨੀ ਜੂਨ 2024 ਦੇ ਵਿੱਚ 29 ਜੂਨ 2024 ਨੂੰ ਇੱਥੇ ਬਰੈਂਪਟਨ 'ਚ ਹੋਏਗੀ ਜੀ। ਤੇ ਇਹ ਬੜੀ ਚੰਗੀ ਗੱਲ ਮੈਨੂੰ ਘੱਟੋ ਘੱਟ ਲੱਗਦੀ ਆ ਕਿ ਮੈਂ ਤਾਂ ਇਹ ਸਮਝਦਾ ਸੀਗਾ ਕਿ ਉਹ ਕਾਨਫਰੰਸ ਜਿਹੜੀ ਰਵਿੰਦਰ ਸਿੰਘ ਕਾਂਗੋਵਾਖੁਰਾਂ ਵਾਲੀ ਸੀ ਤੁਸੀਂ ਕਰਾਈ ਸੀਗੀ, ਪਰ ਇਹ ਤੁਹਾਡਾ ਵੱਡਪਣ ਆ ਕਿ ਤੁਸੀਂ ਆਪਣੇ ਆਪ ਨੂੰ ਸਹਿਯੋਗੀ ਕਹਿੰਦੇ ਹੋ ਕਿ ਉਹ ਦਿਲ ਛੱਡਦੇ ਸੀ ਤੇ ਮੈਂ ਹੌਸਲਾ ਦਿੱਤਾ। ਬਾਕੀ ਗੁਰਭਜਨ ਗਿੱਲ ਹੋਰਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਇੱਕ ਖੁਸ਼ਕਿਸਮਤੀ ਆ ਸਾਡੇ ਬਰੈਂਪਟਨ ਵਾਸੀਆਂ ਦੀ, ਪੰਜਾਬੀ ਭਾਈਚਾਰੇ ਦੀ, ਪੰਜਾਬੀ ਮਾਂ ਬੋਲੀ ਦੀ, ਕਿ ਉਹ ਇੰਨੇ ਡੈਡੀਕੇਟਡ ਨੇ। ਮੈਂ ਉਹਨਾਂ ਨੂੰ ਬਹੁਤ ਦੇਰ ਤੋਂ ਜਾਣਦਾ, ਅਸੀਂ ਮੈਟ੍ਰਿਕ ਇੱਕੋ ਸਾਲ ਦੇ ਵਿੱਚ ਕੀਤੀ ਆ, ਲੁਧਿਆਣੇ ਵੀ ਅਸੀਂ ਇਕੱਠੇ ਰਹੇ ਆ। ਹੁਣ ਵੀ ਉਹ ਇਸ ਵੇਲੇ ਸਭ ਤੋਂ ਵੱਧ ਜੇ ਕੋਈ ਪੰਜਾਬੀਆਂ ਨਾਲ, ਪੰਜਾਬੀ ਲੇਖਕਾਂ ਨਾਲ ਜੁੜਿਆ ਲੇਖਕ ਹੈ ਨਾ, ਉਹ ਗੁਰਭਜਨ ਗਿੱਲ ਹੈ। ਔਰ ਉਹਦੀ ਇੱਕ ਤਾਰੀਫ ਇਹ ਹੈਗੀ ਆ ਕਿ ਉਹ ਜਿਹੜਾ ਵੀ ਕੋਈ ਪੰਜਾਬੀ ਮਾਂ ਬੋਲੀ ਲਈ, ਪੰਜਾਬੀ ਸੱਭਿਆਚਾਰ ਲਈ ਇੱਕ ਕਦਮ ਵੀ ਪੁੱਟਦਾ ਆ, ਉਹਨੂੰ ਸ਼ਾਬਾਸ਼ ਦੇ ਕੇ ਉਹ ਕਹਿੰਦੇ ਆ ਵੀ ਤੂੰ 2-4 ਕਦਮ ਹੋਰ ਪੁੱਟ। ਸੋ ਇਹ ਬੜੀ ਤੁਹਾਡੀ ਵੀ ਬੜੀ ਇੱਕ ਦੂਰਅੰਦੇਸ਼ੀ ਵਾਲੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਸਰਪ੍ਰਸਤ ਉਹਨਾਂ ਦਾ ਬਣਾਇਆ ਹੈਗਾ। ਹੁਣ ਜਿਹੜੀ ਤੁਹਾਡੀ ਚੇਤਨਾ ਰੈਲੀ ਜਿਹਨੂੰ ਆਪਾਂ ਕਹਿੰਦੇ ਆ, ਮਾਂ ਬੋਲੀ ਪ੍ਰਤੀ ਚੇਤਨਾ ਰੈਲੀ, ਜਿਹੜੀ ਕਿ ਤੁਸੀਂ 23 ਤਰੀਕ ਤੋਂ ਸ਼ੁਰੂ ਕਰ ਰਹੇ ਹੋ। ਹਾਂਜੀ, 23 ਸਤੰਬਰ ਸ਼ੁਰੂ ਹੋ ਰਹੀ ਹੈ। ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ, ਮਤਲਬ ਕਿ ਉਹਦਾ ਪਿਛੋਕੜ ਕੀ ਆ ਤੇ ਤੁਸੀਂ ਕੀ ਪਲਾਨ ਕੀਤਾ ਹੈਗਾ? ਉਹਦਾ ਪਿਛੋਕੜ ਹੈ, ਜਦੋਂ ਮੈਂ ਹੁਣ ਪੰਜਾਬ ਜਾਂਦਾ ਹੁੰਦਾ ਸੀ ਨਾ, ਗੱਲਬਾਤ ਹੁੰਦੀ ਸੀ, ਈਵਨ ਕਿ ਰਿਸ਼ਤੇਦਾਰਾਂ ਦੇ ਘਰ ਵੀ ਜਾਣਾ ਤੇ ਉਹਨਾਂ ਨੇ ਬੱਚਿਆਂ ਨੇ ਬਾਹਰ ਨਿਕਲ ਕੇ ਹਿੰਦੀ ਬੋਲਣੀ ਸ਼ੁਰੂ ਕਰ ਦੇਣੀ ਜੀ, ਜਾਂ ਇੰਗਲਿਸ਼ ਬੋਲਣੀ। ਮੈਂ ਉਹਨਾਂ ਨੂੰ ਬੜਾ ਕਹਿਣਾ, ਮੈਂ ਕਿਹਾ ਪੰਜਾਬ 'ਚ ਆਪਾਂ ਰਹਿੰਦੇ, ਕਮ ਸੇ ਕਮ ਪੰਜਾਬੀ ਬੋਲੀਏ, ਸਾਡੀ ਮਾਂ ਬੋਲੀ ਪੰਜਾਬੀ ਹੈ। ਜਦੋਂ ਪੁੱਛਣਾ ਮਾਂ ਪਿਓ ਨੂੰ ਤਾਂ ਉਹਨਾਂ ਕਹਿਣਾ ਬੱਚੇ ਹੁਣ ਉੱਥੋਂ ਹਿੰਦੀ ਪੜ੍ਹ ਕੇ ਆਉਂਦੇ ਆ, ਸਕੂਲਾਂ 'ਚ ਪੰਜਾਬੀ ਹੈ ਹੀ ਨਹੀਂ। ਮੈਂ ਕਿਹਾ ਸਾਡਾ ਪੰਜਾਬ ਹੋਵੇ, ਇੱਥੇ ਪੰਜਾਬੀ ਨਾ ਹੋਵੇ ਸਕੂਲਾਂ 'ਚ, ਕਿਵੇਂ ਹੋ ਸਕਦਾ? ਜਦੋਂ ਮੈਂ ਉਸ ਚੀਜ਼ ਨੂੰ ਪਤਾ ਕੀਤਾ ਤੇ ਵਾਕਿਆ ਗੱਲ ਉਹਨੇ ਸੱਚ ਨਿਕਲੀ ਕਿ ਸਕੂਲਾਂ 'ਚ ਪੰਜਾਬੀ ਨਾ ਹੋਣੀ ਤਾਂ ਵੱਖਰੀ ਗੱਲ ਹੈ, ਪੰਜਾਬੀ ਬੋਲਣ ਤੇ ਜੁਰਮਾਨੇ ਕੀਤੇ ਜਾਂਦੇ ਆ ਉਹਨਾਂ ਸਕੂਲਾਂ 'ਚ, ਨਾ ਕਿ ਇਕੱਲੇ ਬੱਚਿਆਂ ਨੂੰ, ਅਧਿਆਪਕਾਂ ਨੂੰ ਵੀ, ਜੇ ਅਧਿਆਪਕ ਵੀ ਪੰਜਾਬੀ ਬੋਲਦੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਂਦਾ। ਮੈਂ ਕਿਹਾ ਇਹ ਤਾਂ ਦਿਲ ਦੀ ਸੋਚ ਹੁੰਦੀ, ਆਪਣੀ ਸੋਚ ਹੁੰਦੀ। ਮੈਂ ਉਹ ਸੋਚ ਨੂੰ ਲੈ ਕੇ ਇਕੱਠੀ ਕਰਦਾ ਰਿਹਾ ਕਿ ਹੋਰ ਕੀ ਪੰਜਾਬ 'ਚ ਲੋੜ ਹੈ। ਜਦੋਂ ਕਿਤੇ ਦੇਖਣਾ ਹਰ ਪਾਸੇ ਇਹੀ ਰੌਲਾ। ਜਦੋਂ ਅਖੀਰ ਤੇ ਮੈਂ ਮਾਨਸਾ ਰੇਲਵੇ ਸਟੇਸ਼ਨ ਦਾ ਸੁਣਿਆ ਕਿ ਮਾਨਸਾ ਰੇਲਵੇ ਸਟੇਸ਼ਨ ਦੇ ਉੱਤੇ ਪੰਜਾਬੀ ਦਾ ਸਾਈਨ ਲਾ ਕੇ ਹਿੰਦੀ ਤੇ ਅੰਗਰੇਜ਼ੀ ਸਾਈਨ ਲੱਗ ਗਿਆ, ਉੱਪਰ ਮਾਨਸਾ ਲਿਖਿਆ, ਥੱਲੇ ਅੰਗਰੇਜ਼ੀ ਲਿਖਿਆ। ਫਿਰ ਮੈਂ ਕਿਹਾ ਜਦੋਂ ਗੱਲਬਾਤ ਕੀਤੀ ਬਲਬੀਰ ਕੌਰ ਰਾਏਕੋਟੀ ਨਾਲ, ਉਹ ਕਹਿੰਦੀ ਸਾਰੇ ਇੱਥੇ ਤਾਂ ਬਹੁਤ ਬੁਰਾ ਹਾਲ ਹੈ, ਤੁਸੀਂ ਇਕੱਲੇ ਮਾਨਸਾ ਦੀ ਗੱਲ ਕਰ ਦਿਓ, ਕੱਲ੍ਹ ਨੂੰ ਦੇਖੋ ਅੱਜ ਮਾਨਸਾ ਦੀ ਵਾਰੀ ਹੈ, ਕੱਲ੍ਹ ਨੂੰ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਕੋਈ ਦਿਨ ਦੂਰ ਨਹੀਂ ਹੈਗੇ ਜਦੋਂ ਇੱਥੇ ਵੀ ਸਾਈਨ ਲੱਗਣਗੇ। ਮੈਂ ਕਿਹਾ ਨਹੀਂ, ਇਹ ਤਾਂ ਮਤਲਬ ਕਿ ਆਪਾਂ ਨੂੰ ਆਪ ਨੂੰ ਸੋਚਣ ਦੀ ਲੋੜ ਹੈ, ਆਪਾਂ ਨੂੰ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਪੈ ਗਈ ਹੈ। ਅਸੀਂ ਕਿਉਂ ਨਾ ਪੰਜਾਬੀ ਮਾਂ ਬੋਲੀ ਦੇ ਲਈ ਜਾਗਰੂਕਤਾ ਰੈਲੀ ਕਰੀਏ ਤਾਂ ਕਿ ਜਿਹੜੇ ਸਾਡੇ ਲੋਕ ਹੈ ਉਹ ਜਾਗਰੂਕ ਹੋਣ ਕਿ ਸਾਨੂੰ ਪੰਜਾਬੀ ਦੀ ਕਿੰਨੀ ਕੁ ਜ਼ਰੂਰਤ ਹੈ। ਜੇ ਅਸੀਂ ਹਜੇ ਵੀ ਇਹ ਅਣਗੌਲਿਆਂ ਕਰ ਦਿੱਤਾ, ਜਿਹੜੀਆਂ ਗੱਲਾਂ ਹੋ ਰਹੀਆਂ, ਤੇ ਫਿਰ ਅਸੀਂ ਬਹੁਤ ਲੇਟ ਹੋ ਜਾਵਾਂਗੇ, ਅਸੀਂ ਲਈ ਬਹੁਤ ਦੇਰ ਹੋ ਜਾਏਗੀ ਸਾਡੇ ਵਾਸਤੇ। ਕਿਉਂ ਨਾ ਆਪਾਂ ਹੁਣ ਜਾਗਰੂਕ ਹੋਣ ਦੀ ਲੋੜ ਹੈਗੀ ਹੈ। ਆਪਾਂ ਮੈਂ ਕਿਹਾ ਜਾਗੋ ਗਾਈ ਜਾਂਦੇ ਹਾਂ, ਜਾਗੋ ਆਈ ਹੈ, ਜਾਗੋ ਆਈ ਹੈ, ਜਾਗੋ ਆਈ। ਹੁਣ ਸਾਨੂੰ ਪੰਜਾਬੀ ਮਾਂ ਬੋਲੀ ਲਈ ਜਾਗੋ ਕੱਢਣੀ ਪਏਗੀ। ਇਹ ਸਾਡੀ ਪੰਜਾਬ ਮਾਂ ਬੋਲੀ ਦੀ ਜਾਗੋ ਹੈ। 23 ਸਤੰਬਰ ਨੂੰ ਸ਼ੁਰੂ ਕਰ ਰਹੇ ਹਾਂ ਵੀ ਜਾਗੋ ਬਈ ਜਾਗੋ, ਅਜੇ ਵੀ ਨਾ ਜਾਗੇ ਤਾਂ ਫਿਰ ਬਹੁਤ ਦੂਰ ਚਲੇ ਜਾਵਾਂਗੇ, ਫਿਰ ਸਾਡਾ ਜਾਗਣ ਦਾ ਕੋਈ ਫਾਇਦਾ ਨਹੀਂ ਹੋਣਾ। ਆਪ ਪਛਤਾਏਗਾ ਹੋ ਜਬ ਚਿੜੀਆ ਚੁਗੀ ਖੇਤ, ਬਾਅਦ ਕੋਈ ਫਾਇਦਾ ਨਹੀਂ। ਅੱਜ ਵੀ ਬਹੁਤ ਕੁਛ ਅਸੀਂ
ਦੂਰ ਕਰ ਚੁੱਕੇ ਹਾਂ, ਅਸੀਂ ਬਹੁਤ ਦੂਰ ਆ ਚੁੱਕੇ ਹਾਂ। ਹੁਣ ਵੀ ਮੁੜਨਾ ਸੰਭਵ ਹੈ, ਐਸੀ ਗੱਲ ਨਹੀਂ ਹੈ। ਅਸੀਂ ਹੁਣ ਵੀ ਸੁਧਾਰ ਸਕਦੇ ਹਾਂ। ਸੁਧਾਰਾਂਗੇ ਤਾਂ ਜੇ ਅਸੀਂ ਆਪਣੇ ਆਪ ਨੂੰ ਸੁਧਾਰਾਂਗੇ ਤਾਂ। ਜੇ ਅਸੀਂ ਆਪਣੇ ਆਪ ਨੂੰ ਨਹੀਂ ਨਾ ਸੁਧਾਰਦੇ ਫਿਰ ਵੀ ਕੁਝ ਨਹੀਂ ਹੋਣਾ। ਅੱਜ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ ਕਿ ਲੋਕਾਂ ਨੂੰ ਜਗਾਉਣ ਵਾਸਤੇ ਜਾਗਰੂਕ ਰੈਲੀ ਹੈ, ਨਾ ਕਿ ਕਿਸੇ ਹੋਰ ਨੂੰ। ਅਸੀਂ ਕਹਿੰਦੇ ਕਿਸੇ ਨੂੰ ਮਾੜਾ ਕਹਿਣ ਨਾਲੋਂ, ਦੇਖੋ ਆਪਾਂ ਕਹਿ ਦਿੰਦੇ ਹਾਂ ਪੰਜਾਬ ਦੇ ਵਿੱਚ ਜੀ ਸਾਡੇ ਸਿੱਖ ਭਾਈਚਾਰਾ ਕਹਿ ਦਿੰਦਾ ਇੱਥੇ ਜੀ ਕ੍ਰਿਸਚਨ ਬਣੀ ਜਾਂਦੇ ਆ। ਮੈਂ ਦਾਅਵੇ ਨਾਲ ਕਹਿੰਦਾ ਮੈਂ ਕ੍ਰਿਸਚਨ ਦਾ ਬਣੀ ਜਾਂਦਾ, ਕਿਉਂ ਬਣੀ ਜਾਂਦੇ ਇਹ ਸੋਚੋ ਨਾ, ਕਿਉਂ ਬਣਦੇ ਪਏ? ਜੀ ਬਿਲਕੁਲ। ਉਹ ਸਿੱਖ ਤੋਂ ਕ੍ਰਿਸਚਨ ਕਿਉਂ ਬਣੇ ਆ? ਉਹਨਾਂ ਦੀ ਲੋੜਾਂ ਕ੍ਰਿਸਚਨਾਂ ਨੇ ਪੂਰੀਆਂ ਕਰ ਦਿੱਤੀਆਂ। ਅਸੀਂ ਕੀ ਕਰਦੇ ਹਾਂ? ਅਸੀਂ ਨਗਰ ਕੀਰਤਨ ਲਈ ਲੰਗਰ ਲਾ ਦਿਓ। ਸਾਡੇ ਦਿਲ ਬਹੁਤ ਵੱਡੇ ਆ ਪੰਜਾਬੀਆਂ ਦੇ, ਅਸੀਂ ਹਰ ਜਗ੍ਹਾ ਅੱਗੇ ਵੱਧ ਚੜ ਕੇ ਜਾਂਦੇ ਹਾਂ। ਜਿੰਨੇ ਪੈਸੇ ਕੋਲ ਹੁੰਦੇ ਉਹ ਤੋਂ ਵੱਧ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਲੰਗਰ 'ਚ ਕੀ ਖਵਾਉਂਦੇ? ਜਲੇਬੀਆਂ। ਅਸੀਂ ਜੀ ਭਟੂਰਿਆਂ ਲੰਗਰ ਲਾ ਦਿੱਤਾ, ਗੋਲ ਪਿਆਂ ਲੰਗਰ ਲਾ ਦਿੱਤਾ। ਕਿਉਂ ਲੋਕਾਂ ਨੂੰ ਬਿਮਾਰ ਕਰਨ ਦੇ ਤੁਲੇ ਹੋਏ ਆ? ਉਹ ਪੈਸੇ ਕਿਸੇ ਚੰਗੇ ਕੰਮ ਤੇ ਲਾ ਦਿਓ, ਕਿਸੇ ਗਰੀਬ ਗੁਰਬੇ ਵਾਸਤੇ ਲਾ ਦਿਓ। ਉੱਥੇ ਐਜੂਕੇਸ਼ਨ ਦਾ ਲੰਗਰ ਲਾਓ। ਅੱਜ ਉੱਥੇ ਪੰਜਾਬ 'ਚ ਐਜੂਕੇਸ਼ਨ ਦੀ ਲੋੜ ਹੈ। ਬੱਚਿਆਂ ਨੂੰ ਐਜੂਕੇਟ ਕਰੋ। ਬੱਚਿਓ ਪੰਜਾਬੀ ਪੜ੍ਹੋ, ਪੰਜਾਬੀ ਪੜ੍ਹਾਓ, ਮਾਂ ਪਿਓ ਨੂੰ ਐਜੂਕੇਟ ਕਰੋ। ਇਸ ਚੀਜ਼ ਤੇ ਪੈਸੇ ਲਾਉਣ ਦੀ ਲੋੜ, ਲਿਟਰੇਚਰ ਵੰਡਣ ਦੀ ਲੋੜ ਹੈਗੀ ਆ। ਉਹ ਆਪਣਾ ਲਿਟਰੇਚਰ ਵੰਡਦੇ ਆ। ਜਦੋਂ ਬੱਚਿਆਂ ਨੂੰ ਉਹ ਪਾਉਂਦੇ ਆ ਨਾ ਕ੍ਰਿਸਚਨ ਸਕੂਲਾਂ ਵਿੱਚ, ਨਾਲ ਉਹ ਆਪਣੀ ਪੜ੍ਹਾਈ ਪੜ੍ਹਾਉਂਦੇ ਨਾਲ ਆਪਣਾ ਲਿਟਰੇਚਰ ਨਾਲ ਦੇ ਦਿੰਦੇ ਆ, ਨਾਲ ਆਪਣੀ ਕਿਤਾਬਾਂ ਦੇ ਦਿੰਦੇ ਆ, ਬੱਚੇ ਕ੍ਰਿਸਚਨ ਬਣ ਜਾਂਦੇ ਆ। ਤੇ ਜੇ ਅਸੀਂ ਉਹ ਕੰਮ ਕਰ ਲਈਏ, ਅਸੀਂ ਬੱਚਿਆਂ ਨੂੰ ਪੜ੍ਹਨ ਵਾਸਤੇ ਫ੍ਰੀ ਕਿਤਾਬਾਂ ਦੇ ਦਈਏ, ਫ੍ਰੀ ਸਕੂਲ ਦੇ ਦਈਏ, ਫ੍ਰੀ ਕਿਤਾਬਾਂ ਪੈਨਸਿਲ ਦੇ ਦਈਏ, ਫ੍ਰੀ ਖਾਣਾ ਦੇ ਦਈਏ, ਤੇ ਨਾਲ ਉਹਨੂੰ ਆਪਣਾ ਗੁਰਬਾਣੀ ਪੜ੍ਹਾ ਦਈਏ, ਕਿਉਂ ਨਾ ਸਾਡੇ ਨਾਲ ਲੱਗਣਗੇ ਉਹ? ਕਿਉਂ ਦੂਜੇ ਧਰਮਾਂ 'ਚ ਜਾਣਗੇ? ਹੁਣ ਇਹ ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈ ਕਥੂਰੀਆ ਜੀ? ਸਾਡੀ ਇਹ ਰੈਲੀ ਜਿਹੜੀ 5 ਦਿਨ ਦੀ ਰੈਲੀ ਹੈ। 23 ਤਰੀਕ ਨੂੰ ਰੈਲੀ ਸ਼ੁਰੂ ਹੋਏਗੀ ਚੰਡੀਗੜ੍ਹ ਤੋਂ, ਪੰਜਾਬ ਭਵਨ ਤੋਂ ਉਸ ਨੂੰ ਹਰੀ ਝੰਡੀ ਦਿੱਤੀ ਜਾਏਗੀ। ਕਿਉਂਕਿ ਅਸੀਂ ਪੰਜਾਬ ਭਵਨ ਜਾਣਾ ਹੀ ਸੀਗਾ ਆਪਣੀਆਂ ਮੰਗਾਂ ਲੈ ਕੇ, ਕਿ ਸਾਡੀਆਂ ਮੰਗਾਂ ਹੈਗੀਆਂ। ਸਾਡੇ ਪੰਜਾਬ ਨਾਲ ਜੋ ਧੱਕਾ ਹੋ ਰਿਹਾ, ਜੋ ਪੰਜਾਬੀ ਨਾਲ ਧੱਕਾ ਹੋ ਰਿਹਾ ਜੀ, ਉਹ 'ਚ ਕੋਈ ਸਿੱਖ ਨਹੀਂ, ਕੋਈ ਹਿੰਦੂ ਨਹੀਂ, ਕੋਈ ਮੁਸਲਿਮ ਨਹੀਂ, ਕੋਈ ਈਸਾਈ ਨਹੀਂ। ਪੰਜਾਬੀ ਪੰਜਾਬੀ ਹੈ। ਪੰਜਾਬੀ ਕੋਈ ਸਿੱਖਾਂ ਦੀ ਨਹੀਂ ਹੈਗੀ, ਪੰਜਾਬੀ ਸਾਰੇ ਪੰਜਾਬੀਆਂ ਦੀ ਹੈ। ਪੰਜਾਬੀ ਬੋਲੀ ਵਾਸਤੇ ਅਸੀਂ ਇਹ ਜਿਹੜਾ ਕੰਮ ਕਰ ਰਹੇ ਹਾਂ ਕਿ ਪੰਜਾਬੀਓ ਜਾਗੋ। ਇਹਦੀ ਜਾਗਰੂਕਤਾ ਰੈਲੀ ਹੈ। ਅਸੀਂ ਚੰਡੀਗੜ੍ਹ ਸ਼ੁਰੂ ਕਰਕੇ 40 ਸ਼ਹਿਰਾਂ 'ਚ ਹੁੰਦੇ ਹੋਏ ਕੋਈ 10 ਕੁ ਸ਼ਹਿਰਾਂ 'ਚ ਫੰਕਸ਼ਨ ਰੱਖੇ ਹੋਏ ਆ, ਜਿੱਥੇ ਅਸੀਂ ਬੈਠਾਂਗੇ, ਲੋਕਾਂ ਨਾਲ ਵਿਚਾਰ ਵਟਾਂਦਰਾ ਵੀ ਕਰਾਂਗੇ, ਘੰਟਾ ਕੋਈ ਸਟੇਜਾਂ ਵੀ ਲੱਗਣਗੀਆਂ। ਪਰ ਮੋਸਟਲੀ ਅਸੀਂ ਸ਼ਹਿਰਾਂ 'ਚ ਗੁਜ਼ਰ ਜਾਵਾਂਗੇ। ਕੋਈ ਜਿਹੜੀ ਸਾਡੀ ਬੱਸ ਰੈਲੀ ਹੈ, ਬੱਸ ਨੂੰ ਸਾਰਾ ਅਸੀਂ ਪੰਜਾਬੀ ਦੇ ਵਿੱਚ ਰੈਪ ਕੀਤਾ ਹੋਇਆ ਹੈ। ਜਦੋਂ ਬੱਸ ਸ਼ਹਿਰ 'ਚ ਗੁਜ਼ਰੇਗੀ, ਉਹਦੇ ਵਿੱਚ ਮਾਈਕ ਲਾ ਕੇ ਅਸੀਂ ਪੰਜਾਬੀ 'ਚ ਗੀਤ ਆਪਣੇ ਗਾਵਾਂਗੇ, ਸੋਹਲੇ ਗਾਵਾਂਗੇ, ਜਾਗੋ ਕੱਢਾਂਗੇ। ਲੋਕਾਂ ਨੂੰ ਕੁਛ ਤਾਂ ਜਾਗਣਗੇ ਵੀ ਕਾਹਦੀ ਰੈਲੀ ਹੈ। ਅਸੀਂ ਲੋਕਾਂ ਨੂੰ ਜਗਾਉਣ ਲਈ ਜਾ ਰਹੇ ਹਾਂ, ਹੋਰ ਸਾਨੂੰ ਕੋਈ ਗੱਲ ਨਹੀਂ। ਤੇ ਤੁਸੀਂ ਪੰਜਾਬ ਦੇ ਵਿੱਚੋਂ ਕਿਹੜੇ ਵਿਦਵਾਨ ਨੇ ਜਿਨ੍ਹਾਂ ਨੂੰ ਨਾਲ ਲਓਗੇ ਉੱਥੇ? ਸਾਰੇ ਹੀ ਜਿੰਨੀਆਂ ਸਹਿਤ ਸਭਾਵਾਂ ਜੀ, ਸਾਰਿਆਂ ਨੂੰ ਸੱਦਾ ਦਿੱਤਾ ਗਿਆ। ਜਿੰਨੇ ਸਾਡੇ ਮਤਲਬ ਆਫੀਸਰ ਲਾ ਲਓ, ਸਾਰਿਆਂ ਨੂੰ ਸੱਦਾ ਸਾਰਿਆਂ ਨੂੰ ਦਿੱਤਾ ਹੋਇਆ। ਜਦੋਂ ਅਸੀਂ ਗੱਲਬਾਤ ਕੀਤੀ ਸੀ ਕਿ ਪੰਜਾਬ ਭਵਨ ਦੇ ਨਾਲ ਕਿ ਅਸੀਂ ਇੱਥੋਂ ਚਾਹੁੰਦੇ ਕਿ ਰੈਲੀ ਨੂੰ ਇੱਥੇ ਅਸੀਂ ਆਪਣਾ ਮੰਗ ਪੱਤਰ ਦੇਣਾ ਹੈ, ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਕਿਹਾ ਜੀ ਤੁਸੀਂ ਮੰਗ ਪੱਤਰ ਨਾਲ ਦੇਣ ਤਾਂ ਆਉਣਾ ਹੀ, ਪਰ ਮੈਂ ਝੰਡੀ ਨੂੰ ਆਪ ਦੇਗਾ, ਮੈਂ ਆਪ ਪੰਜਾਬੀ ਹਾਂ, ਮੈਂ ਆਪ ਪੰਜਾਬੀ ਹੱਕ ਦੀ ਗੱਲ ਕਰਦਾ। ਅਸੀਂ ਕਿਹਾ ਠੀਕ ਹੈ, ਸਾਡੀ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਅਸੀਂ ਜਿਹੜੀ ਮੰਗ ਤੁਹਾਡੇ ਕੋਲ ਲੈ ਕੇ ਆਉਣੀ ਸੀ ਤੇ ਤੁਸੀਂ ਉਹਨੂੰ ਮੰਗ ਨੂੰ ਮਨਜ਼ੂਰ ਕਰ ਲਿਆ। ਝੰਡੀ ਦੇਣ ਦੀ ਗੱਲ ਹੈ ਤੇ ਮੰਗ ਨੂੰ ਮਨਜ਼ੂਰ ਕਰ ਲਿਆ। ਸਾਡੀਆਂ ਮੰਗਾਂ ਅਸੀਂ ਫਿਰ ਤੁਹਾਨੂੰ ਦਿਆਂਗੇ, ਪਰ ਸਾਡੀ ਤੁਸੀਂ ਮੰਗ ਨੂੰ ਝੰਡੀ ਦਿਓਗੇ। ਇਸ ਕਰਕੇ ਜਦੋਂ ਉਹਨਾਂ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਮੈਂ ਨਾਲ ਆ, ਤੇ ਫਿਰ ਹੌਲੀ ਹੌਲੀ ਤੁਹਾਨੂੰ ਪਤਾ ਜਦੋਂ ਵੱਡੇ ਨਾਲ ਲੱਗਦੇ ਸਾਰੇ ਨਾਲ ਲੱਗ ਜਾਂਦੇ ਆ। ਫਿਰ ਸਾਰਾ ਉਹ ਕੀ ਕਹਿੰਦੇ ਹੁੰਦੇ ਮੀਡੀਆ ਤਾਂ ਨਾਲ ਹੈ ਹੀ ਸੀਗਾ। ਫਿਰ ਸਾਰੀਆਂ ਜਿੰਨੀਆਂ ਸਹਿਤ ਸਭਾਵਾਂ ਸੀ ਉਹ ਵੀ ਨਾਲ ਨੇ। ਹੁਣ ਤਾਂ ਉੱਥੇ ਫੋਨ ਆ ਜਾਂਦਾ ਕਦੀ ਕਿਤੋਂ ਪੁਲਿਸ ਸਟੇਸ਼ਨ ਦਾ, ਲਓ ਜੀ ਤੁਹਾਡੀ ਰੈਲੀ ਕਦੋਂ ਲੰਘਣੀ, ਕਿੱਥੋਂ ਲੰਘਣੀ ਹੈ। ਅਸੀਂ ਪੁਲਿਸ, ਮੈਂ ਸਾਨੂੰ ਪੁਲਿਸ ਕੀ ਕਰਨੀ, ਅਸੀਂ ਤਾਂ ਭਰਾਵਾ ਆਰਾਮ ਨਾਲ ਲੰਘ ਜਾਣਾ ਹੈ, ਸਾਨੂੰ ਪੁਲਿਸ ਦੀ ਲੋੜ ਨਹੀਂ ਹੈਗੀ। ਕਹਿੰਦੇ ਨਹੀਂ ਜੀ ਸਾਨੂੰ ਹੁਕਮ ਹੋ ਗਿਆ DGP ਦਾ ਕਿ ਨਾਲ ਸਿਕਿਉਰਿਟੀ ਚਾਹੀਦੀ ਹੈ। ਮੈਂ ਕਿਹਾ ਠੀਕ ਹੈ, ਸਿਕਿਉਰਿਟੀ ਚਲੋ ਬੱਚੇ ਨਾਲ ਹੋਣੇ ਆ ਜਾਂ ਲੇਡੀਜ਼ ਹੋਣਗੀਆਂ, ਸਿਕਿਉਰਿਟੀ ਜ਼ਰੂਰੀ ਵੀ ਹੈਗੀ ਹੈ ਕਿਉਂਕਿ ਜੋ ਹਾਲਾਤ ਹੈਗੇ ਕਈ ਵਾਰ ਪੰਜਾਬ 'ਚ। ਪਰ ਕੋਈ ਐਸੀ ਗੱਲ ਨਹੀਂ, ਸਿਕਿਉਰਿਟੀ ਦਿਓ, ਪਰ ਸਾਨੂੰ ਐਸੀ ਸਿਕਿਉਰਿਟੀ ਦੀ ਲੋੜ ਕੋਈ ਨਹੀਂ। ਅਸੀਂ ਤਾਂ ਪੰਜਾਬੀ ਮਾਂ ਬੋਲੀ ਦੀ ਜਾਗਰੂਕਤਾ ਵਾਸਤੇ ਆਏ ਹਾਂ, ਲੋਕਾਂ ਵਿੱਚ ਵਿਚਰਨਾ, ਲੋਕਾਂ ਨੂੰ ਜਗਾਉਣਾ। ਜੇ ਅਸੀਂ ਲੋਕਾਂ ਤੋਂ ਦੂਰ ਰਹਿਣਾ, ਸਿਕਿਉਰਿਟੀ ਨਾਲ ਲੈ ਕੇ ਸਾਨੂੰ ਫਾਇਦਾ ਕੋਈ ਨਹੀਂ ਹੈਗਾ। ਅਸੀਂ ਤਾਂ ਲੋਕਾਂ 'ਚ ਵਿਚਰਨਾ, ਲੋਕਾਂ ਨੂੰ ਕਹਿ ਕੇ ਜਾਣਾ ਵੀ ਜਾਗੋ, ਪੰਜਾਬੀ ਬੋਲੋ, ਬੱਚਿਆਂ ਨੂੰ ਪੰਜਾਬੀ ਪੜ੍ਹਾਓ। ਬੱਚਿਆਂ ਵਾਸਤੇ ਉਹ ਸਕੂਲਾਂ 'ਚ ਬੱਚੇ ਪੜ੍ਹਾਓ ਜਿੱਥੇ ਪੰਜਾਬੀ ਲਾਜ਼ਮੀ ਹੈ। ਔਰ ਸਰਕਾਰ ਨੂੰ ਕਹਿ ਰਹੇ ਕਿ ਅੱਜ ਜਦੋਂ 1966 'ਚ ਰੂਲ ਬਣ ਗਿਆ ਸੀਗਾ ਕਿ ਸਾਨੂੰ ਇਹ ਪੰਜਾਬੀ ਬੋਲੀ ਨੂੰ ਰਾਜਸੀ ਦਰਜਾ ਮਿਲਿਆ ਹੋਇਆ, ਪਰ ਉਹ ਇੰਟੀਮੇਟ ਕਿੱਥੇ ਹੋਇਆ? ਉੱਥੇ ਇਹ ਸੀਗਾ ਕਿ ਪੰਜਾਬੀ ਪਹਿਲੀ ਸਟੇਜ ਤੋਂ ਲੈ ਕੇ ਹਾਇਰ ਸਟੱਡੀ ਤੱਕ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਏਗੀ, ਜਿਹੜੇ ਪੰਜਾਬ ਦੇ ਸਕੂਲ ਹੈ। ਅੱਜ ਪੰਜਾਬ ਦੇ ਸਕੂਲਾਂ 'ਚ ਪੰਜਾਬੀ ਨੂੰ ਸੈਕੰਡ ਲੈਂਗੁਏਜ ਗਿਣਿਆ ਜਾਂਦਾ ਹੈ ਕਿ ਜੇ ਤੁਸੀਂ ਪੰਜਾਬੀ ਪੜ੍ਹਨੀ ਤਾਂ ਵੀ ਠੀਕ ਹੈ, ਨਹੀਂ ਪੜ੍ਹਨੀ ਤੁਸੀਂ ਦੂਜੀ ਲੈਂਗੁਏਜ ਲੈ ਸਕਦੇ, ਤੁਸੀਂ ਹਿੰਦੀ ਪੜ੍ਹ ਸਕਦੇ ਹੋ, ਤੁਸੀਂ ਅੰਗਰੇਜ਼ੀ ਤਾਂ ਹੈ ਹੀ ਹੈ, ਪਰ ਪੰਜਾਬੀ ਤੇ ਹਿੰਦੀ ਉਹਨਾਂ ਨੇ ਕਹਿ ਦਿੱਤਾ ਚੁਣ ਲਓ ਤੁਸੀਂ ਕਿਹੜੀ ਚੁਣਨੀ ਹੈ। ਉਹ ਪਤਾ ਨਹੀਂ ਸਾਡੇ ਲੋਕਾਂ ਨੂੰ ਕੀ ਬਿਮਾਰੀ ਇਹੋ ਜਿਹੀ ਪੈ ਚੁੱਕੀ ਹੈ ਕਿ ਅਸੀਂ ਜੇ ਪੰਜਾਬੀ ਬੋਲਦੇ ਕਹਿੰਦੇ ਨੇ ਪੜ੍ਹ, ਹਿੰਦੀ ਪੜ੍ਹੀ ਲਿਖਿਆ ਦੀ ਲੈਂਗੁਏਜ ਤਾਂ ਪੰਜਾਬੀ ਅਨਪੜ੍ਹਾਂ ਦੀ ਹੈ। ਪੰਜਾਬੀ ਵਰਗੀ ਭਾਸ਼ਾ ਹੀ ਕੋਈ ਨਹੀਂ ਹੈਗੀ। ਜਿੰਨੀ ਪੰਜਾਬੀ ਸਹੀ ਲਿਖੀ ਹੋਵੇ, ਸਹੀ ਪੜ੍ਹੀ ਹੋਵੇ, ਪੰਜਾਬੀ ਗਲਤ ਕੋਈ ਨਹੀਂ ਕਰ ਸਕਦਾ। ਪੰਜਾਬੀ ਇਕੱਲੀ 35 ਅੱਖਰੀ ਨਹੀਂ ਹੈਗੀ, ਇਹਨਾਂ ਹੋਰ ਕਿੰਨੇ ਅੱਖਰ ਨਾਲ ਲਾਏ ਗਏ ਆ। ਅਦਕ ਹੈ, ਟਿੱਪੀ ਹੈ, ਬਿੰਦੀ ਹੈ, ਸਿਹਾਰੀ ਹੈ, ਲਗਾ ਮਾਤਰਾ ਕਰਕੇ ਜੋ ਤੁਸੀਂ ਪੰਜਾਬੀ ਲਿਖ ਦਿੱਤਾ ਨਾ, ਉਹਨੂੰ ਗਲਤ ਕੋਈ ਨਹੀਂ ਪੜ੍ਹ ਸਕਦਾ। ਜਿਵੇਂ ਤੁਸੀਂ ਉਸ ਦਿਨ ਕਿਹਾ ਸੀ ਕਿ ਮੇਰੇ ਉੱਤੇ ਟਿੱਪੀ ਨਹੀਂ ਲੱਗਦੀ,
ਮੇਰਾ ਨਾਂ ਆਇਆ ਇਸ ਕਰਕੇ ਜਦੋਂ ਪੰਜਾਬੀ ਤੋਂ ਸਹੀ ਨਾਂ ਲਿਖਿਆ ਹੋਏਗਾ ਨਾ ਸਹੀ ਬੋਲੇਗਾ। ਠੀਕ ਹੈ। ਔਰ ਅੰਗਰੇਜ਼ੀ ਤੁਸੀਂ ਨਾਂ ਲਿਖ ਕੇ ਗਲਤ ਕਰ ਸਕਦੇ ਹੋ, ਉਹਨੂੰ ਹਰ ਬੰਦਾ ਆਪਣੀ ਪ੍ਰੋਨਾਊਂਸ ਦੇ ਹਿਸਾਬ ਨਾਲ ਬੋਲੇਗਾ। ਮੱਕੜ ਦੀ ਸਪੈਲਿੰਗ ਆ ਲੋਕਾਂ ਨੇ MUCKER ਮੱਕੜ ਪਾਉਣ ਲੱਗ ਪਏ ਆ, MAKKER ਮੱਕੜ ਛੱਡਤਾ, ਕਹਿੰਦੇ ਲੋਕੀ ਮਕਾਰ ਕਹਿਣ ਲੱਗ ਪਏ ਆ। ਤੇ ਮੈਂ ਕਿਹਾ ਤੁਸੀਂ ਪੰਜਾਬੀ ਲਿਖੋ ਹਾਂ ਮੱਕੜ, ਕਹੋ ਕੋ ਤੁਹਾਨੂੰ ਮਕਾਰ ਕਰ, ਫਿਰ ਮੱਕੜ ਹੀ ਰਹੇਗਾ, ਫਿਰ ਮੱਕੜ ਹੀ ਰਹੇਗਾ ਨਾ। ਹੁਣ ਲੋਕਾਂ ਨੂੰ ਸਪੈਲਿੰਗ ਬਦਲਣ ਦੀ ਲੋੜ ਪੈ ਗਈ ਹੈ। ਔਰ ਸਾਡੀ ਪੰਜਾਬੀ ਇੱਕ ਐਡੀ ਵਧੀਆ ਬੋਲੀ, ਐਡੀ ਰਿਚ ਬੋਲੀ, ਐਡੀ ਅਮੀਰ ਵਿਰਸਾ ਸਾਡਾ ਕਿ ਸਾਡੀ ਬੋਲੀ ਨੂੰ ਕੋਈ ਨਹੀਂ ਗਲਤ ਕਰ ਸਕਦਾ। ਅਰੋੜਾ ਸਾਹਿਬ, ਕਥੂਰੀਆ ਸਾਹਿਬ ਨੇ ਤਾਂ ਪਲਾਨ ਆਪਣੀ ਬਣਾ ਲਈ ਆ ਕਿ ਇਹ 23 ਤਰੀਕ ਤੋਂ ਸ਼ੁਰੂ ਕਰਕੇ ਪੰਜਾਬ ਦੇ ਵਿੱਚ ਲੈ ਕੇ ਜਾਣਗੇ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਝੰਡੀ ਦੇਣਗੇ। ਤੇ ਤੁਸੀਂ ਕਿਉਂਕਿ ਇਹਨਾਂ ਦੇ ਸਹਿਯੋਗੀ ਹੋ, ਪੰਜਾਬੀ ਭਵਨ ਦੇ ਵਿੱਚ ਵੀ, ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵੀ, ਸੰਸਥਾ ਦੇ ਵਿੱਚ ਵੀ, ਤੇ ਤੁਸੀਂ ਫਿਰ ਇਹਨਾਂ ਦਿਨਾਂ 'ਚ ਕੀ ਕਰੋਗੇ? ਮੈਂ ਇੱਥੇ ਰਹਾਂਗਾ, ਪਿੱਛੋਂ ਤੁਹਾਡੀ ਸੇਵਾ ਕਰਾਂਗਾ। ਤੁਸੀਂ ਪਿੱਛੋਂ ਇਹਨਾਂ ਦੇ ਜਿਹੜਾ ਭਵਨ ਵਾਲਾ ਕੰਮ ਹੈ ਉਹ ਸਾਰਾ ਸੰਭੋਗੇ। ਬਹੁਤ ਵਧੀਆ ਗੱਲ ਹੈ ਜੀ। ਕਥੂਰੀਆ ਸਾਹਿਬ, ਇਹਦੇ 'ਚ ਇਹ ਆ ਕਿ ਜਿਹੜੀ ਨੀਤੀ ਹੈ ਨਾ ਪੰਜਾਬ ਸਰਕਾਰ ਦੀ, ਉਹਦੇ ਵਿੱਚ ਉਹਨਾਂ ਨੇ ਮੈਟ੍ਰਿਕ ਤੱਕ ਪੰਜਾਬੀ ਜਿਹੜੀ ਹੈ ਉਹ ਕੰਪਲਸਰੀ ਕੀਤੀ ਆ ਕਿ ਜਿਹੜਾ ਪੰਜਾਬੀ ਪਾਸ ਨਹੀਂ ਕਰਦਾ ਉਹਨੂੰ ਮਤਲਬ ਅਗਲੀ ਜਮਾਤ ਯਾਨੀ ਉਹਨੂੰ ਪਾਸ ਨਹੀਂ ਕੀਤਾ ਜਾਂਦਾ। ਤੇ ਨਾਲ ਦੀ ਨਾਲ ਇਹ ਆ ਕਿ ਜਿਹੜਾ ਕੰਮ ਤੁਸੀਂ ਕਰਨ ਲੱਗੇ ਆ ਨਾ, ਇਹ ਇਸ ਗੱਲੋਂ ਵਧੀਆ ਆ, ਤੁਹਾਡਾ ਵਡੱਪਣ ਹੈ ਕਿ ਤੁਸੀਂ ਚੀਫ ਮਿਨਿਸਟਰ ਨੂੰ ਕ੍ਰੈਡਿਟ ਦੇ ਰਹੇ ਹੋ ਕਿ CM ਸਾਹਿਬ ਆਪ ਝੰਡੀ ਦੇਣਗੇ। ਉਹਦਾ ਨਤੀਜਾ ਇਹ ਆ ਕਿ DGP ਜਿਹੜੇ ਆ ਉਹ ਵੀ ਰੂਟ ਲਾਉਂਦੇ ਹੈਗੇ ਆ ਭਈ ਕਿੱਧਰੋਂ ਲੰਘਣਾ ਤੇ ਕੀ ਕਰਨਾ ਹੈਗਾ। ਪਰ ਜਿਹੜੀ ਸਭ ਤੋਂ ਵੱਡੀ ਗੱਲ ਆ ਨਾ, ਉਹ ਤੁਹਾਡਾ ਇਨੀਸ਼ੀਏਟਿਵ ਆ, ਜਿਹੜੀ ਤੁਸੀਂ ਪਹਿਲ ਕਦਮੀ ਕੀਤੀ ਆ ਨਾ। ਭਗਵੰਤ ਮਾਨ ਕਦੋਂ ਜੁੜਿਆ ਤੁਹਾਡੇ ਨਾਲ? ਜਦੋਂ ਤੁਸੀਂ ਇਹ ਪਹਿਲ ਕਦਮੀ ਕਰਕੇ ਐਲਾਨ ਕਰ ਦਿੱਤਾ। ਸੋ ਲੇਖਕ ਸਭਾਵਾਂ ਇਹ ਬਹੁਤ ਦੇਰ ਤੋਂ ਪੰਜਾਬੀ ਦੇ ਵਿੱਚ ਚੱਲਦਾ ਰਿਹਾ ਹੈਗਾ। ਪੰਜਾਬੀ ਲਈ ਧਰਨੇ ਵੀ ਲੱਗਦੇ ਰਹੇ ਆ, ਪੰਜਾਬੀ ਲਈ ਹੋਰ ਵੀ ਅੰਦੋਲਨ ਹੁੰਦਾ ਰਿਹਾ ਹੈਗਾ। ਪਰੰਤੂ ਇਸ ਤਰੀਕੇ ਨਾਲ ਜਿੱਦਾਂ ਕਥੂਰੀਆ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਕੰਮ ਹੋਣ ਲੱਗਾ ਆ, ਔਰ ਮੇਰਾ ਖਿਆਲ ਇਹ ਆ ਕਿਉਂਕਿ ਮੈਂ ਪੰਜਾਬ ਦੇ ਵਿੱਚ ਵਿਚਰਿਆ ਵੀ ਹਾਂ, ਸੰਸਥਾਵਾਂ ਨੂੰ ਵੀ ਜਾਣਦਾ, ਮੈਨੂੰ ਲੱਗਦਾ ਇਹ ਆ ਕਿ ਇਹ ਜਿਹੜਾ ਤੁਹਾਡਾ ਉਦਮ ਹੈਗਾ ਇਹਦੇ ਨਾਲ ਥੋੜਾ ਨਹੀਂ ਬਹੁਤ ਜ਼ਿਆਦਾ ਫਰਕ ਪਏਗਾ। ਕੀ ਮਹਿਸੂਸ ਕਰਦੇ ਹੋ ਤੁਸੀਂ? ਮੈਂ ਇੱਕ ਚੀਜ਼ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਮੈਨੂੰ ਪਤਾ ਲੱਗਾ ਸੀ, ਮੈਂ ਗੱਲਾਂ ਬਾਤਾਂ ਕਰਦੇ ਕਰਦੇ ਗੱਲਾਂ 'ਚੋਂ ਗੱਲਾਂ ਨਿਕਲ ਆਉਂਦੀਆਂ ਜੀ। ਅਸਰ ਤਾਂ ਇਹਦਾ ਬਹੁਤ ਹੋਏਗਾ ਹੀ, ਲੋਕਾਂ ਦਾ ਅਸਰ ਤਾਂ, ਕੋਸ਼ਿਸ਼ ਵੀ ਸਾਡੀ ਇਹੀ ਕਿ ਲੋਕਾਂ ਦੇ ਕੋਈ ਅਸਰ ਹੋਵੇ। ਜੇ ਲੋਕ ਘਰੋਂ ਇਸ ਚੀਜ਼ ਨੂੰ ਸਿੱਖਣਗੇ ਨਾ ਤਾਂ ਹੀ ਬਾਹਰ ਜਾ ਕੇ ਪਤਾ ਲੱਗੇਗਾ ਸਾਨੂੰ ਕਿ ਅਸੀਂ ਕੀ ਕਰਨਾ। ਜੇ ਅਸੀਂ ਬੱਚਿਆਂ ਨੂੰ ਆਪ ਹੀ ਦੂਰ ਕਰ ਦਿੱਤਾ ਪੰਜਾਬੀ ਤੋਂ, ਸਾਡੇ ਬੱਚਿਆਂ ਨੇ ਨਾ ਤਾਂ ਗੁਰਬਾਣੀ ਦਾ ਫਾਇਦਾ ਉਠਾ ਸਕਣਾ, ਨਾ ਸਾਡੇ ਕੋਈ ਸਿਰਫ ਗੁਰਬਾਣੀ ਨਹੀਂ, ਬਾਕੀ ਜਿਹੜੇ ਸਾਡੇ ਧਰਮ ਗ੍ਰੰਥ ਨੇ ਕੋਈ ਨਹੀਂ ਪੜ੍ਹ ਸਕਣਾ ਉਹਨਾਂ ਨੇ, ਕੋਈ ਪੰਜਾਬੀ ਤੋਂ ਦੂਰ ਹੁੰਦੇ ਜਾਣਗੇ। ਸਾਡੇ ਬੁੱਲੇ ਵਾਰਿਸ਼ਾਂ ਨੇ ਕੀ ਲਿਖਿਆ ਹੈ ਕੋਈ ਪੜ੍ਹ ਸਕੇਗਾ? ਕੋਈ ਨਹੀਂ ਪੜ੍ਹ ਸਕਦਾ। ਸੁਣ ਕੇ ਕਿੰਨੇ ਖੁਸ਼ ਹੁੰਦੇ ਆ, ਪਰ ਪੜ੍ਹਨਾ ਨਹੀਂ ਅਗਰ ਕਿੱਥੋਂ ਪੜ੍ਹਨਗੇ? ਇਸ ਕਰਕੇ ਪੰਜਾਬੀ ਜਿਹੜੀ ਮਾਂ ਬੋਲੀ ਹੈ, ਜੇ ਇਹਨੂੰ ਭੁੱਲ ਜਾਣਗੇ ਨਾ ਤੇ ਬਾਕੀ ਬੋਲੀਆਂ ਜਿੰਨੀ ਮਰਜ਼ੀ ਸਿੱਖ ਲੈਣ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਦੇਖੋ ਉਹੀ ਮੁਲਕ ਕਾਮਯਾਬ ਹੁੰਦੇ ਆ ਜਿਹੜੇ ਮੁਲਕ ਆਪਣੀ ਬੋਲੀ ਦੇ ਉੱਤੇ ਚੱਲਦੇ ਆ। ਜਰਮਨ ਚਲੇ ਜਾਓ, ਚਾਈਨਾ ਚਲੇ ਜਾਓ, ਉਹਨਾਂ ਦੀ ਆਪਣੀ ਜਿਹੜੀ ਰਾਜਭਾਸ਼ੀ ਭਾਸ਼ਾ ਹੈ ਨਾ, ਈਵਨ ਜਿਹੜੀ ਦਫ਼ਤਰੀ ਭਾਸ਼ਾ ਉਹ ਉਹਨਾਂ ਦੀ ਆਪਣੀ ਭਾਸ਼ਾ ਹੈ, ਤਾਂ ਹੀ ਅੱਜ ਕਾਮਯਾਬ ਤਾਂ ਇੱਥੇ ਪਹੁੰਚੇ ਹੋਏ ਆ। ਜੋ ਦੂਜੀਆਂ ਈਵਨ ਇੰਡੀਆ ਵਿੱਚ ਕੰਨੜ ਹੈ, ਉੱਥੇ ਉਹ ਹਿੰਦੀ ਨੂੰ ਕੋਈ ਸਮਝਦੇ ਹੀ ਨਹੀਂ, ਉਹ ਕਹਿੰਦੇ ਸਾਡੀ ਕੰਨੜ ਹੈ, ਮਲਿਆਲਮ ਹੈ, ਉਹ ਕਹਿੰਦੇ ਬਸ ਮਲਿਆਲਮ ਹੈ ਅਤੇ ਅੰਗਰੇਜ਼ੀ ਹੈ। ਉਹਨਾਂ ਦੀ ਦਫ਼ਤਰੀ, ਅਸੀਂ ਇਹੀ ਕਹਿੰਦੇ ਕਿ ਸਾਡੀ ਇਸ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਵੇ। ਸਾਡੇ ਜਿੰਨੇ ਦਫ਼ਤਰੀ ਭਾਸ਼ਾ ਬਣਾਇਆ ਜਾਵੇ ਸਾਡੀ ਪੰਜਾਬੀ ਨੂੰ ਪੰਜਾਬ ਦੇ ਵਿੱਚ। ਜਿਹਨਾਂ ਸਾਡੀ ਦਫ਼ਤਰੀ ਭਾਸ਼ਾ ਨਹੀਂ ਬਣਦੀ, ਸਾਡੀ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ, ਸਾਡੇ ਬੱਚਿਆਂ ਨੇ ਉਹਨਾਂ ਉਦਮ ਨਹੀਂ ਕਰਨਾ ਪੰਜਾਬੀ ਪੜ੍ਹਨ ਦਾ। ਸਾਡੀਆਂ ਇਹ ਵੀ ਮੰਗਾਂ ਨਾਲ ਨੇ ਕਿ ਸਾਡੀ ਇਸ ਭਾਸ਼ਾ ਨੂੰ ਵੱਧ ਤੋਂ ਵੱਧ ਇਹਨੂੰ ਜਿਹੜਾ ਪੜ੍ਹਾਇਆ ਜਾਵੇ ਤਾਂ ਕਿ ਦਫ਼ਤਰਾਂ ਵਿੱਚ ਜਿਹੜੇ ਸਾਡੇ ਬੱਚੇ ਕਮ ਸੇ ਕਮ ਅਧਿਆਪਕ ਲੱਗ ਸਕਣ। ਉਹ ਸਕੂਲ CBSE ਬੋਰਡ ਜਿਹੜੇ ਸਕੂਲ ਸਾਡੇ ਖੁੱਲ੍ਹੇ ਹੋਏ ਆ, ਬਾਹਰੋਂ ਲੈ ਕੇ ਉੱਥੇ ਟੀਚਰ ਲਾਏ ਜਾਂਦੇ ਜਿਹਨਾਂ ਨੂੰ ਪੰਜਾਬੀ ਖੁਦ ਨੂੰ ਨਹੀਂ ਆਉਂਦੀ। ਫਿਰ ਬਾਅਦ ਕਹਿੰਦੇ ਸਾਡਾ ਜੀ ਪੰਜਾਬੀ ਦਾ ਰਿਜ਼ਲਟ ਹੀ ਨਹੀਂ, ਬੱਚਿਆਂ ਨੂੰ ਪੜ੍ਹਾਈਏਗੀ। ਉਹ ਬੱਚਿਆਂ ਨੂੰ ਜਿਹੜੇ ਪੜ੍ਹਾਉਣ ਵਾਲੇ ਉਹਨਾਂ ਨੂੰ ਖੁਦ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਉਹ ਪੜ੍ਹਨਗੇ ਕੀ? ਕਮ ਸੇ ਸਾਡੇ ਜਿਹੜੇ ਉੱਥੇ ਟੀਚਰ ਲੱਗੇ ਪੰਜਾਬੀ ਦੇ, ਉਹ ਸਾਡੇ ਪੰਜਾਬ ਦੇ ਲਾ ਲਓ। ਸਾਡੇ ਪੰਜਾਬ ਦੇ ਬੱਚੇ ਕਿਹੜੇ ਪੰਜਾਬੀ ਨਹੀਂ ਪੜ੍ਹਾ ਸਕਦੇ? ਉੱਥੇ ਹੀ ਬਾਹਰੋਂ ਲੈ ਕੇ ਟੀਚਰ ਲਾਏ ਜਾਂਦੇ ਆ। ਕਮ ਸੇ ਕਮ ਇਹ ਚੀਜ਼ ਅਸੀਂ ਕਹਿੰਦੇ ਮਾਨ ਸਾਹਿਬ ਨੂੰ ਵੀ ਸੋਚੋ, ਜਿਹੜੇ ਪੰਜਾਬ ਦੇ ਬੱਚੇ ਆ ਇਹਨਾਂ ਦੇ ਨੌਕਰੀਆਂ ਦੇ ਸੋਚੋ। ਇਹ ਕਮ ਸੇ ਕਮ ਪੰਜਾਬ ਦੇ ਉਹਨਾਂ ਸਕੂਲਾਂ 'ਚ ਪੰਜਾਬੀ ਤਾਂ ਪੜ੍ਹਾਉਣ ਜੋਗੇ ਹੈਗੇ ਹੀ ਆ, ਇਹਨਾਂ ਨੂੰ ਲੈ ਜਾ, ਬਾਹਰੋਂ ਲੈ ਕੇ ਉਹ ਜਿਹੇ ਟੀਚਰ ਨਾਲ ਲੈ ਜਾ ਜਿਹਨਾਂ ਪੰਜਾਬੀ ਖੁਦ ਨਹੀਂ ਆਉਂਦੀ। ਤੁਸੀਂ ਯਤਨ ਜਿਹੜਾ ਜੀ ਬਹੁਤ ਵਧੀਆ ਕਰ ਰਹੇ ਆ, ਔਰ ਤੁਸੀਂ ਠੀਕ ਕਿਹਾ ਹੈਗਾ। ਜਿਹੜੀਆਂ ਮਤਲਬ ਦ੍ਰਵਿੜ ਲੈਂਗੁਏਜਸ ਹੈਗੀਆਂ ਜਿਨ੍ਹਾਂ ਦੇ ਵਿੱਚ ਮਲਿਆਲਮ, ਤਾਮਿਲ, ਤੇਲਗੂ, ਕੰਨੜ ਆਉਂਦੀਆਂ ਹੈਗੀਆਂ, ਇਹ ਦੇਖੋ ਜਦੋਂ ਇਹ ਗੱਲ ਕਰਦੇ ਆ ਨਾ ਆਪਸ ਦੇ ਵਿੱਚ, ਜਦੋਂ ਗੱਲ ਕਰਦੇ ਆ ਤਾਂ ਇਹ ਆਪਣੀ ਭਾਸ਼ਾ 'ਚ ਗੱਲ ਕਰਦੇ ਆ। ਅੱਛਾ, ਸਾਡੇ ਪੰਜਾਬੀ ਇੱਕ ਤਾਂ ਖੁੱਲ੍ਹ ਦਿਲੇ ਤਾਂ ਹੈਗੇ ਆ ਕਿ ਇਹਨਾਂ ਨੂੰ ਹਿੰਦੀ ਨਾ ਵੀ ਆਉਂਦੀ ਹੋਵੇ ਤੇ ਭਈਆਂ ਨਾਲ ਹਿੰਦੀ ਬੋਲਣ ਲੱਗ ਪੈਂਦੇ ਆ। ਅਰੇ ਭਈਆ ਉਧਰ ਸੇ ਖਾਂਡ ਲੈ ਕੇ ਆਣਾ, ਅਰੇ ਭਈਆ ਉਹ ਕਾਂਧ ਕੇ ਉੱਪਰ ਚੜ ਜਾਓ, ਐਸੇ ਮਤਲਬ। ਸੋ ਇਹਦੇ 'ਚ ਇੱਕ ਮਿੰਟ ਉਹ ਇਹ ਆ ਜੀ ਕਿ ਇਹਦੇ ਨਾਲ ਜਾਗਰਤੀ ਜਿਹੜੀ ਆ ਆਉਣੀ ਜ਼ਰੂਰੀ ਆ। ਔਰ ਮੈਂ ਦੇਖਿਆ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਫਿਰੋਜ਼ਦੀਨ ਸ਼ਰਫ ਸਾਡੇ ਬਹੁਤ ਗ੍ਰੇਟ ਕਵੀ ਹੋਏ ਹੈਗੇ ਆ। ਮਤਲਬ ਪਾਰਟੀਸ਼ਨ ਦੇ ਕਰਕੇ ਉਹਨਾਂ ਨੂੰ ਪਾਕਿਸਤਾਨ ਜਾਣਾ ਪਿਆ। ਪੰਜਾਬ ਦੀ ਉਹਨਾਂ ਨੇ ਤਾਰੀਫ ਕੀਤੀ।
ਸੋਹਣੇ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ, ਜਾਂ ਮੈਂ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ, ਜਿਹੜਾ ਤੁਸੀਂ ਸਤਰ ਲਿਖ ਕੇ ਲਾਈ ਹੈਗੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਤੁਸੀਂ ਜਿਹੜੀਆਂ ਸ਼ੁਰੂ ਕੀਤੀਆਂ ਆ, ਇਹ ਦੇਖੋ ਕੋਈ ਵੀ ਯਤਨ ਜਿਹੜਾ ਕੋਈ ਕਰਦਾ ਨਾ, ਕਿਸੇ ਵੀ ਦਿਸ਼ਾ 'ਚ ਕਰਦਾ, ਭਾਵੇਂ ਕਾਰੋਬਾਰ 'ਚ ਕਰਦਾ, ਭਾਵੇਂ ਸੰਸਥਾ 'ਚ ਕਰਦਾ, ਭਾਵੇਂ ਪੰਜਾਬੀ ਮਾਂ ਬੋਲੀ ਲਈ ਕਰਦਾ, ਉਹਦਾ ਅਸਰ ਜ਼ਰੂਰ ਪੈਂਦਾ ਹੈਗਾ, ਬਸ਼ਰਤੇ ਕਿ ਉਹਦਾ ਮਨ ਜਿਹੜਾ ਹੈਗਾ ਨਾ ਉਹ ਸਾਫ਼ ਹੋਵੇ, ਉਹਦੇ ਵਿੱਚ ਕੋਈ ਮੈਲ ਨਾ ਹੋਵੇ ਕਿ ਮੈਂ ਇਹਦੇ ਵਿੱਚੋਂ ਆਹ ਕੱਢਣਾ, ਮੈਂ ਇਹਦੇ ਵਿੱਚੋਂ ਆਹ ਕੱਢਣਾ। ਤੁਸੀਂ ਇੱਕ ਐਡਾ ਵੱਡਾ ਕਾਰੋਬਾਰ ਕਰਦੇ ਹੋ, $1.5 ਲੱਖ ਤੁਸੀਂ ਤੁਰੰਤ ਦੇ ਕੇ ਤੇ ਉਹ ਭਵਨ ਜਿਹੜਾ ਹੈਗਾ ਉਹ ਖਾਲੀ ਕਰਾਇਆ, ਔਰ ਤੁਹਾਨੂੰ ਕਿੰਨਾ ਉਹਦਾ ਕਿਰਾਇਆ ਆ ਸਕਦਾ, ਇਹ ਤੁਸੀਂ ਕਹੋ ਨਾ ਕਹੋ, ਲੋਕਾਂ ਨੂੰ ਇਹ ਦਿਖਾਈ ਦਿੰਦਾ ਹੈਗਾ ਕਿ ਕਥੂਰੀਆ ਸਾਹਿਬ ਆਪਣਾ ਕਾਰੋਬਾਰ ਕਰ ਰਹੇ ਨੇ, ਕਰੀ ਜਾਣ ਕਾਰੋਬਾਰ, ਇੰਡੀਆ ਜਾ ਆਉਣ, ਮੌਜਾਂ ਮਾਣ ਆਉਣ, ਪਰੰਤੂ ਭਵਨ ਬਣਾਉਣਾ, ਸੰਸਥਾ ਬਣਾਉਣੀ, ਵਿਸ਼ਵ ਪੰਜਾਬੀ ਕਾਨਫਰੰਸ ਪਲਾਨ ਕਰਨੀ, ਇੱਕ ਇਸ ਸਾਲ ਕਰਨੀ, ਇੱਕ ਅਗਲੇ ਸਾਲ ਕਰਨੀ, ਔਰ ਨਾਲ ਦੀ ਨਾਲ ਪੈਸੇ ਖਰਚ ਲੈਣੇ ਵੀ ਸੌਖੇ ਹੁੰਦੇ ਆ ਕਈ ਵਾਰੀ, ਪਰੰਤੂ ਜਿਹੜਾ ਤੁਸੀਂ ਘੁੰਮਣਾ ਆ 5 ਦਿਨ ਤੁਸੀਂ ਪੰਜਾਬ ਦੇ ਵਿੱਚ ਇੱਕ ਕਿਸਮ ਦੀ ਰੈਲੀ ਕਰਨੀ ਹੈਗੀ ਆ, ਤੇ ਇਹ ਹਾਰੀ ਸਾਰੀ ਦੇ ਵੱਸ ਦੀਆਂ ਗੱਲਾਂ ਨਹੀਂ ਹੈਗੀਆਂ। ਤੇ ਹੋਰ ਤੁਸੀਂ ਇਹਦੇ ਨਾਲ ਕੋਈ ਮੈਮੋਰੈਂਡਮ ਵੀ ਬਣਾਇਆ ਹੈਗਾ, ਕੋਈ ਮੰਗ ਪੱਤਰ ਵੀ ਬਣਾਇਆ ਹੈਗਾ, ਜਿਹਦੇ ਵਿੱਚ ਮੰਗ ਪੱਤਰ ਬਣਿਆ ਹੋਇਆ, ਜਿੰਨੀਆਂ ਸਾਡੀਆਂ ਮੰਗਾਂ ਪੰਜਾਬੀਆਂ ਦੀਆਂ ਹੈਗੀਆਂ ਉਹ ਸਾਰੀਆਂ ਇਕੱਠੀਆਂ ਕੀਤੀਆਂ ਜੀ। ਕੋਈ ਸਹਿ ਸਭਾਵਾਂ ਨੇ ਸਾਨੂੰ ਦੱਸਿਆ ਸੀ ਆਹ ਸਾਡੀ ਮੰਗ ਹੈਗੀ ਹੈ, ਉਹਨਾਂ ਦੇ ਮੰਗ ਪੱਤਰ ਵੀ ਨਾਲ ਅਸੀਂ ਲੈ ਕੇ ਉੱਥੇ ਜਾਵਾਂਗੇ। ਜਦੋਂ ਸੀਐਮ ਸਾਹਿਬ ਨੂੰ ਮਿਲਣਾ ਹੈ, ਅਸੀਂ ਸਾਰੇ ਮੰਗ ਪੱਤਰ ਵੀ ਉਹਨਾਂ ਨੂੰ ਦੇਣੇ ਆ। ਅਸੀਂ ਕੋਈ ਦੂਜਾ ਕੋਈ ਕਹੋ ਨਾ ਮੋਮੈਂਟੋ ਦੇਣਾ ਕਿਸੇ ਨੂੰ, ਅਸੀਂ ਕੋਈ ਮੋਮੈਂਟੋ ਦੇਣ ਨਹੀਂ ਚੱਲੇ ਜੀ, ਅਸੀਂ ਕਿਤੇ ਵੀ ਜਾ ਕੋਈ ਮੋਮੈਂਟੋ ਨਾਲ ਨਹੀਂ ਲੈ ਕੇ ਚੱਲੇ, ਖਾਲੀ ਅਸੀਂ ਚੱਲੇ ਆ ਸਿਰਫ ਮੰਗ ਪੱਤਰ ਲੈ ਕੇ। ਕਿਆ ਸਾਡਾ ਮੰਗ ਪੱਤਰ ਹੈ, ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕਿਸੇ ਨੂੰ ਜਾ ਕੇ ਉੱਥੇ ਸਨਮਾਨ ਕਰਨਾ ਹੈ, ਸਹੀ ਕਿਹਨੂੰ ਸਨਮਾਨ ਕਰਨੀ, ਨਾ ਸਾਨੂੰ ਸਨਮਾਨ ਚਾਹੀਦਾ, ਨਾ ਕਿਸੇ ਨੂੰ ਸਨਮਾਨ ਦੇਣ। ਅਸੀਂ ਸਨਮਾਨ ਸਾਰਿਆਂ ਦਾ ਕਰਦੇ ਜ਼ਰੂਰ ਹਾਂ, ਪਰ ਸਨਮਾਨ ਪੱਤਰ ਨਹੀਂ ਚਾਹੀਦੇ ਸਾਨੂੰ, ਨਾ ਸਾਨੂੰ ਕੋਈ ਮੋਮੈਂਟੋ ਚਾਹੀਦੇ ਆ। ਅਸੀਂ ਸਿਰਫ ਆਪਣੀ ਮੰਗ ਲੈ ਕੇ ਚੱਲੇ ਹਾਂ, ਸਾਡੀ ਆ ਮੰਗ ਹੈ, ਸਾਡੀ ਮੰਗਾਂ ਪੂਰੀਆਂ ਕਰ, ਸਾਡੇ ਵੱਡੀ ਸਨਮਾਨ ਇਹ ਤੁਸੀਂ ਇਹਦੋਂ ਵੱਡਾ ਸਨਮਾਨ ਕੀ ਹੋ ਸਕਦਾ ਜੀ ਕਿ ਮਾਂ ਬੋਲੀ ਪੰਜਾਬੀ ਵਾਸਤੇ ਤੁਸੀਂ ਤਨ ਮਨ ਧਨ ਜਿਹੜਾ ਉਹ ਅਰਪਣ ਕੀਤਾ ਹੈਗਾ, ਇਹਦੋਂ ਵੱਡਾ ਮਾਣ ਕੋਈ ਨਹੀਂ ਹੋ ਸਕਦਾ। ਔਰ ਇਹ ਵੀ ਇੱਕ ਪੋਜ਼ਿਟਿਵ ਗੱਲ ਹੈਗੀ ਆ ਤੇ ਭਗਵੰਤ ਮਾਨ ਕਿਉਂਕਿ ਕਲਾਕਾਰ ਆ, ਬੇਸਿਕਲੀ ਉਹ ਪੰਜਾਬੀ ਦਾ ਹੀ ਕਲਾਕਾਰ ਆ ਨਾ, ਉਸ ਕਲਾਕਾਰੀ ਦੇ ਕਰਕੇ ਹੀ ਉਸ ਬਤੌਰ ਕਲਾਕਾਰ ਦੇ ਹੀ ਉਹਨੂੰ ਇਹ ਜਿਹੜਾ ਮਿਲਿਆ ਹੈਗਾ, ਕਿਉਂਕਿ ਇਹਦੇ ਵਿੱਚ ਕਪੈਸਿਟੀ ਸੀਗੀ ਕਿ ਇਹ ਜਦੋਂ ਬੋਲਦਾ ਸੀਗਾ ਤਾਂ ਮਤਲਬ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਕੱਠੇ ਕਰ ਲੈਂਦਾ ਸੀਗਾ। ਔਰ ਉਹਦੀ ਜਿਹੜੀ ਇਹ ਕਲਾ ਹੈਗੀ ਆ, ਉਹ ਦੇਖੋ ਗੁਰਭਜਨ ਗਿੱਲ ਦੇ ਸ਼ੇਰ ਉਹ ਕੋਟ ਕਰਦਾ ਰਿਹਾ ਪਾਰਲੀਮੈਂਟ 'ਚ ਵੀ, ਔਰ ਹੁਣ ਵਿਧਾਨ ਸਭਾ ਦੇ ਵਿੱਚ ਵੀ ਕੋਟ ਕਰਦਾ ਹੈਗਾ। ਮਤਲਬ ਇਹ ਆ ਕਿ ਉਹ ਪੰਜਾਬੀ ਦਾ ਪੱਖੀ ਆ। ਗੁਰਭਜਨ ਗਿੱਲ ਹੁਰੀ ਉਹਦੇ ਕਾਫੀ ਨੇੜੇ ਵੀ ਹੈਗੇ ਇਸ ਸੈਂਸ ਦੇ ਵਿੱਚ ਕਿ ਉਹਨਾਂ ਨੂੰ ਉਹ ਸਲਾਹ ਵੀ ਦਿੰਦੇ ਰਹਿੰਦੇ ਆ। ਔਰ ਅਸੀਂ ਵਿਸ਼ ਕਰਦੇ ਆ ਕਥੂਰੀਆ ਸਾਹਿਬ ਕਿ ਤੁਹਾਡੀ ਜਿਹੜੀ ਇਹ ਐਫਰਟ ਹੈਗੀ ਆ, ਤੁਹਾਡਾ ਇਹ ਯਤਨ ਹੈਗਾ, ਉਹ ਬਹੁਤ ਸਫਲ ਹੋਵੇ, ਤੇ ਤੁਸੀਂ ਕੋਈ ਸਾਡੇ ਦਰਸ਼ਕਾਂ ਨਾਲ ਵਿਸ਼ੇਸ਼ ਗੱਲ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਮੈਂ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਹੁਣ ਜਿਹੜੀ ਰੈਲੀ ਹੋ ਰਹੀ ਹੈ 23 ਸਤੰਬਰ ਤੋਂ ਚੰਡੀਗੜ੍ਹ ਤੋਂ ਸ਼ੁਰੂ ਹੋਣੀ ਹੈ। ਰੋਡ ਮੈਪ ਸਾਰੇ ਤਾਂ ਭੇਜ ਦਿੱਤੇ ਗਏ ਆ, ਤੁਹਾਨੂੰ ਵੀ ਕਿਤੋਂ ਕਿਤੋਂ ਮਿਲੀ ਜਾਏਗਾ, ਅਖਬਾਰਾਂ ਵਿੱਚ ਵੀ ਉਹਦੀ ਚਰਚਾ ਹੋ ਰਹੀ ਹੈ, ਈਵਨ ਮੋਗੇ ਵਿੱਚ ਕੀ ਬਾਕੀ ਸ਼ਹਿਰਾਂ ਵਿੱਚ ਵੀ, ਈਵਨ ਜਿਹੜੇ ਬਿਲ ਬੋਰਡ ਲੱਗੇ ਉਹਨਾਂ ਦੇ ਉੱਤੇ ਵੀ ਸਾਰਾ ਜਿਹੜਾ ਪ੍ਰੋਗਰਾਮ ਦਾ ਵੇਰਵਾ ਦਿੱਤਾ ਜਾ ਰਿਹਾ। ਤੁਸੀਂ ਜਿਹੜੇ ਸ਼ਹਿਰ 'ਚ ਹੋਵੋ, ਇਹ ਨਹੀਂ ਅਸੀਂ ਕਹਿੰਦੇ ਤੁਸੀਂ 5 ਦਿਨ ਜ਼ਰੂਰ ਸਾਡੇ ਨਾਲ ਰਹਿਣਾ, ਜਿੱਥੇ ਜਿੱਥੇ ਹੈਗੇ ਹੋ ਉੱਥੇ ਤੁਸੀਂ ਸਾਡੀ ਰੈਲੀ ਦੇ ਨਾਲ ਜੁੜ ਕੇ ਆਪਣੀ ਸ਼ਮੂਲੀਅਤ ਕਰ ਸਕਦੇ ਹੋ, ਤਾਂ ਕਿ ਆਪਾਂ ਇਸ ਰੈਲੀ ਵਿੱਚ ਵੱਧ ਤੋਂ ਵੱਧ ਜਿਹੜੀ ਗਿਣਤੀ ਹੁੰਦੀ ਉਹੀ ਸਭ ਤੋਂ ਬਾਅਦ ਉਹੀ ਕੰਮ ਆਉਂਦੀ ਹੈ ਕਿ ਸਾਡੀ ਰੈਲੀ ਵਿੱਚ ਇੰਨੀ ਗਿਣਤੀ ਸੀ, ਇੰਨੇ ਲੋਕ ਪੰਜਾਬੀ ਨੂੰ ਪਿਆਰ ਕਰਦੇ ਆ, ਇੰਨੇ ਪੰਜਾਬੀ ਚਾਹੁੰਦੇ ਆ ਕਿ ਅਸੀਂ ਪੰਜਾਬੀ ਬੋਲੀਏ, ਪੰਜਾਬੀ ਪੜ੍ਹੀਏ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰ ਸਕੀਏ। ਇਹੀ ਮੈਂ ਕਹਿੰਦਾ ਸਾਰਿਆਂ ਨੂੰ ਕਿ ਤੁਸੀਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਹੰਭਲਾ ਮਾਰੋ, ਤਾਂ ਕਿ ਰਲ ਮਿਲ ਕੇ ਆਪਾਂ ਇਸ ਨੂੰ ਕਿਸੇ ਮਤਲਬ ਕਿਸੇ ਸਿੱਟੇ 'ਤੇ ਪਹੁੰਚ ਸਕੀਏ, ਇਹ ਰੈਲੀ ਦਾ ਕੋਈ ਫਾਇਦਾ ਹੋ ਸਕੇ, ਸਾਡੀਆਂ ਮੰਗਾਂ ਜਿਹੜੀਆਂ ਹਨ ਪੰਜਾਬ ਵਾਸਤੇ ਉਹ ਸਾਡੇ ਸਰਕਾਰ ਦੇ ਕੰਨ ਪੈ ਜਾਣ, ਸਾਨੂੰ ਉਸ ਦਾ ਕੋਈ ਫਾਇਦਾ ਹੋ ਜਾਏ। ਬਹੁਤ ਬਹੁਤ ਮਿਹਰਬਾਨੀ। ਜਿੱਥੇ ਵੀ ਆਓਗੇ ਮੈਂ ਆ ਰਿਹਾ ਤੁਹਾਡੇ ਕੋਲ, ਕੱਲ੍ਹ ਨੂੰ ਮੇਰੀ ਫਲਾਈਟ ਹੈ ਔਰ ਮੈਂ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨਾ ਚਾਹਵਾਨ ਹਾਂ। ਤੁਸੀਂ ਸਾਰੇ ਜਿੱਥੇ ਜਿੱਥੇ ਹੋਵੋ ਸਾਨੂੰ ਆ ਕੇ ਮਿਲੋ, ਅਸੀਂ ਤੁਹਾਡੇ ਦਰਸ਼ਨ ਕਰਕੇ ਬਹੁਤ ਖੁਸ਼ ਹੋਵਾਂਗੇ, ਸਾਨੂੰ ਬੜੀ ਖੁਸ਼ੀ ਹੋਏਗੀ ਤੁਸੀਂ ਸਾਡੀ ਰੈਲੀ 'ਚ ਸ਼ਾਮਲ ਹੋਵੋਗੇ। ਤਾਂ ਕਥੂਰੀਆ ਸਾਹਿਬ ਤੁਸੀਂ ਸਟੂਡੀਓ ਵਿੱਚ ਆਏ, ਆਪਣੇ ਬਹੁਮੁੱਲੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਤੁਹਾਡੀ ਬਹੁਤ ਮਿਹਰਬਾਨੀ, ਤੁਹਾਡਾ ਬਹੁਤ ਸ਼ੁਕਰੀਆ। ਸਰਦਾਰ ਜਗਜੀਤ ਸਿੰਘ ਅਰੋੜਾ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਕਥੂਰੀਆ ਜੀ ਤੇ ਅਰੋੜਾ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਔਰ ਲਾਸਟ ਦੇ ਵਿੱਚ ਮੈਂ ਅਖੀਰ 'ਚ ਤੁਹਾਡੇ ਮੱਟਾ ਸਾਹਿਬ ਜਿਹੜੇ ਇਸ ਮੱਟਾ ਸਾਹਿਬ ਬਲਦੇਵ ਸਿੰਘ ਜੀ ਮੋਟਾ ਸਾਡੇ ਮਿੱਤਰ ਵੀ ਨੇ ਔਰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ, ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਅੱਜ ਜਗੀਰ ਸਿੰਘ ਹੋਰਾਂ ਦੇ ਰਾਹੀਂ
ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪਿਆਰੇ ਦਰਸ਼ਕੋ, ਇਹ ਸਨ ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਔਰ ਸਰਦਾਰ ਜਗਜੀਤ ਸਿੰਘ ਅਰੋੜਾ ਜੀ, ਜਿਨ੍ਹਾਂ ਨੇ ਪੰਜਾਬੀ ਬਾਰੇ, ਪੰਜਾਬੀਅਤ ਬਾਰੇ, ਪੰਜਾਬੀ ਲਈ ਕੀਤੇ ਯਤਨਾਂ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ। ਤੇ ਅਗਲੇ ਹਫਤੇ ਅਸੀਂ ਇੱਕ ਹੋਰ ਰੰਗ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ।